ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। 17 ਨਵੰਬਰ ਦਾ ਦਿਨ ਹੈ, ਵਰ੍ਹਾ 2020 ਦਾ ਮੰਗਲਵਾਰ ਹੈ। 3 ਮੱਘਰ ਨਾਨਕ ਸ਼ੇ ਸੰਮਤ 552। ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸਵਾਗਤ ਇੱਕ ਵਾਰ ਫੇਰ। 2 ਘੰਟੇ ਦਾ ਤੁਹਾਡਾ ਤੇ ਮੇਰਾ ਸਾਥ ਰਹੇਗਾ। ਦੋਨਾਂ ਘੰਟਿਆਂ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਪੰਜਾਬ ਚੱਲਾਂਗੇ 9:20 ਤੇ ਪੰਜਾਬ ਦੇ ਝਰੋਖੇ 'ਚ ਨਵਕਿਨ ਸਿੰਘ ਪੱਤੀ ਗੱਲਬਾਤ ਕਰਨਗੇ। ਫਿਰ ਕੁਝ ਖਬਰਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀਆਂ। 27ਵੇਂ ਘੰਟੇ ਡਰੈਗਨ ਕ੍ਰਿਊ ਜਾ ਲੱਗਿਆ 8 ਵਜੇ 5 ਵਜੇ ਤੋਂ ਬੈਠ ਕੇ 3 ਘੰਟੇ ਹਰ ਸੈਕਿੰਡ ਹਰ ਮਿੰਟ ਉਸ ਨੂੰ ਮੈਂ ਵੇਖਦਾ ਰਿਹਾ, ਕਿਉਂਕਿ ਆਪਣਾ ਸਾਰਿਆਂ ਦਾ ਸ਼ੌਕ ਹੈ। ਬਹੁਤਾਂ ਦਾ ਤੁਹਾਡਾ ਨਹੀਂ ਵੀ ਹੋਣਾ, ਪਰ ਫਿਰ ਵੀ ਆਲੇ ਦੁਆਲੇ ਕੀ ਹੋ ਰਿਹਾ ਜਾਣਨਾ ਬਹੁਤ ਜ਼ਰੂਰੀ ਹੈ। ਇਸ 'ਤੇ ਗੱਲਬਾਤ ਹੋਏਗੀ। ਅਲਬਰਟਾ ਦੇ ਵਿੱਚ $100 ਬਿਲੀਅਨ ਦੀ ਇੰਡਸਟਰੀ ਹਾਈਡਰੋਜਨ ਬੇਸਡ ਜਿਹੜੀ ਐਨਰਜੀ ਹੈ, ਹਾਈਡਰੋਜਨ ਸੈੱਲ ਜਿਹੜੀਆਂ ਕਾਰਾਂ ਦੀ, ਉਹਦੀ ਇੱਕ ਗੱਲ ਚੱਲੀ ਆ। ਫਾਈਨੈਂਸ਼ੀਅਲ ਪੋਸਟ ਨੇ ਹੁਣੇ ਖਬਰ ਦਿੱਤੀ ਆ। ਬਹੁਤ ਖੁਸ਼ੀ ਦੀ ਖਬਰ ਹੈ। ਸਾਡਾ ਆਪਣਾ ਸੂਬਾ ਬਹੁਤ ਵੱਡਾ ਭਾਈਚਾਰਾ ਵਸਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ, ਚੰਗੇ ਦਿਨ ਆਉਣ। ਬਹੁਤ ਜਿਹੜੀ ਆਰਥਿਕਤਾ ਬੜੀ ਖਰਾਬ ਚੱਲ ਰਹੀ ਹੈ, ਪਹਿਲਾਂ ਹੀ ਖਰਾਬ ਸੀ, ਉਸ ਤੋਂ ਬਾਅਦ ਕੋਵਿਡ ਨੇ ਗੜਬੜ ਕਰਤੀ। ਸਰਕਾਰਾਂ ਅਤੇ ਪਾਰਟੀਆਂ ਦੀਆਂ ਕੁਛ ਪਾਲਿਸੀਜ਼ ਹੁੰਦੀਆਂ ਜਿਨ੍ਹਾਂ ਨਾਲ ਪਬਲਿਕ ਨਾਲ ਹੁੰਦੀ ਆ ਜਾਂ ਨਹੀਂ, ਇਹਦੇ ਕਰਕੇ ਵੀ ਇੰਪੈਕਟ ਪੈਂਦਾ। ਇਹ ਗੱਲਬਾਤ ਹੋਏਗੀ। ਫਿਰ ਕੁਝ ਲੋਕਲ ਖਬਰਾਂ। ਕੋਵਿਡ-19 1900 ਦੇ ਵਿੱਚੋਂ 1300 ਦਾ ਫਰੇਜ਼ਰ ਹੈਲਥ ਦੇ ਵਿੱਚ ਮਾਰਕ ਹੈ। ਉਹਦਾ ਕੀ ਮਤਲਬ ਹੈ? 1300 1900 'ਚੋਂ 70% ਦੇ ਕਰੀਬ ਅਸੀਂ ਜਿਹੜਾ ਉਹ ਫਰੇਜ਼ਰ ਹੈਲਥ ਦਾ ਫਰੇਜ਼ਰ ਵੈਲੀ ਦਾ ਏਰੀਆ, ਉਸ ਤੋਂ ਪਹਿਲਾਂ ਸਰੀ ਦਾ ਏਰੀਆ, ਇਹ ਪਾਕਟਸ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ, ਇਹ ਕੀ ਹੈ? ਇੰਨੇ ਜੇ ਕੇਸ ਹੁੰਦੇ ਨੇ ਵੈਨਕੂਵਰ ਦੇ ਵਿੱਚ, ਉਹਦੀ ਕੱਲੀ ਨੇਬਰਹੁੱਡ 'ਚ ਦਿਖਾ ਦਿੱਤੇ ਜਾਂਦੇ ਨੇ ਵੀ ਇੰਨੇ ਕੁ ਸਾਊਥ 'ਚ ਨੇ, ਇੰਨੇ ਕੁ ਇੱਥੇ ਕੁ ਨੇ, ਇੰਨੇ ਕੁ। ਪਰ ਜਦ ਸਰੀ ਦਾ 9 ਤਾਂ 1200-1400 ਇਕੱਠੇ। ਇਸ ਦਾ ਖਿਆਲ ਰੱਖਣ ਦੀ ਲੋੜ ਹੈ। ਸਾਡੀਆਂ ਜ਼ਿੰਮੇਵਾਰੀਆਂ ਕੀ ਨੇ, ਇਹ ਅੱਜ ਸੁਣ ਲਿਓ ਕਿ ਹਫ਼ਤੇ ਦੇ ਵਿੱਚ ਆਪਾਂ ਲਾਕਡਾਊਨ ਦੇ ਵਿੱਚ ਚਲੇ ਜਾਣਾ, ਜਿਹੜੇ ਹਾਲਾਤ ਚੱਲ ਰਹੇ ਨੇ। ਕਿਉਂਕਿ ਹਾਲੇ ਤਾਂ ਜਿਹੜੀ ਅਕਤੂਬਰ ਦੇ ਲਾਸਟ ਹਫ਼ਤੇ ਦੇ ਵਿੱਚ ਪਟਾਕੇ ਚਲਾਏ ਨੇ ਭੂਤ ਪ੍ਰੇਤਾਂ ਦੇ ਦਿਨ ਦੇ, ਉਹਦੇ ਰਿਜ਼ਲਟ ਆ ਰਹੇ ਨੇ। ਹਾਲੇ ਤਾਂ ਜਿਹੜੀ ਆ 3-3 4-4 ਬਲੋਕਾਂ ਦੀਆਂ ਲਾਈਨਾਂ ਦੇ ਵਿੱਚ ਮਠਿਆਈਆਂ ਲੈ ਕੇ ਹਟਿਓ, ਇਹਦੇ ਆਉਣੇ ਨੇ 10 ਦਿਨ ਨੂੰ। ਅਤੇ ਉਹ ਕਹਿੰਦਾ ਕਿੱਡੇ ਨੇ, ਕਹਿੰਦਾ ਮੂਹਰੇ ਡਿੱਗ ਜਾਣੇ ਨੇ, ਪਤਾ ਤਾਂ ਆਪੇ ਲੱਗ ਜਾਣਾ। ਜਦ ਤੱਕ ਅਸੀਂ ਆਪਣੇ ਆਪ ਨੂੰ ਸਾਂਭਣ ਦੇ ਕਾਬਲ ਨਹੀਂ ਅਤੇ ਅਸੀਂ ਆਪਣੀ ਜ਼ਿੰਮੇਵਾਰੀਆਂ ਦੇ ਵਿੱਚ ਨਹੀਂ, ਤਾਂ ਫਿਰ ਸਾਨੂੰ ਜਾਂ ਕਿਸੇ ਵੀ ਕਮਿਊਨਿਟੀ ਨੂੰ ਕੋਈ ਨਹੀਂ ਬਚਾ ਸਕਦਾ। ਜਿੰਮਾਂ ਦੇ ਵਿੱਚ ਕੋਵਿਡ ਪੋਜ਼ੀਟਿਵ ਵਰਕਰ ਹੋਏ ਨੇ, ਫਿਰ ਵੀ ਸਾਨੂੰ ਪਤਾ ਨਹੀਂ, ਅਸੀਂ ਪਾਰਟੀਆਂ ਕਰਦੇ ਫਿਰਦੇ ਹਾਂ, ਦਿਖਾਉਂਦੇ ਹਾਂ ਡੌਲੇ ਲੋਕਾਂ ਨੂੰ ਅੱਧੇ ਨੰਗੇ ਹੋ ਕੇ। ਪਤਾ ਨਹੀਂ ਕੀ ਅਸੀਂ ਮਹਿਸੂਸ ਕਰਦੇ ਹਾਂ ਵੀ ਅਸੀਂ ਆਇਰਨ ਮੈਨ ਹਾਂ, ਸਾਨੂੰ ਕੁਛ ਨਹੀਂ ਹੋ ਸਕਦਾ। ਅਸੀਂ ਕਿਸੇ ਨੂੰ ਵੀ ਕੁਛ ਕਰ ਸਕਦੇ। ਆਪਣੀ ਕਮਿਊਨਿਟੀ ਦੀ ਆਪ ਗੱਲ ਕਰਨੀ, ਝੱਗਾ ਚੱਕਿਆਂ ਢਿੱਡ ਨੰਗਾ ਹੁੰਦਾ, ਇਹ ਗੱਲ ਸੱਚ ਹੈ। ਇਸ 'ਤੇ ਗੱਲਬਾਤ ਹੋਏਗੀ। ਇਹ ਵੀ ਗੱਲ ਨਾਲ ਚੱਲਦੀ ਹੈ ਕਿ ਟਾਰਗੇਟ ਤਾਂ ਨਹੀਂ ਹੋ ਰਹੀ ਕਮਿਊਨਿਟੀ, ਇਸ ਲਈ ਵੀ ਗੱਲਬਾਤ ਹੋਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਪੁਰਾਣੀ ਹੋ ਗਈ, ਉਸ ਦੇ ਬਾਰੇ, ਪੰਜਾਬ ਦੀ ਕੁਛ ਸਿਆਸਤ ਦੇ ਬਾਰੇ, ਇੱਥੇ ਦੀ ਕੁਛ ਸਿਆਸਤ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਇੱਕ ਛੋਟੀ ਜਿਹੀ ਹੋਰ ਸੈਗਮੈਂਟ ਨਿੱਜੀ ਜ਼ਿੰਦਗੀ ਦੇ ਬਾਰੇ ਆਪਾਂ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਕਿ ਜ਼ਿੰਦਗੀ ਦੇ ਵਿੱਚ ਸਾਡੇ ਪੱਧਰ ਨੇ ਜਿਹੜੇ, ਉਹ ਵੱਖ-ਵੱਖ ਸਮੇਂ 'ਤੇ ਬਦਲਦੇ ਕਿਉਂ ਨੇ? ਬੰਦੇ ਦੇ ਵਿੱਚ ਕਮਜ਼ੋਰੀ ਕਿਉਂ ਆ ਜਾਂਦੀ ਹੈ ਕਿ ਉਹਦਾ ਡਬਲ ਸਟੈਂਡਰਡ ਹੋ ਜਾਂਦਾ? ਉਹ ਆਪਣੇ ਲਈ ਹੋਰ ਹੈ, ਲੋਕਾਂ ਲਈ ਹੋਰ ਹੈ। ਡਿਵਿਡੀ ਇਸ ਜ਼ਿੰਦਗੀ ਦੇ ਵਿੱਚੋਂ ਕਿੰਨਾ ਕੁ ਕੀ ਮੁਸ਼ਕਲ ਹੋ ਸਕਦੀ ਹੈ? ਕਿਉਂਕਿ ਜੇ ਕਿਸੇ ਨੂੰ ਨਹੀਂ ਪਤਾ, ਇਨਸਾਨ ਨੂੰ ਪਤਾ ਹੁੰਦਾ ਜਿਹੜਾ ਗਲਤ ਕਰ ਰਿਹਾ। SherePunjabRadio.ca 'ਤੇ ਲਿਸਨ ਲਾਈਵ, SherePunjabRadio.ca 'ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਥੋੜ੍ਹੇ ਜਿਹੇ ਦਿਨਾਂ ਦੀ ਉਡੀਕ ਹੈ, ਐਪਲੀਕੇਸ਼ਨ ਤੁਹਾਡੇ ਤੱਕ ਆ ਜਾਣੀ ਹੈ, ਐਪ ਡਾਊਨਲੋਡ ਕਰ ਸਕਦੇ ਹੋ। ਸੁਨੇਹਾ ਦੇ ਦਿਓ। ਹਾਲੇ ਤੱਕ ਪੁੱਛੀ ਜਾ ਰਹੇ ਨੇ ਦੂਰ ਬੈਠੇ ਵੀ ਕਿਵੇਂ ਸੁਣੀਏ। ਸੁਣਨਾ SherePunjabRadio.ca 'ਤੇ 604-204-0600 ਆਨ ਏਅਰ ਨੰਬਰ ਹੈ। 6042040600। ਇੱਥੇ ਤੁਸੀਂ ਕੋਈ ਵੀ ਜ਼ਿਆਦਾ ਆਪਣੀ ਗੱਲਬਾਤ ਕਰਨੀ ਹੈ ਤਾਂ ਇੱਥੇ ਆਉਣਾ। ਇਉਂ ਫੁਦਕਣ ਲੱਗਦੀ ਜਿੰਦ ਸਾਡੀ, ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਇਉਂ ਫੁਦਕਣ ਲੱਗਦੀ ਜ਼ਿੰਦ ਸਾਡੀ, ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ, ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ। ਮੋਰ ਪੰਖ ਦਾ ਬੂਟੜਾ ਚੌਰ ਕਰੇ, ਹਵਾ ਅਥਰੀ ਦੇ ਫਰਮਾਨ ਉੱਤੇ।
ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉੱਤੇ। ਹੈ ਮਹਿਕ ਜਿਉਂ ਪੈਂਦਾ ਰੇਤੜ ਵਿੱਚੋਂ ਕਣੀਆਂ ਦੇ ਫਸਲਾਣ ਉੱਤੇ, ਜਾਂ ਨੀਹਾਂ ਉੱਗੜ ਜਾਂਦੀਆਂ ਨੇ ਜੋ ਘੂੰਗਟ ਦੇ ਸਰਕਾਣ ਉੱਤੇ। ਜਿਉਂ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਢਲਾਣ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ। ਫੁਦਕਣ ਲੱਗਦੀ ਜਿੰਦ ਸਾਡੀ ਉਹ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਹੱਸਦੇ ਰਿਹਾ ਕਰੋ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਮੇਰੇ ਨਾਲ ਸ਼ਾਮਲ ਹੋ, ਪੰਜਾਬ ਦੇ ਝਰੋਖੇ ਚੋਂ ਨਵਕਿਰਨ ਸਿੰਘ ਪੱਤੀ ਹੋਰਾਂ ਨਾਲ। ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਰਾਜਨੀਤੀ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ ਬੰਦੇ ਤੋਂ ਇੱਕ ਦਾਗ ਆ ਜਿਹੜਾ ਉਹ ਜ਼ਿੰਦਗੀ ਭਰ ਨਹੀਂ ਲੈਂਦਾ ਜਦ ਉਹਦੇ ਤੇ ਕੋਈ ਜਿਸਮਾਨੀ ਛੇੜਛਾੜ ਦੀ ਉਂਗਲ ਕਰ ਦੇਵੇ। ਸਿਮਰ ਬੈਂਸ ਹੋਣਾ ਦਾ ਕੱਦ, ਸਿਮਰ ਬੈਂਸ ਹੋਣਾ ਦਾ ਪੰਜਾਬ 'ਚ ਵਿਚਰਨਾ ਤੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਨੀ, ਉਹ ਜਿਵੇਂ ਇਹ 'ਚ ਕੋਈ ਸ਼ੱਕ ਨਹੀਂ ਉਹ ਰਾਜਨੀਤਿਕ ਨੇ, ਰਾਜਨੀਤੀ ਕਰਦੇ ਨੇ, ਪਰ ਸੱਚੇ ਦਿਲੋਂ ਪੰਜਾਬ ਦੇ ਖੈਰ ਖੁਆਹ ਹੋ ਕੇ ਉਹ ਕੰਮ ਕਰਦੇ ਨੇ। ਹੁਣ ਜਿਹੜਾ ਉਹਨਾਂ 'ਤੇ ਇੱਕ ਦੋਸ਼ ਲੱਗੇ ਨੇ, ਉਹ ਦੋਸ਼ ਚਿੱਠੀ ਤੁਸੀਂ ਮੈਨੂੰ ਭੇਜੀ ਹੈ ਕਮਿਸ਼ਨਰ ਨੂੰ ਲਿਖੀ ਹੋਈ ਲੁਧਿਆਣੇ ਦੀ, ਉਸ ਲੇਡੀ ਦੀ ਫੋਟੋ ਵੀ ਆ ਥੱਲੇ। ਇੱਕ ਇਹ ਮਾਮਲਾ ਹੋਇਆ ਕਿਵੇਂ, ਸਡਨ ਕਿਵੇਂ ਨਿਕਲਿਆ? ਉੱਧਰੋਂ ਉਹ ਹਰੀਕੇ ਤੋਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਤੁਰਿਆ ਤੇ ਉੱਧਰੋਂ ਇਹ ਗੱਲ ਬਾਹਰ ਆਈ। ਕੀ ਖਬਰ ਹੈ ਜੀ ਇਹ? ਜੀ ਗਿੱਲ ਸਾਹਿਬ, ਦੇਖੋ ਮਸਲਾ ਇਹ ਹੈਗਾ ਕਿ ਸਿਮਰਜੀਤ ਸਿੰਘ ਬੈਂਸ ਤੇ ਉਹਦਾ ਭਰਾ ਇਹ ਦੋਨੇ ਵਿਧਾਇਕ ਨੇ ਇਸ ਵਕਤ। ਸਿਮਰਜੀਤ ਸਿੰਘ ਬੈਂਸ ਵੀ ਆਤਮ ਨਗਰ ਲੁਧਿਆਣਾ ਤੋਂ MLA ਹੈ। ਸਿਮਰਜੀਤ ਸਿੰਘ ਬੈਂਸ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ, ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਰ ਰਿਹਾ ਹੈ। ਔਰ ਸਿਮਰਜੀਤ ਸਿੰਘ ਬੈਂਸ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਬੋਲ ਰਿਹਾ, ਕਾਂਗਰਸ ਖਿਲਾਫ ਵੀ ਬੋਲ ਰਿਹਾ, ਆਮ ਆਦਮੀ ਪਾਰਟੀ ਖਿਲਾਫ ਵੀ ਬੋਲ ਰਿਹਾ, ਲਗਾਤਾਰ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੈ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਲਈ, ਕਿ ਪਾਣੀ ਜਿਹੜੇ ਰਾਜਸਥਾਨ ਨੂੰ, ਦਿੱਲੀ ਨੂੰ, ਹਰਿਆਣਾ ਨੂੰ ਮੁਫਤ ਦੇ ਵਿੱਚ ਨਾ ਦਿੱਤੇ ਜਾਣ। ਜੇ ਪਾਣੀ ਉਹਨਾਂ ਨੇ ਪੰਜਾਬ ਤੋਂ ਲੈਣੇ ਨੇ ਤਾਂ ਪਾਣੀਆਂ ਦਾ ਮੁੱਲ ਪੰਜਾਬ ਨੂੰ ਦਿੱਤਾ ਜਾਵੇ, ਅਦਰਵਾਈਜ਼ ਪਾਣੀ ਨੇ ਜਿਹੜੇ ਉਹ ਨਹੀਂ ਦਿੱਤੇ ਜਾਣੇ ਚਾਹੀਦੇ। ਇਹ ਮਸਲੇ ਨੂੰ ਲੈ ਕੇ ਇਹਨਾਂ ਨੇ ਹਰੀਕੇ ਪੱਤਣ ਤੋਂ ਯਾਤਰਾ ਸ਼ੁਰੂ ਕੀਤੀ ਹੈ ਔਰ ਉਹ ਯਾਤਰਾ ਗੀ ਜਿਹੜੀ ਚੰਡੀਗੜ੍ਹ ਜਾ ਕੇ ਸਮਾਪਤ ਹੋਣੀ ਹੈ। ਇਸੇ ਦਰਮਿਆਨ ਗਿੱਲ ਸਾਹਿਬ ਕੱਲ ਇੱਕ ਔਰਤ ਚਰਚਾ ਦਾ ਵਿਸ਼ਾ ਬਣੀ। ਉਸਨੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖਦੀ ਹੈ। ਉਹ ਚਿੱਠੀ ਦੇ ਵਿੱਚ ਆਪਣੀ ਕਹਾਣੀ ਬਿਆਨ ਕਰਦੀ ਹੈ। ਹੁਣ ਉਹ ਕਹਾਣੀ ਸੱਚੀ ਹੈ ਜਾਂ ਝੂਠੀ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ, ਕਿਉਂਕਿ ਕਈ ਵਾਰ ਮਸਲੇ ਨੇ ਜਿਹੜੇ ਉਹ ਪ੍ਰੋਜੈਕਟ ਵੀ ਹੋ ਜਾਂਦੇ ਨੇ। ਪਰ ਮੋਸਟਲੀ ਜਦੋਂ ਕੋਈ ਔਰਤ ਖੁਦ ਚੱਲ ਕੇ ਮੀਡੀਆ ਦੇ ਸਾਹਮਣੇ ਆਉਂਦੀ ਆ, ਖੁਦ ਚੱਲ ਕੇ ਇਹ ਕਹਿਣਾ ਕਿ ਮੇਰੇ ਨਾਲ ਬਲਾਤਕਾਰ ਹੋਇਆ, ਗਲਤ ਕਹਿਣਾ ਜਾਂ ਝੂਠਾ ਕਹਿਣਾ ਖਾਸੀ ਵੱਡੀ ਗੱਲ ਹੈ। ਸੋ ਇਸ ਕਰਕੇ ਇਹ ਮੰਨਿਆ ਜਾ ਸਕਦਾ ਗਾ ਕਿ ਕਿਤੇ ਨਾ ਕਿਤੇ ਔਰਤ ਉਦੋਂ ਹੀ ਸਾਹਮਣੇ ਆਉਂਦੀ ਆ ਜਦੋਂ ਪੀੜਤ ਹੁੰਦੀ ਹੈਗੀ। ਤਾਂ ਉਸ ਔਰਤ ਨੇ ਗਿੱਲ ਸਾਹਿਬ ਹੁਣ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ, ਜਿਹਦੇ ਚ ਉਹਨੇ ਕਿਹਾ ਗਿਆ ਕਿ ਸਿਮਰਜੀਤ ਸਿੰਘ ਬੈਂਸ ਨੇ ਉਹਦੇ ਨਾਲ ਬਲਾਤਕਾਰ ਕੀਤਾ, ਧੋਖੇ ਨਾਲ ਘਰ ਵਿਕਾਇਆ। ਇਹ ਵਿਧਵਾ ਔਰਤ ਹੈ। ਉਹਨੇ ਕਿਹਾ ਕਿ ਉਹਦਾ ਪਤੀ ਬਿਮਾਰ ਸੀਗਾ, ਉਹ ਸਿਮਰਜੀਤ ਸਿੰਘ ਬੈਂਸ ਤੋਂ ਮਦਦ ਦੇ ਲਈ ਵੀ ਗਈ ਸੀ। ਉਹਨੇ ਇੱਕ ਦੋ ਵਾਰ ਮਦਦ ਕੀਤੀ ਵੀ। ਉਹਦਾ ਬਿੱਲ 35,000 ਦੇ ਲਗਭਗ ਬਣਿਆ ਸੀ। 10,000 ਰੁਪਇਆ ਸਿਮਰਜੀਤ ਸਿੰਘ ਬੈਂਸ ਨੇ ਹਸਪੀਟਲ ਵਾਲਿਆਂ ਨੂੰ ਕਹਿ ਕੇ ਮਾਫ਼ ਕਰਾਤਾ। ਉਸ ਤੋਂ ਬਾਅਦ ਉਹ ਚਿੱਠੀ ਦੇ ਵਿੱਚ ਇੱਕ ਬਿਲਡਰ ਦਾ ਨਾਂ ਲੈਂਦੀ ਆ, ਸੁਖਚੈਨ ਸਿੰਘ ਬਿਲਡਰ ਹੈ। ਔਰ ਉਹ ਕਹਿੰਦੀ ਵੀ ਮੇਰਾ ਘਰ ਆ ਜਿਹੜਾ ਮਕਾਨ ਖਰੀਦਿਆ ਸੀ ਇਹਨੇ ਡੇਲੋਂ ਕਾਲਜ ਦੇ ਨੇੜੇ ਔਰ GNE ਕਾਲਜ ਥਾਣਾ ਡੇਲੋਂ ਦੇ ਕੋਲੇ, ਔਰ ਮਕਾਨ 18 ਲੱਖ ਦਾ ਖਰੀਦਿਆ ਸੀ, ਜਿਹਦੇ ਚ ਲਗਭਗ 11 ਲੱਖ ਰੁਪਇਆ ਕਹਿੰਦੀ ਉਹ ਮੈਂ ਦਿੱਤਾ ਸੀ, ਔਰ 10 ਲੱਖ ਰੁਪਏ ਦਾ ਲਗਭਗ ਉਹਦੇ ਚੋਂ ਲੋਨ ਆ ਜਿਹੜਾ ਉਹ ਲਿਆ ਸੀ। 1,25,000 ਰੁਪਇਆ ਇਹ ਲੋਨ ਕਰਾਉਣ ਦਾ ਕਹਿੰਦੀ ਖਰਚਾ ਕਹਿ ਕੇ ਖਾ ਗਏ ਬਿਲਡਰ। ਔਰ ਘਰ ਲੈਣ ਤੋਂ 1 ਮਹੀਨਾ ਬਾਅਦ ਉਹ ਕਹਿੰਦੀ ਮੇਰੇ ਪਤੀ ਜਸਪਾਲ ਸਿੰਘ ਦੀ ਬਿਮਾਰੀ ਕਰਕੇ ਮੌਤ ਹੋ ਗਈ, ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ। 2 ਬੇਟੇ ਨੇ ਉਹਦੇ। ਉਹ ਕਹਿੰਦੀ ਤਿੰਨੋਂ ਮਾਂ ਬੇਟਾ ਅਸੀਂ ਜਿਹੜੇ ਰਲ ਕੇ ਘਰ ਦੀਆਂ ਕਿਸ਼ਤਾਂ ਤਾਰ ਰਹੇ ਸੀ, ਖਰਚਾ ਚਲਾ ਰਹੇ ਸੀ, ਪਰ ਘਰ ਦੀਆਂ ਕਿਸ਼ਤਾਂ ਟੁੱਟ ਗਈਆਂ, ਜਿਹਦੇ ਕਰਕੇ ਜਿਹੜਾ ਬਿਲਡਰ ਸੀ ਉਹ ਬੈਂਕ ਵਾਲਿਆਂ ਨੂੰ ਲੈ ਕੇ ਉਹਦੇ ਘਰ ਆ ਪਹੁੰਚਿਆ, ਜਿੱਥੇ ਉਹ ਕਹਿੰਦੀ ਮੈਂ ਨੌਕਰੀ ਕਰਦੀ ਸੀ ਉੱਥੇ ਬੈਂਕ ਵਾਲੇ ਜਾ ਵੜਦੇ ਸੀ। ਔਰ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਸਿਮਰਜੀਤ ਸਿੰਘ ਬੈਂਸ ਤੋਂ ਮਦਦ ਦੇ ਲਈ ਗਈ। ਉਸ ਤੋਂ ਬਾਅਦ ਇੱਕ ਔਰਤ ਦਾ ਜ਼ਿਕਰ ਕਰਦੀ ਹੈ ਗਿੱਲ ਸਾਹਿਬ, ਭਾਬੀ ਕਹਿ ਕੇ ਕਿ ਉਹਦੇ ਘਰੇ ਮੈਨੂੰ ਬੁਲਾਇਆ, ਉੱਥੇ ਰੇਪ ਕੀਤਾ। ਸਿਮਰਜੀਤ ਸਿੰਘ ਬੈਂਸ ਨੇ ਆਪਣੇ ਕੈਬਨ ਦੇ ਵਿੱਚ ਬੁਲਾਇਆ, ਉੱਥੇ ਰੇਪ ਕੀਤਾ। ਔਰ ਏਦਾਂ ਦੀ
उस औरत ने लिखती बयान और मीडिया के सामने आई है वो औरत, और मीडिया के सामने आके उन्हें अपने जेडे इस तरीके के इल्जाम सिमरजीत सिंह बैंस ते लाए ने। दूजे बन्ने जे आपां क्योंकि दोने पक्षां दी गल करिए, सिमरजीत सिंह बैंस होरां दा पक्ष भी मैं सुनिया, वो अपने पक्ष दे विच कह रहे ने कि मैं सरकार दे खिलाफ बोलदा, मैं सरकारां दे खिलाफ जेडे मसले उठाउणा, इस करके साजिश तहत मेरे खिलाफ एक गोंद गुंदी गई है। और सिमरजीत सिंह बैंस ने कहा कि दुध दा दुध पानी दा पानी आने वाले दिनों दे विच नितरूगा, और उन्होंने कहा कि जेड़ा मैं पंजाब दे पानियां नूं लैके हरीके पत्तन तो लैके चंडीगढ़ तक मार्च कर रहा, पंजाब इंसाफ यात्रा कर रहा, उस नूं जेड़ा तारपीडो करन दे लिए सारा कुछ कीता गयागा। तो किते ना किते च हो सकदा 2022 दी गल भी होवे, क्योंकि वो औरत अंकित बांसल दा नाम भी लैंदी आ कि उन्हें भी मदद की, जिहड़ा कैप्टन अमरिंदर सिंह होरां दा OSD है। तो कि हो सकता है इस मसले दे विच राजनीति इन्वॉल्व होवे, पर उस औरत नूं जे वो सच्ची है तां इंसाफ जरूर मिलना चाहिए। हुण ये मसला किन्ना क सच्चा है, किन्ना क इस मसले दे विच जेड़ा वो लाल पेट लग्या होया, आउण वाले दिनां दे विच क्लीयर होऊगा, लेकिन वो औरत जरूर ये सारे कसे नूं बयान कर रही है। जी गिल साहब। अच्छा नवकिरण, किन्ना पुराना यह मामला, किन्ना चिर हो गया इसनूं, इस दे बारे की खबर है? ਗਿੱਲ ਸਾਹਿਬ देखो ये ਜਿਹੜਾ मामला गा वो 2018 ਦਾ ਕਹਿੰਦੀ ਘਰ ਲਿਆ ਗਾ, ਔਰ ਉਸ ਤੋਂ ਬਾਅਦ 26 ਅਪ੍ਰੈਲ 2019 ਵਾਲੇ ਦਿਨ ਕਹਿੰਦੀ ਸਵੇਰੇ 8 ਵਜੇ ਜਿਹੜਾ ਬਿਲਡਰ ਸੁਖਚੈਨ ਸਿੰਘ ਆ ਉਹਦੇ ਘਰ ਦੇ ਸਾਹਮਣੇ ਉਹ ਪਹਿਲੀ ਵਾਰ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਆ ਅਪ੍ਰੈਲ 2019 ਦੇ ਵਿੱਚ। ਉਸ ਤੋਂ ਬਾਅਦ ਗਿੱਲ ਸਾਹਿਬ ਅਪ੍ਰੈਲ 2019 ਤੋਂ ਬਾਅਦ 20 ਸਤੰਬਰ ਨੂੰ ਉਹ ਕਹਿੰਦੀ ਪੈਸਿਆਂ ਦੇ ਸੰਬੰਧ 'ਚ ਉਹਨੇ ਦਰਖਾਸਤ ਵੀ ਦਿੱਤੀ ਹੈ, ਔਰ ਇਹ ਮਸਲਾ ਗਾ ਜਿਹੜਾ ਉਹ ਸੋਮਵਾਰ 12/10/2020 ਜਿਹੜਾ ਉਦੋਂ ਵੀ ਉਹ ਕਹਿੰਦੀ ਮੈਂ SP ਸਾਹਿਬ ਦੇ ਦਫ਼ਤਰ ਦੇ ਵਿੱਚ 60,000 ਰੁਪਏ ਦਿੱਤੇ ਨੇ, ਔਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਉਹਨੇ WhatsApp ਚੈਟ ਵੀ ਇੱਕ ਪੁਲਿਸ ਨੂੰ ਦਿੱਤੀ ਹੈ, ਕਿਉਂਕਿ ਅੱਜ ਉਹ ਖੁਦ ਔਰਤ ਆ ਜਿਹੜੀ ਉਹ ਪੁਲਿਸ ਕਮਿਸ਼ਨਰ ਦਫ਼ਤਰ ਗਈ, ਉੱਥੇ ਪੁਲਿਸ ਵਾਲਿਆਂ ਨੇ ਉਹਦਾ ਮੋਬਾਈਲ ਵੀ ਰੱਖ ਲਿਆ ਗਿੱਲ ਸਾਹਿਬ, ਤਾਂ ਕਿ ਇਸ ਮਸਲੇ ਦੀ ਹੋਰ ਤਹਿਕੀਕਾਤ ਕੀਤੀ ਜਾਵੇ। ਔਰ ਜਿਹੜੀ ਉਹਨੇ WhatsApp ਚੈਟ ਦਿਖਾਈ ਉਹ ਵੀ ਉਹਨਾਂ ਨੇ ਸਾਂਭ ਲਈ ਹੈ। ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਉਹਦੇ ਕੋਲੇ ਆਡੀਓ ਰਿਕਾਰਡਿੰਗ ਵੀ ਦੱਸ ਰਹੇ ਨੇ, ਉਹ ਆਡੀਓ ਰਿਕਾਰਡਿੰਗ ਵੀ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੇ ਸਾਂਭ ਲਈ। ਸੋ ਮਸਲਾ ਤਾਂ ਗਿੱਲ ਸਾਹਿਬ ਸਾਲ 1.5 ਸਾਲ ਪੁਰਾਣਾ ਹੀ ਚੱਲਿਆ ਆ ਰਿਹਾ ਹੈਗਾ, ਲੇਕਿਨ ਉਹ ਜਿਹੜੀ ਔਰਤ ਆ ਅੱਜ ਜਿਹੜੀ ਉਹ ਸਬੂਤ ਵੀ ਪੁਲਿਸ ਸਾਹਮਣੇ ਦੇਖੇ ਹੈ, ਕਿਉਂਕਿ ਪੁਲਿਸ ਨੇ ਵਾਲਿਆਂ ਨੇ ਉਹਦੇ ਨਾਲ ਲਗਭਗ 45 ਮਿੰਟ ਦੇ ਲਗਭਗ ਜਿਹੜੀ ਇਸ ਵਿਸ਼ੇ ਦੇ ਉੱਤੇ ਪੁੱਛ ਪੜਤਾਲ ਕੀਤੀ ਹੈ। ਸੋ ਮਸਲਾ ਚੱਲ ਰਿਹਾ ਅੱਜ ਕੱਲ ਜੀ। ਫੈਬਰੀਕੇਟਡ ਘੱਟ ਲੱਗਦਾ, ਟਾਈਮਲਾਈਨ ਜੇ ਦੇਖਦੇ ਆ ਤਾਂ ਉਹਦੇ ਹਿਸਾਬ ਦੇ ਨਾਲ ਇਹ ਲਾਈਨਾਂ ਜਿਹੜੇ ਨੇ ਡਾਟਸ ਨੇ ਉਹ ਫਿਲ ਹੋਣੇ ਨੇ, ਪਰ ਸਮਾਂ ਦੱਸੇਗਾ। ਇਹ ਚੀਜ਼ਾਂ ਦੇ ਰੂਲ ਆਊਟ ਬੜੇ ਔਖੇ ਆ, ਰੂਲ ਆਊਟ ਇੱਕੇ ਚੀਜ਼ ਤੇ ਹੁੰਦੇ ਆ ਇਹ, ਜੇ ਕੋਈ ਸਬੂਤ ਹੋਵੇ, ਬਸ ਸਬੂਤ ਤੋਂ ਬਿਨਾਂ ਗੱਲਾਂ ਬਾਤਾਂ ਦੇ ਰੂਲ ਆਊਟ ਨਹੀਂ ਹੁੰਦੇ। 22 ਨੇੜੇ ਆ ਰਹੀ ਹੈ, ਉਹਨਾਂ ਦਾ ਰਾਜਨੀਤੀ ਦਾ ਢੰਗ ਸਿਮਰਨ ਬੈਂਸ ਉਹਨਾਂ ਦਾ, ਤੇ ਹੁਣ ਤੱਕ ਦੇ ਪਿਛਲੇ 20 ਸਾਲਾਂ ਦਾ ਰਾਜਨੀਤੀ ਦੇ ਸਫ਼ਰ ਦੇ ਵਿੱਚ ਅੱਜ ਤੱਕ ਕੋਈ ਉਂਗਲ ਨਾ ਹੋਣੀ, ਬਹੁਤ ਚੀਜ਼ਾਂ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪੰਜਾਬ ਦੀਆਂ ਸੜਕਾਂ ਠੰਡ ਦੇ ਵਿੱਚ ਜਦ ਪ੍ਰਵਾਸੀ ਵੀ ਜਾਂਦੇ ਨੇ ਉਹਨਾਂ ਨੂੰ ਬੇਨਤੀ ਕਰੀਦੀ ਆ, ਬਚੋ ਬਚੋ, ਜਿੱਥੇ ਸੂਰਜ ਛਿਪ ਗਿਆ ਸੌਂ ਜਾਓ, ਰਿਸ਼ਤੇਦਾਰੀ ਨਹੀਂ ਤਾਂ ਹੋਟਲ ਮਿਲ ਜੂਗਾ, 10-20 ਹਜ਼ਾਰ ਰੁਪਈਆ ਵੱਧ ਤੋਂ ਵੱਧ 4 ਜੀਆਂ ਦਾ ਰਾਤ ਦਾ ਖਰਚਾ ਹੋਊ। ਸੰਗਰੂਰ ਦੇ ਵਿੱਚ ਟਰੱਕ ਦੇ ਨਾਲ ਕੋਈ ਟੱਕਰ ਹੋਈ ਆ ਜਿਸ 'ਚ 5 ਦੋਸਤ 5 ਜਿੰਦੇ ਸੜ ਗਏ ਜੀ। ਬਿਲਕੁਲ ਗਿੱਲ ਸਾਹਿਬ, ਬਹੁਤ ਮੰਦਭਾਗੀ ਘਟਨਾ ਇਹ ਹੋਈ ਹੈਗੀ, ਔਰ 5 ਹੀ ਪੜ੍ਹੇ ਲਿਖੇ ਸੀ, ਉਹਨਾਂ 'ਚ 2 ਡਾਕਟਰ ਸੀਗੇ, ਔਰ ਇਹ ਮੰਦਭਾਗੀ ਘਟਨਾ ਏਦਾਂ ਵਾਪਰੀ ਆ ਕਿ ਉਹ ਸਾਰੇ ਦੋਸਤ ਆਪਣੇ ਹੀ ਇੱਕ ਮਿੱਤਰ ਦੀ ਜਿਹੜੀ ਪਾਰਟੀ ਰੱਖੀ ਹੋਈ ਸੀਗੀ ਉਸ ਪਾਰਟੀ ਦੇ ਉੱਤੇ ਆਏ ਸੀਗੇ, ਔਰ ਪਾਰਟੀ ਤੋਂ ਵਾਪਸ ਮੁੜਨ ਲੱਗੇ ਸੀ। ਰਾਤ ਨੂੰ 12 ਵਜੇ ਦੇ ਲਗਭਗ ਇਹ ਘਟਨਾ ਜਿਹੜੀ ਉਹ ਵਾਪਰੀ ਹੈ ਕਿ ਸਿਵੀਆ ਕੋਲੇ ਜਿਹੜਾ ਨੈਸ਼ਨਲ ਹਾਈਵੇ ਆ ਉੱਥੇ ਟੀ ਪੁਆਇੰਟ ਪੈਂਦਾ ਗਿੱਲ ਸਾਹਿਬ, ਇੱਕ ਟੀ ਪੁਆਇੰਟ ਤੇ ਟਰੱਕ ਆ ਰਿਹਾ ਸੀ ਟੇਢੇ ਪਾਸਿਓਂ, ਇੱਧਰੋਂ ਕਾਰ ਆ ਰਹੀ ਸੀ, ਕਾਰ ਸਿੱਧੀ ਜਾ ਕੇ ਟਰੱਕ ਦੀ ਜਿਹੜੀ ਤੇਲ ਵਾਲੀ ਟੈਂਕੀ ਹੈ ਉਹਦੇ 'ਚ ਵੱਜੀ, ਔਰ ਨਾਲ ਦੀ ਨਾਲ ਟੈਂਕੀ ਫਟ ਗਈ, ਡੀਜ਼ਲ ਵਾਲੀ, ਧਮਾਕਾ ਹੋਇਆ, ਧਮਾਕੇ ਨਾਲ ਅੱਗ ਲੱਗ ਗਈ। ਅੱਗ ਦੇ ਵਿੱਚ 5 ਦੋਸਤ ਨੇ ਜਿਹੜੇ ਉਹ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ, ਔਰ ਉਹਨਾਂ ਜਿਉਂਦੇ ਜਿਹੜੇ ਉਹ ਸੜ ਗਏ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਔਰ ਇਹ ਸਾਰੇ ਦੋਸਤ ਨੇ ਜਿਹੜੇ ਉਹ ਮੋਗਾ ਦੇ ਦੱਸੇ ਜਾ ਰਹੇ ਨੇ, ਔਰ ਦਿੜਬਾ ਆਏ ਸੀਗੇ ਆਪਣੇ ਦੋਸਤ ਦੇ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਸੀ ਜਿਹਦੇ ਉੱਤੇ ਆਏ ਸੀਗੇ, ਔਰ ਰਾਤ ਨੂੰ 12 ਵਜੇ ਦੇ ਲਗਭਗ ਇਹ ਘਟਨਾਕ੍ਰਮ ਆ ਜਿਹੜਾ ਉਹ ਵਾਪਰਿਆ ਗਾ। ਮਰਨ ਵਾਲਿਆਂ ਦੇ ਵਿੱਚ 2 ਡਾਕਟਰ ਨੇ, ਡਾਕਟਰ ਬਲਵਿੰਦਰ ਸਿੰਘ ਤੇ ਡਾਕਟਰ ਕੁਲਤਾਰ ਸਿੰਘ, ਇੱਕ ਕੈਪਟਨ ਹੈ ਸੁਖਵਿੰਦਰ ਸਿੰਘ, ਔਰ ਸੁਰਿੰਦਰ ਸਿੰਘ ਤੇ ਚਮਕੌਰ ਸਿੰਘ। 5 ਜਾਣੇ ਸੀ ਗੱਡੀ 'ਚ, 5 ਜਾਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਆ ਜਿਹੜੀ ਉਹ ਅੱਗ ਦੇ ਵਿੱਚ ਝੁਲਸਣ ਕਰਕੇ ਹੋ ਗਈ। ਸੋ ਅੱਜ ਕੱਲ੍ਹ ਅੱਗ ਲੱਗਣ ਦੀਆਂ ਘਟਨਾਵਾਂ ਵੀ ਬੜੀਆਂ ਵਾਪਰ ਰਹੀਆਂ ਨੇ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਦੀਵਾਲੀ ਵਾਲੀ ਰਾਤ
ਹੁਸ਼ਿਆਰਪੁਰ ਦੇ ਵਿੱਚ ਇੱਕ ਵਕੀਲ ਤੇ ਉਹਨਾਂ ਦੀ ਅਸਿਸਟੈਂਟ ਦੀ ਮੌਤ ਵੀ ਹੈ ਜਿਹੜੀ ਉਹ ਗੱਡੀ ਦੀ ਅੱਗ ਲੱਗਣ ਦੇ ਨਾਲ ਉਹ ਹੋਈ ਹੈ। ਜੀ ਗਿੱਲ ਸਾਹਿਬ। ਅੱਛਾ, ਪ੍ਰਦੀਪ ਵਿਰਕ ਕਹਿੰਦਾ ਜਦ ਤੱਕ ਸੈਣੀ ਅੰਦਰ ਨਹੀਂ ਜਾਂਦਾ ਮੈਂ ਬਹਿਣਾ ਨਹੀਂ। ਬਹੁਤ ਉਸ ਤੇ ਗੱਲਾਂ ਹੋਈਆਂ, ਬਹੁਤ ਆਪਾਂ ਇਸ ਵਿਸ਼ੇ ਤੇ ਆਪਾਂ ਵੀ ਗੱਲਾਂ ਕੀਤੀਆਂ ਨੇ। ਕਦੇ ਲੱਗਦਾ ਕਿ ਤੋਲਾ ਤੇ ਕਦੇ ਮਾਸਾ, ਹੁਣ ਸੈਣੀ ਫੜਿਆ, ਹੁਣ ਸੈਣੀ ਫੜਿਆ। ਵੱਡੇ ਆ ਕੇ ਫੇਰ ਦਿੱਲੀ ਦੀਆਂ ਮਸ਼ੀਨਾਂ ਬਚਾ ਲੈਂਦੀਆਂ ਨੇ। ਕੀ ਕੇਸ ਆ ਹੁਣ, ਕਿੱਥੇ ਗੱਲ ਖੜੀ ਹੈ? ਜੀ ਗਿੱਲ ਸਾਹਿਬ, ਦੇਖੋ ਵਾਕਈ ਜਿਵੇਂ ਤੁਸੀਂ ਦੱਸਿਆ ਗਿਆ ਕਿ ਭਾਰਤੀ ਨਿਆਂ ਪ੍ਰਣਾਲੀ ਹੈ ਜਿਹੜੀ, ਉਹਦੇ 'ਚ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਕੋਲੇ ਪੈਸਾ ਹੈ ਉਹ ਵਕੀਲਾਂ ਦੀ ਫੌਜ ਖੜੀ ਕਰਕੇ ਸੁਪਰੀਮ ਕੋਰਟ ਤੱਕ ਪਹੁੰਚਦੇ ਨੇ। ਔਰ ਦੂਸਰੀ ਗੱਲ ਇਹ ਕਿ ਜਿਹਦੇ ਤੇ ਸੁਰੱਖਿਆ ਛਤਰੀ ਹਕੂਮਤ ਦੀ ਹੁੰਦੀ ਆ, ਉਹਨਾਂ ਲਈ ਵੀ ਸਾਰੇ ਦਰਵਾਜ਼ੇ ਨੇ ਜਿਹੜੇ ਉਹ ਖੁੱਲ੍ਹੇ ਰੱਖੇ ਜਾਂਦੇ ਨੇ। ਪਿਛਲੇ ਦਿਨਾਂ 'ਚ ਅਰਨਬ ਗੋਸਵਾਮੀ ਦਾ ਮਸਲਾ ਸਾਹਮਣੇ ਆਇਆ ਸੀ, ਰਿਪਬਲਿਕਨ ਟੀਵੀ ਦਾ ਜਿਹੜਾ ਐਡੀਟਰ ਹੈ। ਔਰ ਛੁੱਟੀ ਵਾਲੇ ਦਿਨ ਗੱਲ ਸਾਹਿਬ ਸੁਪਰੀਮ ਕੋਰਟ ਬੈਠਦੀ ਆ। ਛੁੱਟੀ ਵਾਲੇ ਦਿਨ ਸੁਪਰੀਮ ਕੋਰਟ ਦੇ ਵਿੱਚ ਬਾਕੀ ਸਾਰੇ ਕੇਸਾਂ ਨੂੰ ਪਿੱਛੇ ਧਰ ਕੇ ਉਹਦੇ ਕੇਸ ਦੀ ਸੁਣਵਾਈ ਹੁੰਦੀ ਹੈ, ਉਹਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ। ਔਰ ਜਦੋਂ ਕੁਨਾਲ ਕਾਮਰਾ ਉਸ ਵਿਸ਼ੇ ਦੇ ਉੱਤੇ ਬੋਲਿਆ ਤਾਂ ਉਹਦੇ ਤੇ ਪ੍ਰਸ਼ਾਂਤ ਭੂਸ਼ਣ ਦੀ ਤਰ੍ਹਾਂ ਅਦਾਲਤੀ ਮਾਣਹਾਨੀ ਦਾ ਕੇਸ ਚਲਾਉਣ ਦੀ ਗੱਲ ਆ ਜਿਹੜੀ ਉਹ ਤੁਰ ਪਈ। ਸੋ ਸਮੇਧ ਸਿੰਘ ਸੈਣੀ ਦਾ ਵੀ ਮਸਲਾ ਵੀ ਕੁਛ ਉਸੇ ਰੂਪ ਦਾ ਹੈ ਕਿ ਸਮੇਧ ਸਿੰਘ ਸੈਣੀ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲਗਾਤਾਰ ਇਹਦੇ ਕੇਸ ਦੀ ਸੁਣਵਾਈ ਹੈ ਜਿਹੜੀ ਉਹ ਚੱਲ ਰਹੀ ਹੈ। ਹੁਣ ਮੁਲਤਾਨੀ ਅਗਵਾ ਮਾਮਲੇ ਦੇ ਵਿੱਚ 1991 ਦੇ ਵਿੱਚ ਜਿਹੜਾ ਸਿਟਕੋ ਦਾ ਜੇਈ ਬਲਵੰਤ ਸਿੰਘ ਮੁਲਤਾਨੀ, ਉਸ ਨੂੰ ਕਿਡਨੈਪ ਕਰਨਾ, ਕਤਲ ਕਰਨਾ, ਸਬੂਤਾਂ ਨੂੰ ਮਿਟਾਉਣਾ, ਇਹ ਪੂਰੇ ਮਸਲੇ ਦਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਆ ਜ਼ਮਾਨਤ ਦੇ ਉੱਤੇ। ਔਰ ਫੈਸਲਾ ਅਦਾਲਤ ਨੇ ਰਾਖਵਾਂ ਰੱਖ ਲਿਆ। ਸੈਣੀ ਦਾ ਵਕੀਲ ਸਿਧਾਰਥ ਲੂਥਰਾ, ਉਹਨੇ ਪੰਜਾਬ ਸਰਕਾਰ ਦੇ ਵਕੀਲ ਸੀ ਜਿਹੜੇ ਮੁਕਲ ਰੋਹਤਗੀ, ਉਹਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਅਸ਼ੋਕ ਭੂਸ਼ਣ ਦੀ ਜਿਹੜੀ ਅਦਾਲਤ ਦੇ ਵਿੱਚ ਇਹ ਕੇਸ ਲੱਗਿਆ ਹੋਇਆ ਸੀ ਅੱਜ। ਤੋਂ ਸੁਪਰੀਮ ਕੋਰਟ ਨੇ 15 ਸਤੰਬਰ ਨੂੰ ਜਿਹੜਾ ਪਹਿਲਾਂ ਇਸ ਤੋਂ ਸੈਣੀ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਸੀ ਤੇ 4 ਹਫ਼ਤਿਆਂ ਲਈ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਹੈ ਜਿਹੜੀ ਉਹ ਅੱਗੇ ਪਾ ਦਿੱਤੀ ਸੀਗੀ। ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 7 ਸਤੰਬਰ ਨੂੰ ਸੈਣੀ ਦੀ ਅਗਾਊਂ ਜ਼ਮਾਨਤ ਦੀ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਸੀਗੀ। ਸੋ ਹੁਣ ਅੱਜ ਇਸ ਵਿਸ਼ੇ ਦੀ ਜਿਹੜੀ ਸੁਣਵਾਈ ਹੋਈ ਹੈ ਗਿੱਲ ਸਾਹਿਬ, ਦੋਨੇ ਪਾਸਿਆਂ ਦੀਆਂ ਜੱਜ ਸਾਹਿਬ ਨੇ ਵਕੀਲਾਂ ਦੀਆਂ ਜਿਹੜੀਆਂ ਦਲੀਲਾਂ ਨੇ ਉਹ ਸੁਣ ਲਈਆਂ ਨੇ। ਸੋ ਫੈਸਲਾ ਰਾਖਵਾਂ ਰੱਖ ਲਿਆ ਗਾ। ਫੈਸਲਾ ਜਲਦ ਇਸ ਵਿਸ਼ੇ ਦੇ ਉੱਤੇ ਸੁਣਾਇਆ ਜਾਊ। ਜੇ ਇਹਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੁੰਦੀ ਆ ਤਾਂ ਸਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਸੰਭਵ ਆ, ਕਿਉਂਕਿ ਸੁਪਰੀਮ ਕੋਰਟ ਤੋਂ ਜੇ ਇਹਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੁੰਦੀ ਹੈ ਤਾਂ ਇਹਦੇ ਕੋਲੇ ਕੋਈ ਬਦਲ ਨਹੀਂ ਬਚਣਾ। ਪਰ ਜੇਕਰ ਇਹਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੰਨ ਲਈ ਜਾਂਦੀ ਆ ਤਾਂ ਫਿਰ ਕੁਝ ਸਮੇਂ ਦੇ ਲਈ ਹੋਰ ਜਿਹੜਾ ਅਦਾਲਤ ਦੇ ਵਿੱਚ ਉਹ ਇਸ ਕੇਸ ਦੀ ਪੈਰਵਾਈ ਕਰਨੀ ਪਵੇਗੀ। ਜੀ, ਦਿੱਲੀ ਵੱਲ ਨੂੰ ਕੂਚ ਦੀਆਂ ਤਿਆਰੀਆਂ ਕਿਵੇਂ ਹੋ ਰਹੀਆਂ ਨੇ? ਹਰਿਆਣਾ ਕਿਵੇਂ ਟੱਪਣ ਦੇਣਗੇ? ਧੱਕਾ ਵੀ ਕਰਨਗੇ ਮੈਨੂੰ ਲੱਗਦਾ। ਵਾਕਈ ਗੱਲ ਸਾਹਿਬ, ਪੰਜਾਬ ਦੇ ਕਿਸਾਨਾਂ ਦੇ ਵੱਲੋਂ ਹੁਣ ਪਿੰਡਾਂ ਦੇ ਵਿੱਚ ਦਿੱਲੀ ਕੂਚ ਦੀਆਂ ਤਿਆਰੀਆਂ ਹੋ ਰਹੀਆਂ। ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ 'ਚ ਬੇਨਤੀਆਂ ਬੋਲੀਆਂ ਜਾ ਰਹੀਆਂ, ਲੰਗਰ ਇਕੱਠੇ ਕੀਤੇ ਜਾ ਰਹੇ ਨੇ। ਕਿਸਾਨਾਂ ਨੇ ਘੱਟੋ ਘੱਟ ਕਹਿੰਦੇ ਮਹੀਨੇ ਦਾ ਲੰਗਰ ਲੈ ਕੇ ਤੁਰਨਾ ਹੈ। ਉਦੋਂ ਬਾਅਦ ਦੇਖਾਂਗੇ ਫਿਰ ਪਿੱਛੋਂ ਦੁਬਾਰੇ ਆਜੂ ਲੰਗਰ। ਦਾਲਾਂ ਇਕੱਠੀਆਂ ਕਰ ਲਈਆਂ ਗਿੱਲ ਸਾਹਿਬ, ਆਟੇ ਦੀਆਂ ਬੋਰੀਆਂ ਦੇ ਮੂੰਹ ਸਿਉਲੇ ਕਿਸਾਨਾਂ ਨੇ ਕਿ ਹੁਣ ਜਾ ਕੇ ਹਰਿਆਣੇ ਦੇ ਬਾਰਡਰ ਤੇ ਹੀ ਖੋਲਾਂਗੇ। ਪ੍ਰਾਂਤਾਂ ਧਰ ਲਈਆਂ, ਨਾਲ ਗੈਸ ਤੇ ਚੁੱਲ੍ਹੇ ਧਰ ਲਏ ਟਰਾਲੀਆਂ ਦੇ ਵਿੱਚ। ਟਰਾਲੀਆਂ ਨੂੰ ਇਸ ਹਿਸਾਬ ਨਾਲ ਬਣਾ ਲਿਆ ਕਿਉਂਕਿ ਠੰਡ ਵੀ ਬਹੁਤ ਪੈਂਦੀ ਹੈ ਇਹਨਾਂ ਦਿਨਾਂ 'ਚ। ਦਸੰਬਰ ਦਾ ਮਹੀਨਾ ਮੂਹਰੇ ਆਉਂਦਾ ਔਰ ਇਹਨਾਂ ਦਿਨਾਂ ਦੇ ਵਿੱਚ ਠੰਡ ਤੋਂ ਟਰਾਲੀਆਂ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈਗਾ, ਉੱਤੇ ਪਰਦੇ ਪਾ ਕੇ, ਤਾਂ ਕਿ ਠੰਡ ਤੋਂ ਵੀ ਬਚਾ ਰਹੇ। ਤਾਂ ਹੁਣ ਗਿੱਲ ਸਾਹਿਬ 26-27 ਨਵੰਬਰ ਨੂੰ ਕੂਚ ਕਰਨਾ ਹੈ ਦਿੱਲੀ ਵਾਲੇ ਪਾਸੇ ਨੂੰ। ਉਦੋਂ ਪਹਿਲਾਂ ਕੇਂਦਰ ਸਰਕਾਰ ਦੀ ਤਰਫੋਂ ਬੁਲਾਵਾ ਆ ਸਕਦਾ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੁਛ ਆਗੂ ਇਹਨਾਂ ਦਿਨਾਂ 'ਚ ਲੱਗੇ ਹੋਏ ਨੇ, ਜਿਹਨਾਂ 'ਚ ਸਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਪ੍ਰਮੁੱਖ ਨੇ। ਹੁਣ ਇਹਨਾਂ 'ਚ ਇਹ ਵੀ ਹੋੜ ਲੱਗੀ ਹੋਈ ਆ ਬੀਜੇਪੀ ਦੇ ਆਗੂਆਂ 'ਚ ਕਿ ਅਸੀਂ ਜਾ ਕੇ, ਕਿਉਂਕਿ ਦਿੱਲੀ ਜਾ ਕੇ ਇਹਨਾਂ ਨੇ ਇਹ ਵੀ ਕਿਹਾ ਵੀ ਪੰਜਾਬ 'ਚ ਤੁਹਾਨੂੰ ਸਹੀ ਰਿਪੋਰਟ ਨਹੀਂ ਆ ਰਹੀ। ਜਿਆਣੀ ਨੇ ਇੱਥੋਂ ਤੱਕ ਕਿਹਾ, ਕਹਿੰਦਾ ਚਾਪਲੂਸ ਕਿਸਮ ਦੇ ਲੋਕ ਨੇ, ਕਹਿੰਦਾ ਸਾਡੀ ਭਾਜਪਾ 'ਚ ਕੁਛ ਪੰਜਾਬ ਦੇ, ਕਹਿੰਦਾ ਉਹ ਕੇਂਦਰ ਨੂੰ ਜਾ ਕੇ ਕਹਿੰਦੇ ਨੇ ਵੀ ਸਾਰੇ ਆਪਣੇ ਨਾਲ ਹੀ ਨੇ ਜੀ, ਇਹ ਤਾਂ ਕੁਛ ਕੁ ਲੋਕ ਨੇ। ਕਹਿੰਦਾ ਅਸੀਂ ਜਾ ਕੇ ਦੱਸਿਆ ਵੀ ਉਹ ਤਾਂ ਬੜਨਾ ਦੁੱਬਰ ਕੀਤਾ ਪਿਆ, 117 ਸੀਟਾਂ ਤੁਸੀਂ ਕਿੱਥੋਂ ਜਿੱਤ ਲਓਗੇ। ਉਧਰੋਂ ਤਰੁਣ ਚੁੱਘ ਦਾ ਅੱਜ ਵੀ ਬਿਆਨ ਆ ਰਿਹਾ, ਕਹਿੰਦਾ ਅਸੀਂ 117 ਤੇ ਚੋਣ ਲੜਾਂਗੇ, 117 ਦੀਆਂ 117 ਜਿੱਤਾਂਗੇ। ਪੰਜਾਬ ਦੇ ਕਿਸਾਨ ਕਹਿੰਦੇ ਤੁਸੀਂ ਮਹੀਨਾ ਖੜੋ, ਤੁਹਾਡੇ ਕੋਲ 117 ਬੰਦੇ ਖੜੇ ਰਹਿ ਗਏ ਤਾਂ ਦੱਸ ਦਿਓ। ਜਿੰਨੇ ਗਿੱਲ ਸਾਹਿਬ ਇਹਨਾਂ ਦੇ ਕਿਸਾਨ ਫਰੰਟ ਦੇ ਲਾਏ ਸੀ, ਕਿਸਾਨ ਫਰੰਟ ਦਾ ਜਿਹੜਾ ਇੰਚਾਰਜ ਲਾਇਆ ਸੀ ਉਹ ਛੱਡ ਗਿਆ। ਜਿੰਨੇ ਕਿਸਾਨ ਫਰੰਟ ਦੇ ਉੱਤੇ ਆਗੂ ਲਾਏ ਸੀ, ਜਿਹੜੇ ਬੈਕਗਰਾਊਂਡ ਜਿਹਨਾਂ ਦੀ ਕਿਸਾਨੀ ਹੈ, ਜਿਹੜੇ ਕਿਸਾਨੀ ਬੈਕਗਰਾਊਂਡ ਦੇ ਭਾਜਪਾ ਸੀ, ਉਹ ਮੋਸਟਲੀ
ਛੱਡ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ। ਇਹੀ ਗੱਲ ਆ ਜਿਹੜੀ ਉਹ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੱਕ ਪਹੁੰਚੀ ਹੈ, ਇਹੀ ਪਿਊਸ਼ ਗੋਇਲ ਤੱਕ ਪਹੁੰਚੀ ਹੈ ਕਿ ਹੁਣ ਕਿਸਾਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹਦਾ ਸਿਲਸਿਲਾ ਚਲਾਇਆ ਜਾਵੇ। ਹੁਣ ਗਿੱਲ ਸਾਹਿਬ ਇਹ ਮਸਲਾ ਵੀ ਵੱਡਾ ਬਣ ਗਿਆ ਕਿਉਂਕਿ ਹੁਣ ਭਾਰਤ ਪੱਧਰ ਦੀਆਂ 500 ਜਥੇਬੰਦੀਆਂ ਤੱਕ ਗੱਲ ਵਗ ਗਈ। ਹੁਣ ਇਹ ਇੱਥੋਂ ਤੱਕ ਤਾਂ ਪਹੁੰਚ ਰਹੇ ਆ, ਮੈਨੂੰ ਪਤਾ ਲੱਗਿਆ ਕਿ 21-22 ਨਵੰਬਰ ਦੇ ਨੇੜੇ 26-27 ਤੋਂ ਪਹਿਲਾਂ ਇਹ ਗੱਲਬਾਤ ਕਰਨ ਨੂੰ ਫਿਰਦੀ ਆ ਕੇਂਦਰ ਸਰਕਾਰ ਪੰਜਾਬ ਵਾਲੀਆਂ ਕਿਸਾਨ ਜਥੇਬੰਦੀਆਂ ਨਾਲ ਕਿ ਪੰਜਾਬ ਵਾਲਿਆਂ ਨੂੰ MSP ਦੇਣ ਬਾਰੇ ਸੋਚ ਰਹੇ ਨੇ। ਪਰ ਹੁਣ ਕੱਲੇ ਪੰਜਾਬ ਦਾ ਮਸਲਾ ਨਹੀਂ ਰਿਹਾ, ਹੁਣ 500 ਜਥੇਬੰਦੀਆਂ ਦਾ ਮਸਲਾ ਹੋ ਗਿਆ, ਹੁਣ ਭਾਰਤ ਦਾ ਮਸਲਾ ਹੋ ਗਿਆ। ਹੁਣ ਇਹਨਾਂ ਨੇ ਕਹਿਣਾ ਕਿ MSP ਜੇ ਦੇਣੀ ਵੀ ਆ ਤਾਂ ਪੂਰੇ ਭਾਰਤ ਵਾਸੀਆਂ ਨੂੰ ਦਿਓ। ਅਗਲੀ ਗੱਲ ਇਹ ਕਿ ਰੇਲ ਗੱਡੀਆਂ ਨਾ ਚਲਾਉਣ ਦੇ ਕਰਕੇ ਜਿਹੜਾ ਪੰਜਾਬ 'ਚ ਦੇਖੋ ਬਲੈਕ ਆਊਟ ਹੁੰਦਾ ਪੰਜਾਬ ਬਚਿਆ। ਨੈਸ਼ਨਲ ਗ੍ਰਿਡ ਤੋਂ ਅਜੇ ਬਿਜਲੀ ਪੰਜਾਬ ਖਰੀਦ ਰਿਹਾ, ਪੰਜਾਬ ਦੇ ਜਿੰਨੇ ਥਰਮਲ ਨੇ ਉਹ ਬੰਦ ਨੇ। ਰੇਲ ਗੱਡੀਆਂ ਨਹੀਂ ਚੱਲ ਰਹੀਆਂ, ਖਾਦ ਨਹੀਂ ਪਹੁੰਚ ਰਹੀ, DAP ਨਹੀਂ ਪਹੁੰਚ ਰਹੀ, ਯੂਰੀਆ ਨਹੀਂ ਪਹੁੰਚ ਰਿਹਾ। ਯੂਰੀਆ ਦੀ ਬਹੁਤ ਕਿੱਲਤ ਪੰਜਾਬ 'ਚ ਖੜੀ ਹੈ। ਕਿਸਾਨਾਂ ਨੇ ਹਰੇ ਚਾਰੇ ਨੂੰ ਬਰਸੀਨਾ ਨਹੀਂ ਗਿੱਲ ਸਾਹਿਬ ਉੱਠ ਰਹੀਆਂ, ਯੂਰੀਆ ਤੋਂ ਬਿਨਾਂ ਯੂਰੀਆ ਮਿਲ ਨਹੀਂ ਰਿਹਾ। ਪਰ ਜਿੰਨਾ ਪੰਜਾਬ ਦੇ ਲੋਕਾਂ ਨੂੰ ਔਖਾ ਹੋਇਆ ਉਦੋਂ ਵੱਧ ਔਖਾ ਇਹਨਾਂ ਦਾ ਲੇਹ ਲਦਾਖ 'ਚ ਹੋਇਆ ਪਿਆ। ਕੋਈ ਟ੍ਰੇਨ ਨਹੀਂ ਜਾ ਰਹੀ ਜੰਮੂ ਕਸ਼ਮੀਰ ਨੂੰ ਕਿਉਂਕਿ ਪੰਜਾਬ 'ਚ ਮਾਲ ਗੱਡੀਆਂ ਬੰਦ ਨੇ ਔਰ ਟ੍ਰੇਨਾਂ ਉੱਥੇ ਜਾ ਨਹੀਂ ਰਹੀਆਂ। ਇਹ ਪਹਿਲਾਂ ਜਿਹੜਾ ਸੜਕੀ ਰਸਤੇ ਫੌਜੀ ਸਾਜੋ ਸਮਾਨ ਜਾਂ ਫੌਜੀ ਰਸ਼ਦ ਪਹੁੰਚਾ ਰਹੇ ਸੀ ਉਹ ਵੀ ਹੁਣ ਬਰਫ਼ਬਾਰੀ ਕਰਕੇ ਸੜਕਾਂ ਬੰਦ ਹੋ ਰਹੀਆਂ ਨੇ। ਸੋ ਇਸ ਕਰਕੇ ਕੇਂਦਰ ਸਰਕਾਰ ਦੀਆਂ ਦਿੱਕਤਾਂ ਵੱਧ ਰਹੀਆਂ ਨੇ। ਪੰਜਾਬ ਦਾ ਕਿਸਾਨ ਅੰਦੋਲਨ ਜਿਹੜਾ ਇਹਨਾਂ ਨੂੰ ਪਹਿਲਾਂ ਦਿਸਦਾ ਨਹੀਂ ਸੀ, ਹੁਣ ਦਿਸਣ ਲੱਗ ਗਿਆ। ਹੁਣ ਭਾਰਤੀ ਜਨਤਾ ਪਾਰਟੀ ਇਸ ਗੱਲ ਤੋਂ ਤਰਹਿੰਦੀ ਆ ਗਈ ਕਿ ਜੇ ਕਿਸਾਨ 26-27 ਨੂੰ ਦਿੱਲੀ ਨੂੰ ਆ ਗਏ ਕਿੱਥੇ ਕਿੱਥੇ ਰੋਕਣਗੇ। ਚਾਰੇ ਪਾਸਿਓਂ ਹਰਿਆਣੇ ਤੋਂ ਧੱਕਾ ਪੈਣਾ, ਉਧਰੋਂ ਹਰਿਆਣੇ ਵਾਲੇ ਵੀ ਪੰਜਾਬ ਵਾਲੇ ਪਾਸੇ ਨੂੰ ਆ ਸਕਦੇ ਨੇ ਕਿਉਂਕਿ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਕਮਰ ਕਸੇ ਹੋਏ ਨੇ। ਭਾਜਪਾ ਚਾਹੇ ਇਹਨਾਂ ਦਿਨ ਜਿਮਣੀ ਚੋਣਾਂ 'ਚ ਗਿੱਲ ਸਾਹਿਬ ਪਿਛਲੇ ਜਿਹੜੀਆਂ ਹੋਈਆਂ ਬਿਹਾਰ 'ਚ ਵੀ ਸਰਕਾਰ ਬਣਾ ਕੇ ਜਿਮਣੀ ਚੋਣਾਂ 'ਚ ਵੀ ਜਿੱਤ ਗਿਆ, ਪਰ ਬਿਹਾਰ 'ਚ ਇੱਕੋ ਹੀ ਸੀਟ ਲਈ ਜਿਮਣੀ ਚੋਣ ਹੋਈ ਆ, ਉੱਥੇ ਹੀ ਭਾਜਪਾ ਹਾਰੀ ਆ। ਤੇ ਇਹਦੇ ਤੋਂ ਇਹਨਾਂ ਨੂੰ ਇਹ ਵੀ ਅੰਦੇਸ਼ਾ ਹੋ ਗਿਆ ਪੰਜਾਬ ਤੇ ਹਰਿਆਣਾ ਗਾ ਜਿਹੜਾ ਉੱਥੇ ਤਾਂ ਭਾਰਤੀ ਜਨਤਾ ਪਾਰਟੀ ਦੇ ਪੱਬ ਨਹੀਂ ਲੱਗਣੇ ਤੇ ਜੇ ਦਿੱਲੀ ਆ ਗਏ ਤਾਂ ਫਿਰ ਦਿੱਲੀੋਂ ਮੁੜਨਾ ਨਹੀਂ ਕਿਉਂਕਿ ਜਦੋਂ ਵੀ ਪੰਜਾਬੀ ਦਿੱਲੀ ਵਾਲੇ ਪਾਸੇ ਨੂੰ ਕੂਚ ਕੀਤੇ ਨੇ ਤੇ ਫਿਰ ਦਿੱਲੀ ਜਿੱਤ ਕੇ ਹੀ ਮੁੜੇ ਨੇ। ਜੀ ਅਖੀਰ ਦੇ ਵਿੱਚ ਬਰਾਕ ਓਬਾਮਾ ਦੀ ਕਿਤਾਬ ਕਿਉਂ ਤੰਗ ਕਰ ਰਹੀ ਹੈ? ਹਲੇ ਆਉਣੀ ਆ ਉਹ ਭਾਰਤ 'ਚ ਉਹਦੇ ਬਹੁਤ ਗੱਲਾਂ ਹੋ ਰਹੀਆਂ, ਸਾਡੇ ਇੱਥੇ ਹੋ ਨਹੀਂ ਰਹੀਆਂ, ਰੌਲਾ ਕੀ ਹੈ? ਜੀ ਗਿੱਲ ਸਾਹਿਬ ਦੇਖੋ ਬਰਾਕ ਓਬਾਮਾ ਦੀ ਜਿਹੜੀ ਕਿਤਾਬ ਰਿਲੀਜ਼ ਹੋ ਰਹੀ ਆ ਉਹ ਭਲਕੇ ਰਿਲੀਜ਼ ਹੋਣੀ ਹੈਗੀ, ਲੇਕਿਨ ਉਸ ਤੋਂ ਪਹਿਲਾਂ ਹੀ ਉਸ ਕਿਤਾਬ ਦਾ ਜਿਹੜਾ ਜ਼ਿਕਰ ਹੈ ਉਹ ਪੰਜਾਬ ਦੇ ਵਿੱਚ ਬਹੁਤ ਹੋ ਰਿਹਾ। ਪੰਜਾਬ ਦੇ ਕਈ ਲੋਕਾਂ ਨੂੰ ਤਾਂ ਤਰੇਲੀਆਂ ਲਿਆਂਦੀਆਂ ਪਈਆਂ ਬਰਾਕ ਓਬਾਮਾ ਦੀ ਕਿਤਾਬ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਰਾਕ ਓਬਾਮਾ ਦੀ ਜਿਹੜੀ ਕਿਤਾਬ ਆ ਉਹਦੇ ਵਿੱਚ ਉਹਨੇ ਰਾਹੁਲ ਗਾਂਧੀ ਬਾਰੇ ਜਿਹੜੀ ਕਮੈਂਟ ਕੀਤਾ ਉਹਦੇ 'ਚ ਤਾਂ ਕੀਤਾ ਕਿ ਰਾਹੁਲ ਗਾਂਧੀ ਤਾਂ ਯੋਗ ਨਹੀਂ ਹੈ, ਉਹਦੇ 'ਚ ਐਨਰਜੀ ਨਹੀਂ ਹੈ, ਉਵੇਂ ਐਨਰਜੈਟਿਕ ਨਹੀਂ ਹੈ, ਇੱਕ ਅਜਿਹਾ ਸਟੂਡੈਂਟ ਦੀ ਤਰ੍ਹਾਂ ਜਿਹਨੇ ਵਰਕ ਤਾਂ ਕੀਤਾ ਹੋਇਆ ਪਰ ਟੀਚਰ ਨੂੰ ਜਿਹੜਾ ਉਹ ਬਹਿਲਾਉਣ ਵਾਲੇ ਪਾਸੇ ਨੂੰ ਹੈ। ਉਸ ਤੋਂ ਬਿਨਾਂ ਜਿਹੜਾ ਮਨਮੋਹਨ ਸਿੰਘ ਬਾਰੇ ਵੀ ਕਮੈਂਟ ਕੀਤਾ, ਸੋਨੀਆ ਗਾਂਧੀ ਬਾਰੇ ਵੀ ਉਹਨੇ ਕਮੈਂਟ ਕੀਤਾ। ਹੁਣ ਇਸ ਵਿਸ਼ੇ ਦੇ ਉੱਤੇ ਸ਼ਸ਼ੀ ਥਰੂਰ ਦਾ ਗਿੱਲ ਸਾਹਿਬ ਬਿਆਨ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਦੇਖੋ ਸਾਡਾ ਜ਼ਿਕਰ ਤਾਂ ਕੀਤਾ, ਕਹਿੰਦਾ 902 ਪੇਜ ਤੇ ਨਰਿੰਦਰ ਮੋਦੀ ਦਾ ਕਿਤਾਬ 'ਚ ਜ਼ਿਕਰ ਹੀ ਨਹੀਂ ਕੀਤਾ। ਸੋ ਇਸ ਕਰਕੇ ਖੁਸ਼ ਹੋਇਆ ਪਿਆ ਵੀ ਰਾਹੁਲ ਗਾਂਧੀ ਦਾ ਜ਼ਿਕਰ ਤਾਂ ਕਰਤਾ, ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦਾ ਜ਼ਿਕਰ ਤਾਂ ਕਰਤਾ, ਪਰ ਨਰਿੰਦਰ ਮੋਦੀ ਦਾ ਕਹਿੰਦਾ ਸਾਰੀ ਕਿਤਾਬ 'ਚ ਜ਼ਿਕਰ ਹੀ ਨਹੀਂ ਹੈ। ਸੋ ਹੁਣ ਇਸ ਵਿਸ਼ੇ ਦੇ ਉੱਤੇ ਗਿੱਲ ਸਾਹਿਬ ਇਹ ਮਸਲਾ ਇਕੱਲਾ ਗਾਂਧੀ ਪਰਿਵਾਰ ਤੱਕ ਨਹੀਂ ਰੁਕਿਆ। ਓਬਾਮਾ ਹੋਰਾਂ ਦੀ ਕਿਤਾਬ ਦੇ ਵਿੱਚ ਜਿਹੜੇ ਉਹਦੇ ਰਿਵਿਊ ਛਪ ਰਹੇ ਨੇ ਕਿਤਾਬ ਦੇ, ਉਹਦੇ ਵਿੱਚ ਓਬਾਮਾ ਨੇ ਇਹ ਵੀ ਕਿਹਾ ਕਿ ਭਾਰਤ 'ਚ ਲੱਖਾਂ ਲੋਕ ਭੁੱਖੇ ਸੌਂਦੇ ਨੇ ਪਰ ਉੱਥੋਂ ਦੇ ਉਦਯੋਗਪਤੀ ਨੇ ਜਿਹੜੇ ਉਹ ਠਾਠ ਬਾਠ ਦੇ ਨਾਲ ਜਿਉਂਦੇ ਨੇ ਤੇ ਬਾਦਸ਼ਾਹਾਂ ਤੇ ਨਵਾਬਾਂ ਨੂੰ ਵੀ ਉਹ ਪਛਾੜ ਰਹੇ ਨੇ। ਉਹਨੇ ਇਹ ਵੀ ਕਿਹਾ ਕਿ ਜਾਤਾਂ ਪਾਤਾਂ ਭਾਰਤ ਦੇ ਵਿੱਚ ਮੌਜੂਦ ਨੇ ਔਰ ਭਾਰਤੀ ਸਿਆਸਤ ਦੇ ਬਾਰੇ ਵੀ ਉਹ ਗੱਲ ਕਰ ਰਿਹਾ ਔਰ BJP ਦੀ ਵੀ ਗੱਲ ਵੀ ਕਰ ਰਿਹਾ ਕਿ ਜਿਹੜਾ ਹਿੰਦੂ ਰਾਸ਼ਟਰਵਾਦ ਹੈ ਉਹ ਭਾਰਤ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਮਨਮੋਹਨ ਸਿੰਘ ਦੇ ਹਵਾਲੇ ਦੇ ਨਾਲ ਬਰਾਕ ਓਬਾਮਾ ਆਪਣੀ ਕਿਤਾਬ ਦੇ ਵਿੱਚ ਇਹਦਾ ਜ਼ਿਕਰ ਵੀ ਜਿਹੜਾ ਉਹ ਕਰਤਾ ਗਾ। ਬਰਾਕ ਓਬਾਮਾ ਨੇ ਕਿਤਾਬ ਦੇ ਵਿੱਚ ਲਿਖਿਆ ਹੋਇਆ ਗਾ ਕਿ ਜਿਹੜੇ ਉਦਯੋਗਪਤੀਆਂ ਦੇ ਠਾਠ ਬਾਠ ਨੇ ਉਹ ਬਾਦਸ਼ਾਹਾਂ ਤੇ ਮੁਗਲਾਂ ਨੂੰ ਵੀ ਪਛਾੜ ਰਹੇ ਨੇ ਜਦ ਕਿ ਦੇਸ਼ ਦੇ ਲੱਖਾਂ ਲੋਕ ਬੇਘਰ ਨੇ। ਔਰ ਉਹਨੇ ਆਪਦੀ ਜਿਹੜੀ ਉਹਦੀ ਕਿਤਾਬ ਕੱਲ ਨੂੰ ਰਿਲੀਜ਼ ਹੋਣੀ ਹੈ ਅਮਰੀਕਾ ਦੇ ਵਿੱਚ, ਦੀ ਪ੍ਰੋਮਿਸਡ ਲੈਂਡ, ਉਹਦੇ ਵਿੱਚ ਇਹ ਵੀ ਲਿਖਦਾ ਹੈ ਕਿ ਦੇਸ਼ ਭਰ 'ਚ ਲੱਖਾਂ ਲੋਕ ਭਾਰਤ ਦੇ ਵਿੱਚ ਗੰਦਗੀ ਤੇ ਭੁੱਖਮਰੀ ਦਾ ਸ਼ਿਕਾਰ ਨੇ ਪਰ ਫਿਰ ਵੀ ਸਨਅਤਕਾਰ ਨੇ ਜਿਹੜੇ ਉਹ ਆਲੀਸ਼ਾਨ ਬੰਗਲਿਆਂ ਦੇ ਵਿੱਚ ਆਲੀਸ਼ਾਨ ਜ਼ਿੰਦਗੀ ਜਿਉ ਰਹੇ ਨੇ। ਸੋ ਕੁੱਲ ਮਿਲਾ ਕੇ ਗਿੱਲ ਸਾਹਿਬ ਮੈਂ ਇਹ ਕਹਿ ਸਕਦਾ ਕਿ ਬਰਾਕ ਓਬਾਮਾ ਦੀ ਜਿਹੜੀ ਕਿਤਾਬ ਆ ਰਹੀ ਆ ਸ਼ਾਇਦ ਉਹਦੀ ਚਰਚਾ ਅਮਰੀਕਾ 'ਚ ਉਨੀ ਨਾ ਹੋਵੇ ਜਿੰਨੀ ਭਾਰਤ 'ਚ ਹੋ ਰਹੀ ਆ।
ਸ਼ਾਇਦ ਅਮਰੀਕਾ ਦੇ ਵਿੱਚ ਉਹ ਕਿਤਾਬ ਉਨੀ ਨਾ ਵਿਕੇ ਜਿੰਨੀ ਭਾਰਤ 'ਚ ਵਿਕਣੀ ਹੈ, ਕਿਉਂਕਿ ਜਿੱਥੇ ਉਹ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਨੇ, ਜਾਤਾਂ ਪਾਤਾਂ ਦੀ ਗੱਲ ਕਰਦੇ ਨੇ, ਇੱਥੋਂ ਦੇ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਦੇ ਖਿਲਾਫ ਗੱਲ ਕਰਦੇ ਨੇ, ਰਾਹੁਲ ਗਾਂਧੀ ਦਾ ਜੋ ਉਹਨਾਂ ਨੇ ਜ਼ਿਕਰ ਕੀਤਾ, ਉਹਦੇ ਕਰਕੇ ਕਾਫੀ ਮਕਬੂਲੀਅਤ ਇਸ ਕਿਤਾਬ ਨੂੰ ਭਾਰਤ ਦੇ ਵਿੱਚ ਮਿਲ ਸਕਦੀ ਆ। ਜੀ ਗਿੱਲ ਸਾਹਿਬ, ਕਿਸਮਤ ਵੀ ਬਹੁਤ ਵੱਡੀ, ਕਿਹੋ ਜਿਹੇ ਪਰਿਵਾਰ 'ਚ ਜਨਮਿਆ, ਇਕੱਲੀ ਮਾਂ ਨੇ ਪਾਲਿਆ। ਮਾਂ ਸਵੇਰੇ ਬਰਾਕ ਨੂੰ ਤੇ ਉਹਦੀ ਭੈਣ ਨੂੰ ਲੈ ਕੇ ਜਾਂਦੀ, ਸਫਾਈਆਂ ਕਰਦੀ ਰੈਸਟੋਰੈਂਟ 'ਚ, ਤੇ ਰੈਸਟੋਰੈਂਟ ਦੇ ਇੱਕ ਟੇਬਲ 'ਤੇ ਬੈਠ ਕੇ ਪੜ੍ਹਦੇ, ਤੇ ਫਿਰ ਮੁੜ ਕੇ ਬੰਦਾ ਓਵਲ ਆਫਿਸ ਦੇ ਵਿੱਚ ਗਿਆ। ਇਹ ਜਿਹੜੇ ਮੁਕੱਦਰ ਨੇ, ਜਿਹੜੀਆਂ ਕਿਸਮਤ ਦੇ ਵਿੱਚ ਚੀਜ਼ਾਂ ਲਿਖੀਆਂ ਉਹ ਹੋ ਕੇ ਰਹਿੰਦੀਆਂ। ਬਰਾਕ ਓਬਾਮਾ ਵਰਗੀ ਸ਼ਖਸੀਅਤ ਵੀ ਸਦੀਆਂ ਬਾਅਦ ਪੈਦਾ ਹੁੰਦੀ ਹੈ। ਨਵਕਿਰਨ, ਧੰਨਵਾਦ ਬਹੁਤ ਬਹੁਤ, ਤੇ ਕੱਲ੍ਹ ਨੂੰ 9:20 ਤੇ ਸਵੇਰੇ ਫਿਰ ਗੱਲਬਾਤ ਹੋਏਗੀ। ਜਿਉਂਦੇ ਵਸਦੇ ਰਹੋ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ। 9:20 ਹੁੰਦੇ ਨੇ, ਪਰ 11:45 ਪੰਜਾਬ ਦੇ ਸਵੇਰ ਦੇ ਰਾਤ ਦੇ ਵੱਜੇ ਹੁੰਦੇ ਨੇ। ਪਰ ਜਵੇ ਨਾਲ ਖੜ ਕੇ ਗੱਲ ਕਰਨ ਵਾਲੇ ਇਹੋ ਜਿਹੇ ਪੱਤਰਕਾਰਾਂ ਨੂੰ ਸਤਿਕਾਰ ਹੈ। ਨਵਕਿਰਨ ਪੱਤੀ, ਉਹਨਾਂ ਨਾਲ ਕੱਲ੍ਹ ਨੂੰ ਫੇਰ ਗੱਲਬਾਤ ਪੰਜਾਬ ਦੇ ਚਰੋਖੇ 'ਚੋਂ। ਅਤੇ ਨਵਕਿਰਨ ਦੀ ਜਿਹੜੀ ਸੈਗਮੈਂਟ ਆ ਤੁਸੀਂ ਸਪੋਂਸਰ ਕਰ ਸਕਦੇ ਹੋ, ਖਾਸ ਤੌਰ 'ਤੇ ਹਰਜੀਤ ਸਿੰਘ ਗਿੱਲ ਸ਼ੋਅ ਲਈ। ਕੋਈ ਵੀ ਬਿਜ਼ਨਸ ਵਾਲਾ ਜਾਂ ਕਈ ਵਾਰ ਕੋਈ ਪਰਸਨੈਲਿਟੀ ਹੁੰਦੀ ਜਿਹੜੀ ਭਾਈਚਾਰੇ ਲਈ ਕੰਮ ਕਰਦੀ ਆ, ਉਹ ਵੀ ਕਰ ਸਕਦੇ ਹੋ। 604 204 0600 ਇਸ ਨੰਬਰ 'ਤੇ, ਜਾਂ ਮੈਨੂੰ ਸਿੱਧਾ 604 729 1224 'ਤੇ ਗੱਲਬਾਤ ਕਰ ਸਕਦੇ ਹੋ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਗੱਲਬਾਤ ਕਰਦੇ। ਇਸ ਹਿੱਸੇ 'ਚ ਮੈਂ ਤੁਹਾਡੇ ਨਾਲ ਕੁਝ ਸਮਾਂ ਗੱਲਬਾਤ ਕਰਨੀ ਚਾਹੁੰਦਾ ਹਾਂ ਵੀ ਪੰਜਾਬ ਦੇ ਵਿੱਚ ਉਸ ਖਿੱਤੇ ਦੀਆਂ ਲੈ ਕੇ ਦਰਾ ਖੈਬਰ ਤੋਂ ਤਾਂ ਯਮਨਾ ਤੱਕ ਦੇ ਵਿੱਚ, ਜੇ ਪਿਛਲੇ ਗੁਰੂ ਕਾਲ ਤੋਂ ਲੈ ਕੇ 1708 ਤੋਂ ਲੈ ਕੇ ਹੁਣ ਤੱਕ ਦੇ 320 10-15 ਸਾਲਾਂ ਦੀ ਗੱਲ ਕਰੀਏ, ਉਸ ਖਿੱਤੇ ਦੇ ਵਿੱਚੋਂ ਜਦ ਵੀ ਸੰਘਰਸ਼ ਕੋਈ ਉੱਠਿਆ ਤਾਂ ਉਸ ਖਿੱਤੇ ਦੇ ਵਿੱਚੋਂ ਹੀ ਉੱਠਿਆ। ਹੁਣ ਜੇ ਦੇਖਿਆ ਜਾਵੇ ਸਾਰੇ ਭਾਰਤ 'ਚ ਕਿਰਸਾਨੀ ਹੈ, ਸਾਰੇ ਭਾਰਤ ਲਈ ਉਹ ਬਿੱਲ ਨੇ। ਹੁਣ ਰੇੜਕਾ ਜਿਹੜਾ ਹੈ ਉਹ ਮੋਦੀ ਨੂੰ ਇਹ ਆ ਵੀ ਇਕੱਲੇ ਇਹਨਾਂ ਨੂੰ ਕੀ ਤੰਗੀ ਹੈ। 75 'ਚ ਵੀ ਪਟਰਾਣੀ ਇਹੀ ਕਹਿੰਦੀ ਸੀ ਕਿ ਇਹਨਾਂ ਨੂੰ, ਤੁਹਾਨੂੰ ਸਿੱਖੋ ਕੀ ਮੇਰੇ ਨਾਲ ਤੰਗੀ ਹੈ, ਤੁਸੀਂ ਮੇਰੇ ਨਾਲ ਰਹੋ, ਮੈਨੂੰ ਬਾਕੀਆਂ ਨੂੰ ਤਾਂ ਕੁੱਟ ਲੈਣ ਦਿਓ। ਉਹ ਕਹਿੰਦਾ ਨਾ ਵੀ ਬਾ ਇਹ ਨਹੀਂ, ਤੇਰੇ ਨਾਲ ਸਾਡੀ ਕਾਹਦਾ, ਤੇਰੇ ਨਾਲ ਰੌਲਾ ਹੀ ਕੋਈ ਨਹੀਂ, ਸਾਡਾ ਰੌਲਾ ਸਿਧਾਂਤ ਦਾ। ਇੱਕ ਸਕੂਲ ਆਫ ਥਾਟ ਨਾਲ ਇਹ ਚੱਲਦਾ ਰਿਹਾ, ਜਿਹੜਾ ਅਖੌਤੀ ਬੁੱਧੀਜੀਵੀ ਵਰਗਾ, ਜਿਸ ਨੂੰ ਲੱਗਦਾ ਹੁੰਦਾ ਕਿ ਮੈਂ ਸਿਆਣਾ। ਉਹ ਕਹਿੰਦਾ ਯਾਰ ਕਿਉਂ ਹਰ ਜਗ੍ਹਾ ਘਲਾੜੀ ਦੇ ਵਿੱਚ ਬਾਂਹ ਦਿੰਦੇ ਨੇ ਸਿੱਖ, ਹਰ ਜਗ੍ਹਾ ਇਹ ਕਿਉਂ ਪੰਗਾ ਲੈਂਦੇ ਨੇ। ਇਹ ਜਦ ਇੰਦਰਾਓ ਕਹਿੰਦੀ ਹੈ ਵੀ ਨਾਲ, ਕੱਲ ਮੈਂ ਭਗਵਾਨ ਸਿੰਘ ਪ੍ਰੀਤਮ ਦੀ ਗੱਲ, ਇੱਕ ਗਦਰੀ ਦੀ ਸੁਣ ਰਿਹਾ ਸਾਂ, ਅਜਮੇਰ ਸਿੰਘ ਦੀ ਜਵਾਨੀ। ਅਜਮੇਰ ਸਿੰਘ ਹੋਣੀ ਜਦ ਉਹ ਕਹਿੰਦੇ ਹੁਣ ਬਾਬਾ ਸੋਹਣ ਸਿੰਘ ਭਕਨਾ ਨੂੰ ਭਗਵਾਨ ਸਿੰਘ ਪ੍ਰੀਤਮ ਕਹਿੰਦਾ ਵੀ ਹੁਣ ਤਾਂ ਲਾਏਗੀ, ਆਜ਼ਾਦੀ ਮਿਲ ਗਈ ਆ, ਮੈਨੂੰ ਮੁਰੱਬੇ ਦੇਤੇ ਕੈਰੋਂ ਨੇ, ਸ਼ਾਹੀ ਜ਼ਿੰਦਗੀ ਜਿਉ ਲਾ, ਹੁਣ ਕਾਹਨੂੰ ਕੁੱਬੇ ਹੋਏ ਹੋ। ਉਹ ਕਹਿੰਦਾ ਨਾ ਤੇਰੇ ਮੁਰੱਬੇ ਤੈਨੂੰ ਹੀ ਮੁਬਾਰਕ। ਪਤਾ ਨਹੀਂ ਕੀ ਸਾਹਿਬ ਆਲਮ ਨੇ 238 ਵਰੇ ਸੌਰੀ ਉਸ ਜਗ੍ਹਾ 'ਤੇ ਰਹਿ ਕੇ ਪਤਾ ਨਹੀਂ ਕੀ ਫੂਕਿਆ ਤੇ ਕੀ ਰੂਹ ਫੂਕੀ, ਤੇ ਕਿਹੋ ਜਿਹੀ ਇਹ ਕੌਮ ਪੈਦਾ ਕੀਤੀ ਜਿਹੜੀ ਮੋਢੇ 'ਤੇ ਡਾਂਗ ਰੱਖ ਕੇ ਖੜ ਕੇ ਕਹਿੰਦੀ ਆ, ਉਹ ਕਹਿੰਦਾ ਨਹੀਂ ਇਹ ਨਹੀਂ ਹੋਣ ਦੇਣਾ, ਬਸ ਕੁਛ ਵੀ ਨਾ ਰਹੇ। ਹੁਣ ਜਿਹੜੀਆਂ ਤਿਆਰੀਆਂ ਜਦੋਂ ਦੱਸਿਆ ਨਵਕਿਰਨ ਨੇ ਵੀ ਪੱਲੀਆਂ ਸਿਉਂਤੀਆਂ ਜਾ ਰਹੀਆਂ, ਤਰਪਾਲਾਂ ਪੈ ਰਹੀਆਂ ਨੇ, ਰਜਾਈਆਂ ਰੱਖ ਰਹੇ ਨੇ, ਜਿਵੇਂ ਵਿਆਹ ਜਾਣਾ ਹੁੰਦਾ ਨਾ, ਹੋਲੇ ਮਹੱਲਿਆਂ ਕੋਈ ਤਿਆਰੀ ਹੋ ਰਹੀ ਹੈ। ਵਿੱਚੇ ਹੀ ਪ੍ਰਾਂਤਾਂ, ਵਿੱਚੇ ਹੀ ਦਾਲਾਂ, ਵਿੱਚੇ ਹੀ ਆਟਾ, ਵਿੱਚੇ ਸਟੋਵ, ਵਿੱਚੇ ਗੈਸ, ਵਿੱਚੇ ਰਜਾਈਆਂ, ਵਿੱਚੇ ਭੂਰੇ, ਬਹਿ ਜਾਣਾ ਬਸ ਮਾਰ ਕੇ, ਤੇ ਨਾਲ ਪਾ ਲੈਣੀਆਂ ਨੇ 6-6 ਫੁੱਟ ਵਾਲੀਆਂ ਡਾਂਗਾਂ ਵੀ, ਆ ਜਾਓ ਵੀ ਦੇਖਦੇ। ਪਤਾ ਨਹੀਂ ਕੀ ਲੱਗਦਾ ਹੁੰਦਾ, ਉਬਾਲ ਕਟਲੇ ਜੀ, ਕੋਕਰੂ ਪਾ ਲਏ ਜੀ, ਇਹ ਤਾਂ ਮੁੰਦਰਾਂ ਪਾ ਲੀਆਂ ਜੀ, ਇਹ ਤਾਂ ਲੱਕ ਹਿਲਾ ਕੇ ਤੁਰਦੇ ਨੇ ਜੀ, ਇਹ ਤਾਂ ਉੱਜੜ ਗਏ ਜੀ। ਪਤਾ ਹੀ ਜਦ ਲੱਗਦਾ ਜਦ ਬੱਬ ਕਰਕੇ ਸੜਕਾਂ 'ਤੇ ਚੜ੍ਹਦੇ ਨੇ, ਆ ਕੇ ਕਹਿੰਦੇ ਆ ਜਾਓ ਬਈ ਤਿਆਰ। ਪਤਾ ਨਹੀਂ ਕਿਹੜਾ ਜਿਹੜਾ ਪੱਥਰਾਂ ਦੇ ਵਿੱਚ, ਧਰਤ ਦੀ ਕੁੱਖ ਦੇ ਵਿੱਚ ਕਿਹੜਾ ਲਾਵਾ ਜਿਹੜਾ ਉਹ ਸਦਾ ਹੀ ਚੱਲਦਾ ਰਹਿੰਦਾ, ਸਦਾ ਹੀ ਚੱਲਦਾ ਰਹਿੰਦਾ। ਕਦ ਕੜ ਪਾੜ ਕੇ ਉਹਨੇ ਬਾਹਰ ਨਿਕਲ ਜਾਣਾ। ਉਹਦੀਆਂ ਸ਼ਖਸੀਅਤਾਂ, ਉਹਦੇ ਰੂਪ ਅਲੱਗ ਹੋ ਸਕਦੇ ਨੇ। ਪਤਾ ਹੀ ਨਹੀਂ ਕੀ ਹੈ ਉਸ ਧਰਤ 'ਤੇ। ਉਹ ਕੋਲ ਦੀ ਲੰਘੇ ਜਾਂਦਾ, ਕੋਈ ਗਲ 'ਚ ਹੱਥ ਪਾਈ ਖੜਾ, ਕਹਿੰਦਾ ਸਾਈਕਲ ਰੋਕ ਯਾਰ, ਗੱਲ ਕੀ ਹੋ ਗਈ। ਉਹ ਕਹਿੰਦਾ ਆਪਾਂ ਜਾਣਾ ਫੈਕਟਰੀ 'ਚ, ਘੁੱਗੂ ਵੱਜਣ ਵਾਲਾ, ਤੈਂ ਕੀ ਲੈਣਾ। ਕਹਿੰਦਾ ਯਾਰ ਬੰਦਾ ਕੁੱਟੀ ਜਾਂਦਾ ਮੇਰੇ ਸਾਹਮਣੇ,
ਇਹਦਾ ਕੀ ਮਤਲਬ ਆ? ਕਿਉਂ ਬਈ, ਕੀ ਗੱਲ ਆ ਤੈਨੂੰ? ਉਹ ਕਹਿੰਦਾ ਇਹਨੇ ਪੈਸੇ ਦੇਣੇ। ਚੰਗਾ, ਕਿੰਨੇ ਦੇਣੇ ਨੇ? 100 ਰੁਪਈਆ ਦੇਣਾ ਯਾਰ, 4 ਮਹੀਨੇ ਹੋ ਗਏ। ਉਹ ਦਿਹਾੜੀ 70 ਰੁਪਈਆ। ਕਹਿੰਦਾ ਲੈ ਤੂੰ ਆਹ 100 ਫੜ, ਬਾਕੀ ਦੇਖਾਂਗੇ। ਕਮਾ ਕੇ 70 ਆਉਣੇ ਨੇ। ਰੱਬ ਨੇ ਪਤਾ ਨਹੀਂ ਕੀ, ਗੁਰੂ ਪਾਤਸ਼ਾਹ ਨੇ ਉਸ ਧਰਤ ਤੇ ਤਾਂ ਹੀ ਤੜਫਦੇ ਆ, ਤਾਂ ਹੀ ਉੱਥੋਂ ਪਰਦੇਸੀ ਹੋਏ ਲੋਕ ਜਿਹੜੇ ਨੇ ਉਹ ਵਕਤ ਦੇ ਮਾਰੇ ਖੁਸ਼ ਹੋ ਕੇ ਕਹਿੰਦੇ ਤਾਂ ਹੈ ਨੇ ਆਰਥਿਕਤਾ ਦੇ ਤੌਰ ਤੇ ਅਸੀਂ ਖੁਸ਼ ਹਾਂ, ਪਰ ਉਸ ਧਰਤ ਦੇ ਵਿੱਚ ਪਤਾ ਨਹੀਂ ਕੀ ਹੈ ਕਿ ਉਹ ਕਹਿੰਦਾ ਟੈਂ ਨਹੀਂ ਹੋਣ ਦੇਣੀ। ਸੋਚਿਆ ਕਦੇ ਜਦ ਤੁਸੀਂ ਸੋਚਦੇ ਆ 1984 ਤੋਂ 1995 11 ਵਰੇ ਐਨ ਨੰਗੀ ਧਰਤ ਤੇ, ਕੋਈ ਪਹਾੜ ਨਹੀਂ, ਕੋਈ ਜੰਗਲ ਨਹੀਂ, ਕੋਈ ਬੇਲਾ ਨਹੀਂ, ਕੋਈ ਝੱਲ ਨਹੀਂ, ਐਨ ਹਿੱਕਾਂ ਡਾਹ ਕੇ 200 ਤੋਂ 250 300 350 ਵੱਧ ਤੋਂ ਵੱਧ ਹੋਣਗੇ। ਇੱਕ ਵਾਰ ਨਾਸੀ ਧੂੰਆਂ ਲਿਆ ਤਾਂ ਵੀ ਤੇਰੀ ਟੈਂ ਨਹੀਂ ਮੰਨਣੀ, ਤੂੰ ਲੱਤਾਂ ਪਾੜ ਦੇ, ਜੀਪਾਂ ਬੰਨ੍ਹ ਦੇ, ਤੂੰ ਲੂਣ ਪੁੱਕ ਦੇ, ਤੂੰ ਘੋਟਨੇ ਫੇਰ ਦੇ, ਤੂੰ ਬਾਹਾਂ ਘੁਮਾ ਲੈ, ਤੂੰ ਬਾਲਾਂ ਪਿਸ਼ਾਬ ਕਰਾ ਲੈ, ਤੂੰ ਹੀਟਰਾਂ ਤੇ, ਪਰ ਮਿੱਤਰਾ ਤੂੰ ਇਹ ਸਰੀਰ ਦੇ ਵਿੱਚੋਂ ਈਨ ਨਹੀਂ ਮੰਗਵਾ ਸਕਦਾ। ਕਿਵੇਂ ਕੌਮ ਦੇ ਜੰਗਜੂ ਜਿਹੜੇ ਨੇ ਚੌਪਈਆਂ ਪੜ੍ਹਦੇ ਰਹੇ, ਖੋਪਰ ਲੈਂਦੇ ਰਹੇ। ਪੁਰਾਣੀਆਂ ਗੱਲਾਂ ਤਾਂ 18ਵੀਂ ਸਦੀ ਦੀਆਂ ਅਸੀਂ ਕਰ ਲਈਆਂ। ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ, ਬਾਬਾ ਵਾਉਣੀ ਜਿਨ੍ਹਾਂ ਨੇ ਖਿੱਚ ਕੇ ਤੱਕੀ ਖਾਂ ਦੇ ਮੂੰਹ ਤੇ ਬਰਛਾ ਠੋਕਿਆ, ਕਹਿੰਦਾ ਆ ਜਾ ਪਾਨ ਖਿਲਾਵਾਂ। ਸੁੱਖਾ ਸਿੰਘ ਮਹਿਤਾਬ ਸਿੰਘ ਹੁਣੀ ਕਿੱਥੋਂ ਤੁਰੇ, ਗਰਜਾ ਸਿੰਘ ਬੂਤਾ ਸਿੰਘ ਹੁਣੀ ਬੈਠੇ ਹੋ, ਕਹਿੰਦਾ ਮੈਂ ਸਿੱਖ ਬੈਠੇ ਵੇਖਿਆ, ਮੈਂ ਦੇਖਤਾ ਫਰਲਾ। ਉਹ ਕਹਿੰਦਾ ਸਿੱਖ ਨਹੀਂ ਲੁਕਦੇ ਹੁੰਦੇ। ਮੋਢਿਆਂ ਨਾਲ ਮੋਢੇ ਜੋੜ ਲਏ, ਡਾਂਗਾਂ ਤੇ ਕਮਰ ਕੱਸਾ ਇੱਕ ਖੋਲ ਕੇ, ਝੰਡਾ ਤੇ ਦੂਜੀਆਂ ਡੈਂਗਲੇ। ਜਦ ਮੌਰਾਂ ਤੇ ਪਈਆਂ 20-25 ਮਰ ਗਏ, ਸਾਰੇ ਕਹਿੰਦੇ ਉਹ ਸਾਰਿਆਂ ਨੂੰ ਹੀ ਮਾਰ ਦੂ। ਨਾਲ ਚਿੱਠੀ ਲਿਖੀ ਭਾਬੀ ਖਾਨੋ ਨੂੰ, ਜ਼ਕਰੀਆ ਦੀ ਭੈਣ ਨੂੰ, ਕਹਿੰਦਾ ਕਹਿਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। 604 204 0600 ਉਸ ਧਰਤ ਦੀ ਕੋਈ ਗੱਲ ਕਰਨੀ ਹੋਵੇ ਵੀ ਉੱਥੇ ਹੈ ਕੀ, ਕਿਹੜੀ ਸ਼ਕਤੀ ਹੈ। ਲੱਗਦੀ ਆ ਵੀ ਕੌਮ ਵੀ ਗੁਰੂ ਤੋਂ ਬੇਮੁਖ ਹੋ ਗਈ, ਕੌਮ ਕਦਰਾਂ ਕੀਮਤਾਂ ਤੋਂ ਖਤਮ ਹੋ ਗਈ, ਕੌਮ ਰੱਬ ਤੋਂ ਪਰਾਂ ਹੋ ਗਈ, ਕੌਮ ਇਤਿਹਾਸ ਤੋਂ ਪਰਾਂ ਹੋ ਗਈ, ਮੂੰਹ ਸਿਰ ਮਨਾਤੇ, ਹੋਰੇ ਕੁਛ ਕਰਦੇ ਆ। ਪਰ ਕਿਹੜੀ ਚੀਜ਼ ਹੈ ਜਿਹੜੀ ਜਦ ਵੀ ਕੋਈ ਜ਼ੁਲਮ ਹੁੰਦਾ ਉਹ ਕਹਿੰਦਾ ਵੀ ਸਾਰਾ ਕੁਛ ਛੱਡਿਆ, ਪਰ ਮਿੱਤਰਾ ਤੈਨੂੰ ਨਹੀਂ ਹਿੱਲਣ ਦੇਣਾ। ਪਤਾ ਨਹੀਂ ਇਹ ਕਿਹੜੀ ਕਹਾਣੀ ਹੈ ਜਿਹੜੀ ਜ਼ੋਰ ਕਰਦੀ ਹੈ ਉੱਥੇ। 604 204 0600 ਇਸ ਤੇ ਗੱਲਬਾਤ ਕਰਨੇ। ਲਾਈਨ ਨੰਬਰ 1 ਬਲਜੀਤ ਸਿੰਘ ਬਰਾੜ ਜੀ, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਜੀ। ਜੀ ਬਰਾੜ ਸਾਹਿਬ, ਧੰਨਵਾਦ। ਹਾਂਜੀ, ਆਪਣਾ ਇਹ ਉਹੀ ਚੀਜ਼ ਹੈ ਜੀ, ਗੁਰੂ ਨੇ ਪੰਜ ਸੀਗੇ, ਉਦੋਂ ਉੱਥੋਂ ਲੜੀ ਸ਼ੁਰੂ ਹੋਈ ਵੀ ਆ। ਇਹ ਧਰਤੀ ਨਾ ਹੁੰਦੇ ਇੱਥੇ ਆਪਾਂ ਲੱਖ ਆ ਜਾਈਏ, ਬਿਜ਼ਨਸਮੈਨ ਬਣ ਜਾਈਏ, ਕੰਮ ਕਾਰ ਕਰ ਲਈਏ, ਪੈਸੇ ਦੇ ਪ੍ਰਤੀ ਵੱਡੇ ਹੋ ਜਾਏ, ਪਰ ਜਿਹੜਾ ਅੰਦਰਲਾ ਆਪਣਾ ਜੀਵ ਆ ਉਹ ਤਾਂ ਉੱਥੇ ਹੀ ਖੜਕਦਾ। ਤੁਸੀਂ ਵੇਖੋ ਹੁਣ ਕਿਵੇਂ ਤਿਆਰੀਆਂ ਹੋ ਰਹੀਆਂ ਧਰਨੇ ਦੀਆਂ, ਚਾਅ ਚੜਿਆ ਪਿਆ, ਚਾਅ। ਜਿਵੇਂ ਜਾਂਦੇ ਸੀ ਨਾ, ਜਿਵੇਂ ਸਾਹਿਬਜ਼ਾਦੇ ਜੋ ਨੀਆਂ ਚ ਚਣੇ ਜਾਣੇ ਸੀ ਤੇ ਜਾਂਦੇ ਸੀ ਨਾ ਸ਼ੇਰ, ਛਾਲਾਂ ਮਾਰਦੇ ਲੰਘਾ ਗਾਂਹ ਨੂੰ ਜਾਂਦੀਆਂ ਦਾਦੀ ਦੋ ਉਹਨਾਂ ਦੀਆਂ। ਕੋਈ ਇਹੋ ਜਿਹੀ ਤਾਂ ਇਹ ਨਹੀਂ ਕਹਿਣੀ ਸੀਗੀ ਵੀ ਸਾਨੂੰ ਨੀਆਂ ਚ ਚਨਾ ਦੇਣਾ, ਚਾਹੇ ਕੋਈ ਨਾ। ਸੋ ਡਰ ਤਾਂ ਮਹਾਰਾਜ ਦੀ ਕੌਮ, ਮਹਾਰਾਜ ਵੱਲੋਂ ਕੌਮ ਦੇ ਵਿੱਚ ਹੈ ਹੀ ਨਹੀਂ। ਬਿਲਕੁਲ ਕਰਨਾ ਜਿੱਥੇ ਮਾੜਾ ਹੋਣਾ ਉੱਥੇ ਡਟ ਕੇ ਖੜਨਾ ਮੂਹਰੇ। ਜਿਵੇਂ ਤੁਸੀਂ ਗੱਲ ਸੁਣਾਈ ਹੈ ਨਾ ਵੀ ਹਾਂ ਵੀ ਤੁਸੀਂ ਸਾਈਕਲ ਤੇ ਜਾਂਦੇ ਆ, ਵੀ ਉਧਰੋਂ ਫੈਕਟਰੀ ਜਾਣਾ ਤੇ 100 ਰੁਪਏ ਦੀ ਲੜਾਈ ਹੋ ਰਹੀ ਆ, ਉਹ ਇਹ ਕਿੱਡੀ ਗੱਲ ਆ। ਇਹ ਸਹੀ ਗੁਰੂ ਦੇ ਪਿਆਰਿਆਂ ਦੀ ਸੋਚ ਆਈ, ਇਹ ਏਦਾਂ ਹੀ ਰਹਿਣੀ ਹੈ, ਇਹ ਮੁੱਕਣੀ ਨਹੀਂ। ਚਾਹੇ ਸਿਰ ਮਨਾ ਲੈਣ, ਚਾਹੇ ਪਟੇ ਕਟਾਈ ਜਾਣ, ਜੋ ਮਰਜ਼ੀ ਕਰੀ ਜਾਣ, ਐਵੇਂ ਤਾਂ ਫਾਲਤੂ ਗੱਲਾਂ, ਚਿੱਟਾ ਪੀਣ ਲੱਗ ਗਏ, ਉਹ ਕਰਨ ਲੱਗ ਗਏ। ਇਹਦਾ ਸੋਚ ਆ ਮਨ ਦੇ ਵਿੱਚ, ਜਿਹੜਾ ਬਲੱਡ ਨਾੜਾਂ ਦੇ ਵਿੱਚ ਖੂਨ ਚੱਲਦਾ ਤਾਂ ਉਹਦਾ ਹੀ ਹੈ ਜੀ। ਜਿਉਂਦੇ ਰਹੋ। ਥੈਂਕ ਯੂ। ਥੈਂਕ ਯੂ। ਸਰ ਮੁਕੰਦ ਸਿੰਘ ਗਿੱਲ ਜੀ। ਸਰ ਹਰਜੀਤ ਸਿੰਘ, ਬਹੁਤ ਸਤਿਕਾਰ ਸਰ, ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ, ਜਦੋਂ ਵੀ ਕਿਸੇ ਮੌਕਾ ਮਿਲਦਾ ਨਾ ਪੰਜਾਬ ਦਾ ਇਤਿਹਾਸ ਪੜ੍ਹਨ ਦਾ, ਜਾਂ ਮੇਰੇ ਹੱਥ ਪੁਰਾਣਾ ਸਾਡੇ ਬਜ਼ੁਰਗਾਂ ਦੇ, ਮੇਰੇ ਫਾਦਰ 1920 ਤੋਂ 32 ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਸੀ। ਉਹ ਮੈਂ ਜਦੋਂ ਇਤਿਹਾਸ ਪੜ੍ਹਦਾ ਸੀ ਤੇ ਬਾਬਾ ਖੜਕ ਸਿੰਘ ਦਾ ਤੇ ਧਿਮਕਾ ਜੈਤੋ ਦੇ ਮੋਰਚੇ ਦਾ ਮੈਂ ਸਾਰਾ ਇਤਿਹਾਸ ਪੜ੍ਹਿਆ ਤੇ ਲੂੰ ਕੰਡੇ ਖੜੇ ਹੋ ਜਾਂਦੇ ਆ ਗਿੱਲ ਸਾਹਿਬ ਵੀ ਸਾਡੇ ਬਜ਼ੁਰਗਾਂ ਦੇ ਵਿੱਚ
500 ਬੰਦੇ ਦਾ ਜਥਾ ਚੱਲਦਾ ਸੀ ਤੇ ਮੂਹਰੇ ਗੋਲੀਆਂ ਚੱਲਦੀਆਂ ਸੀ। ਤੇ ਉੱਥੇ ਤੱਕ ਆ ਕੇ ਜਦੋਂ ਮੈਂ ਇਹ ਪੜ੍ਹਦਾ ਨਾ ਕਿ ਜਿਹੜੇ ਦੂਜੇ ਬੰਦੇ ਵੀ, ਪੰਡਿਤ ਜਵਾਹਰ ਲਾਲ ਨਹਿਰੂ ਆਇਆ, ਉਹਨੇ ਜਦੋਂ ਦੇਖਿਆ ਜੈਤੋ ਦੇ ਮੋਰਚੇ ਦੀ ਬਾਤ ਸੁਣਿਆ, ਉਹਨੇ ਇਹ ਕਿਹਾ ਸੀ ਕਿ ਪਹਿਲੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ਮਗਰੋਂ ਜਦੋਂ ਆਜ਼ਾਦੀ ਮਿਲ ਗਈ ਤੇ ਉਹਨਾਂ ਨੇ ਪੰਜਾਬ ਵਾਸੀਆਂ ਦਾ ਤੇ ਸਾਡੀ ਸਿੱਖ ਕੌਮ ਦਾ ਮੁੱਲ ਨਹੀਂ ਪਾਇਆ, ਔਰ ਅਜੇ ਤੱਕ ਸਾਰੇ ਸੂਬੇ ਬੋਲੀ ਦੇ ਆਧਾਰ ਤੇ ਬਣਾਤੇ। ਸਾਡੀ ਬੋਲੀ ਨੇ ਧੱਕਾ ਹੁੰਦਾ ਰਿਹਾ। 57,000 ਬੰਦਿਆਂ ਨੂੰ ਜੇਲ੍ਹ ਜਾਣਾ ਪਿਆ ਪੰਜਾਬੀ ਸੂਬੇ ਦੇ ਮੋਰਚੇ 'ਚ। ਚਲੋ ਠੀਕ ਆ, ਸਾਡੀ ਜਿਹੜੀ ਲੀਡਰਸ਼ਿਪ ਨੇ ਗਲਤੀਆਂ ਵੀ ਕੀਤੀਆਂ, ਸਭ ਕੁਛ ਕੀਤਾ, ਲੇਕਿਨ ਪੰਜਾਬ ਦੇ ਸੂਰਵੀਰਾਂ ਨੇ ਕਦੇ ਵੀ ਪੰਜਾਬ ਦੇ ਨਾਂ ਨੂੰ ਧੱਬਾ ਨਹੀਂ ਲੱਗਣ ਦਿੱਤਾ ਤੇ ਨਾ ਸਾਨੂੰ ਯਕੀਨ ਆ ਗਾਹ ਨੂੰ ਲੱਗਣ ਦੇਣਗੇ। ਪੰਜਾਬ ਦਾ ਇਤਿਹਾਸ ਸੀ, ਜਿਵੇਂ ਤੁਸੀਂ ਦੱਸਿਆ, ਇਹਨਾਂ ਦੇ ਵਿੱਚ ਰਗ ਰਗ ਦੇ ਵਿੱਚ ਅਣਖ ਤੇ ਗੈਰਤ ਭਰੀ ਹੋਈ ਹੈ। ਇਹ ਮਰ ਤਾਂ ਸਕਦੇ ਆ ਪਰ ਆਪਣੀ ਅਣਖ ਨਹੀਂ ਗਵਾ ਸਕਦੇ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਗਿੱਲ ਸਾਹਿਬ। ਤੇ ਵਾਪਸ ਆਉਣਾ ਜੀ, ਮੈਂ ਖਬਰਾਂ ਤੋਂ ਬਾਅਦ ਹੋਰ ਕਾਲ ਰਵਾਂਗਾ। ਬੋਪਰ ਰਾਏ ਸਾਹਿਬ ਪਲੀਜ਼ ਬਾਅਦ ਕਰਿਓ ਫੋਨ ਆਪਣੇ ਖਬਰਾਂ ਤੋਂ ਬਾਅਦ। ਗੱਲਬਾਤ ਮੈਂ ਪੰਜਾਬ ਦੀ ਕਰ ਰਿਹਾ ਸੀ ਖਬਰਾਂ ਤੋਂ ਪਹਿਲਾਂ ਕਿ ਕੀ ਹੈ ਪੰਜਾਬ ਦੇ ਵਿੱਚ, ਕਿ ਪੰਜਾਬ ਦੀ ਉਸ ਧਰਤ ਤੇ ਕਦੇ ਵੀ ਧੱਕਾ ਨਹੀਂ ਹੋ ਸਕਦਾ। ਕੁਝ ਵੀ ਹੋ ਜਾਵੇ, ਕੁਝ ਵੀ ਬਰਬਾਦੀ ਹੋ ਜਾਵੇ, ਕੱਖ ਵੀ ਨਾ ਰਹੇ, ਇੱਕ ਵੀ ਜਿਹੜਾ ਉਹ ਹਜ਼ਾਰਾਂ ਨੂੰ ਥੰਮ ਸਕਦਾ। ਕੁਛ ਤੁਹਾਡੀਆਂ ਕਾਲਸ ਵੇਟ ਕਰਦੀਆਂ ਸੀ ਤੇ ਬੋਪਰ ਰਾਏ ਸਾਹਿਬ ਤੁਸੀਂ ਪਲੀਜ਼ ਦੁਬਾਰਾ ਫੋਨ ਕਰ ਲਿਓ। 5-7 ਮਿੰਟ ਆਪਾਂ ਗੱਲ ਕਰਦੇ ਹਾਂ, ਫਿਰ ਦੋ ਛੋਟੀਆਂ ਹੋਰ ਖਬਰਾਂ ਤੇ ਤੁਹਾਡੀ ਝਾਤ ਪਾਉਣਾ। 604-204-0600। ਨਵਦੀਪ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ ਗੁਜ਼ਾਰਿਸ਼ ਹੈ, ਜਿਹੜਾ ਤੁਸੀਂ ਸਾਨੂੰ ਪ੍ਰੋਗਰਾਮ ਦੱਸ ਰਹੇ ਹੋ ਸਾਡੇ ਸਿੱਖੀ ਧਰਮ ਬਾਰੇ ਜਾਂ ਸਾਡੇ ਵਿਚਾਰ ਦੇ ਰਹੇ ਹੋ ਆਪਣੇ, ਕਿ ਸਾਡੇ ਵਿੱਚ ਕੀ ਹੈ, ਕੀ ਖਾਸ ਵੱਖਰਾ ਪੰਜਾਬ ਦੀ ਧਰਤੀ ਤੇ, ਜੇਕਰ ਤੁਸੀਂ ਇਹਦੇ ਉੱਪਰ ਕੋਈ ਇੱਕ ਵੱਖਰਾ ਸੈਗਮੈਂਟ ਜਾਂ ਵੱਖਰਾ ਪ੍ਰੋਗਰਾਮ ਕਰਕੇ ਸਾਡੇ ਵਰਗੇ ਘੋਨਿਆਂ ਮੋਨਿਆਂ ਨੂੰ ਵੀ ਥੋੜਾ ਬਹੁਤ ਹੀ ਸਮਝ ਦੇ ਸਕੋ ਤਾਂ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਹੋਊਗਾ ਜੀ। ਵੀਰ ਜੀ ਸਾਰੇ ਬਰਾਬਰ ਆ ਆਪਾਂ, ਘੋਨੇ ਮੋਨੇ ਨਹੀਂ। ਤੁਸੀਂ ਵੀ ਸਿੱਖ ਆ, ਸਾਰੇ ਸਿੱਖ ਆ, ਆਪਾਂ ਧਰਮੀ ਆ ਸਾਰੇ। ਤੇ ਮੈਂ ਗੱਲ ਕਰਦਾ ਰਹਿਣਾ ਅਕਸਰ ਤੇ ਤੁਸੀਂ ਵੀ ਨਾਲ ਹਿੱਸਾ ਪਾਉਂਦੇ ਰਹੋ, ਆਪਾਂ ਰਲ ਮਿਲ ਕੇ ਕਰਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੈਮ ਜੀ ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ। ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਸੀਂ ਜਿਹੜੀ ਗੱਲ ਕਰਕੇ ਗਏ ਕੋਈ ਸ਼ੱਕ ਨਹੀਂ, ਪੁਰਾਣੀਆਂ ਜਦੋਂ ਚੀਜ਼ਾਂ ਪੜ੍ਹਦੇ ਆ ਰੌਂਗਟੇ ਖੜੇ ਹੁੰਦੇ ਆ, ਪਰ ਯਕੀਨ ਮੰਨਿਓ ਹੁਣ ਵਿਰਲੇ ਆ। ਜਿਹੜੀ ਗੱਲ ਤੁਸੀਂ ਕਰਦੇ ਆ, ਕਹਿੰਦਾ ਹੁੰਦਾ ਨਾ ਵੀ ਭਾਈ ਕਿਉਂ ਲੜਦਾ, ਰੋਜ਼ ਚੋਰਾਂ ਨਾਲ ਕਿਉਂ ਲੜਦਾ, ਆਪ ਵੀ ਸੱਟ ਲਵਾਉਣਾ, ਅਗਲੇ ਦੀ ਵੀ ਕਹੇ ਵੀ ਬਾੜ ਹੀ ਕਰ ਲਾ। ਜੇ ਏਦਾਂ ਦੇ ਪਾਵਰਫੁਲ ਲੋਕ ਏਦਾਂ ਦੇ ਹੋਣ, ਉਸ ਏਰੀਏ ਨੂੰ ਵਧੀਆ ਬਣਾ ਸਕੇ। ਅਸੀਂ ਤਾਂ ਉਹ ਏਰੀਏ ਨੂੰ ਨਹੀਂ ਕੁਛ, ਇੰਨੀਆਂ ਸਾਨੂੰ ਝਗੜਨ ਦੀ ਲੋੜ ਹੀ ਨਹੀਂ ਹੈਗੀ, ਪਰ ਇਹ ਬਹੁਤ ਵਿਰਲੇ ਰਹਿ ਗਏ। ਹੁਣ ਉਹ ਨਹੀਂ ਆਪਾਂ ਸਕੂਲਾਂ 'ਚ ਲੜਾਈਆਂ ਦੇਖਦੇ ਸੀ, ਫਿਰ ਕਾਲਜਾਂ 'ਚ ਵੀ ਦੇਖੀਆਂ। ਉਹ ਤੋਂ 10 ਕੁ ਸਾਲ ਜਿਹੜੀ ਗਾਂਹ ਵਾਲੀ ਲੜਾਈ ਹੈ ਬਸ ਉਹ ਹੀ ਆ, ਨਹੀਂ ਤਾਂ ਹੋਰ ਕੱਖ ਨਹੀਂ ਹੈਗਾ। ਤੁਸੀਂ ਕਹੋਗੇ ਵੀ ਢੈਂਦੀਆਂ ਗੱਲਾਂ ਕਰਦਾ, ਪਰ ਰਿਐਲਿਟੀ ਹੈ ਵਿਅਸਤਾ ਵਾਲਾ ਨਹੀਂ ਹੈਗਾ ਉੱਥੇ। ਹੁਣ ਤਾਂ ਅਜਿਹਾ ਹੋ ਗਿਆ ਵੀ ਕਈ ਵਾਰ ਏਦਾਂ ਲੱਗਦਾ ਵੀ ਸਾਡਾ ਪੰਜਾਬ ਭੱਜੂਗਾ। ਇਹ ਕਹਿਣਾ ਸੀ। ਅਨੁਪਾਤ ਹੈ ਸੈਮ ਜੀ, 2 ਕਰੋੜ ਦੇ ਵਿੱਚੋਂ ਜਿਹੜੇ ਮੋਢਿਆਂ ਤੇ ਰੱਖ ਕੇ ਤੁਰੇ ਉਹ ਵੀ 20,000 ਸੀ। ਜੇ ਮੈਂ ਗੱਲ ਕਰਾਂ 84 ਤੋਂ 95 ਦੀ, 20,000 ਸੀ ਟੋਟਲ, ਜਿਨ੍ਹਾਂ ਨੇ ਕਿਹਾ ਵੱਧ ਤੋਂ ਵੱਧ ਸਾਰੇ ਸਣੇ ਜਿਹੜੇ ਪਨਾਹਾਂ ਵਾਲੇ ਸੀ ਜਾਂ ਜਿਹੜੇ ਮੋਢਿਆਂ ਤੇ ਰੱਖ ਕੇ ਤੁਰੇ। ਅਨੁਪਾਤ ਤਾਂ ਇੰਨਾ ਹੀ ਹੁੰਦਾ, ਮਹਿਸੂਸ ਹੋਣ ਲੱਗ ਜਾਂਦਾ, ਕਦੇ ਵੀ ਨਹੀਂ ਮੁੱਕਣੀ ਗੱਲ। ਇਹ ਤਾਂ ਤੁਸੀਂ ਛੱਡ ਹੀ ਦਿਓ ਗੱਲ। ਅੱਜ ਮੈਂ ਅੰਗਰੇਜ਼ ਲਿਖਾਰੀਆਂ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹ ਰਿਹਾ ਸੀ। ਗੱਫ ਕਹਿੰਦਾ ਚੇਚਕ ਦੇ ਦਾਗ ਨੇ, 5 ਫੁੱਟ ਕੱਦ ਹੈ, ਧੌਣ ਤੇ ਢੂਹੀ ਹੈ, ਜਿਹੜੀ ਪਿੱਠ ਹੈ ਪਤਾ ਨਹੀਂ ਲੱਗਦਾ, ਪਰ ਜਦ ਢਾਲ ਮੋਢੇ ਤੇ ਰੱਖ ਕੇ ਲੈਲਾ ਤੇ ਲਾਉਂਦਾ ਨਾ ਲੱਤ, ਪਰ ਪਤਾ ਹੀ ਨਹੀਂ ਜਾਂਦਾ ਕੀ ਉੱਡਦਾ ਚੱਲਦਾ। ਇਹ ਤਾਂ ਉਹਦੀ ਬਖਸ਼ਿਸ਼ ਹੈ। ਅਨੁਪਾਤ ਦੀ ਤਾਂ ਗੱਲ ਕਰੀਏ, ਇਹ ਨਹੀਂ ਹੈ ਵੀ ਜਿਹੜੇ 20,000 ਤੁਰੇ ਤੇ ਉਹ 2 ਕਰੋੜ ਦੇ 2 ਕਰੋੜ ਜਿਹੜਾ ਸੀ 1.5 ਕਰੋੜ ਉਹਨਾਂ ਨਾਲ ਨਹੀਂ ਸੀ। ਨਹੀਂ, ਉਹਨਾਂ ਦੀ ਫੀਲਿੰਗ ਸਦਾ ਹੀ ਨਾਲ ਹੁੰਦੀ ਹੈ, ਪਰ ਹਰ ਇੱਕ ਕੰਮ ਹਰ ਇੱਕ ਲਈ ਨਹੀਂ ਹੁੰਦਾ। ਇਹ ਫਰਕ ਹੈ। ਸਰਾ ਅਵਤਾਰ ਸਿੰਘ ਜੀ ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਧੰਨਵਾਦ ਜੀ। ਗਿੱਲ ਸਾਹਿਬ ਗੱਲ ਇਹ ਆ ਵੀ ਜਿਹੜੀ ਵਿਦਰੋਹ ਚੋਂ ਜਨਮਿਓ ਕੌਮ ਹੈ, ਇਹਨੂੰ ਜਿਹੜਾ ਵਿਦਰੋਹ ਹੀ ਪੂਰਾ ਇਹਦੇ ਵਿੱਚ ਭਰ ਕੇ ਰੱਖਦਾ ਜਜ਼ਬਾ, ਫੇਰ ਹੀ ਇਹ ਚੱਲਦੀ ਆ।
ਮੈਂ ਸਾਰੀਆਂ ਮੂਵਮੈਂਟ ਦੇਖੀਆਂ, ਆਪਾਂ ਨਕਸਲਵਾੜੀ ਮੂਵਮੈਂਟ ਵੀ ਛੋਟੇ ਹੁੰਦਿਆਂ ਦੇਖੀ ਆ। ਜਦੋਂ ਵਿਦਰੋਹ ਹੁੰਦਾ ਕੋਈ ਵੀ, ਉਦੋਂ ਸਾਰੇ ਹੀ ਲੋਕ ਨਾਲ ਚੱਲ ਜਾਂਦੇ ਆ ਬਾਈ। ਮੰਨ ਲਓ ਜਿੰਨੀ ਕਿਸੇ ਦੀ ਕੰਟਰੀਬਿਊਸ਼ਨ ਹੁੰਦੀ ਆ ਉਨੀ ਕੰਟਰੀਬਿਊਸ਼ਨ ਲੈ ਕੇ ਅਗਲਾ ਆਪਣੀ ਜਿੰਨਾ ਵੀ ਕਰ ਸਕਦਾ ਉਹਨਾਂ ਕਰਦਾ। ਮੇਰੇ ਖਿਆਲ 'ਚ ਇਹੀ ਇੱਕ ਜੇ ਇੰਡੀਆ ਲਈ ਕੋਈ ਹੈਗਾ ਜਿਹੜੀ ਚੀਜ਼ ਇੰਡੀਆ ਨੂੰ ਸਰਵਾਈਵ ਕਰਾ ਸਕਦੀ ਉਹ ਇਹੀ ਆ, ਜੇ ਪੰਜਾਬ ਆਪਣੇ ਲੈਵਲ ਤੇ ਤੁਰਿਆ ਰਹੂਗਾ। ਨਹੀਂ ਤਾਂ ਅਦਰਵਾਈਜ਼ ਤਾਂ ਇਹ ਜਿਹੜੀਆਂ ਸਰਕਾਰਾਂ ਇਹ ਵੋਟਾਂ ਨਾਲ ਨਹੀਂ, EVM ਨਾਲ ਹੀ ਬਣਦੀਆਂ, ਇਹ ਬਣੀ ਜਾਣੀਆਂ। ਜਿਹਦੇ EVM ਤੇ ਪਾਵਰ ਹੈਗੀ ਉਹਨੂੰ ਬਣਾਈ ਜਾਣੀਆਂ, ਉਹਦਾ ਉੱਥੇ ਕੋਈ ਖਾਸ ਰੌਲਾ ਨਹੀਂ ਰਹਿਣਾ ਕਦੀ ਵੀ। ਇਹੋ ਜਿਹੜੀਆਂ ਸੀਗੀਆਂ ਕਦੀ ਵੀ ਲੋਕਤੰਤਰੀ ਢਾਂਚਾ ਨਹੀਂ ਸੀ ਉੱਥੇ, 100 ਕਾਰਡ ਲੋਕਤੰਤਰੀ ਢਾਂਚਾ ਸੀ। ਜਦੋਂ ਕਾਂਗਰਸ ਤਕੜੀ ਹੁੰਦੀ, ਕਾਂਗਰਸ ਦੂਜੀਆਂ ਵੋਟਾਂ ਪਵਾ ਲੈਂਦੀ ਹੁੰਦੀ। ਮੈਨੂੰ ਯਾਦ ਆ ਕੋਈ ਪਿੰਡਾਂ 'ਚ ਉੱਦਾਂ ਹੀ ਵੋਟਾਂ ਇੰਨੀਆਂ ਹੁੰਦੀਆਂ ਸੀ, ਉਹ ਪਰਚੀਆਂ ਬਾਅਦ 'ਚ ਸਟੈਂਪਾਂ ਲਾ ਕੇ ਪਾ ਦਿੰਦੇ ਹੁੰਦੇ ਸੀਗੇ, ਜਿਹਦਾ ਜ਼ੋਰ ਚੱਲਦਾ ਸੀ। ਉਹ ਤੇ ਉਹੀ ਰਹਿਣਾ ਵਾ। ਇਹੀ ਆ ਵੀ ਜਿਹੜਾ ਵਿਦਰੋਹ ਕਰਨ ਵਾਲੇ ਲੋਕ ਆ, ਜਿਹੜੇ ਅੜਨ ਵਾਲੇ ਲੋਕ ਆ, ਉਹ ਅੜਨ ਵਾਲੇ ਲੋਕ ਖੜੇ ਰਹਿਣ। ਫਿਰ ਜਿਹੜਾ ਕੋਈ ਵੀ ਹਾਕਮ ਹੈ ਉਹ ਇੰਨਾ ਪਾਵਰਫੁਲ ਨਹੀਂ ਹੁੰਦਾ। ਜੇ ਇਹੋ ਵਿਦਰੋਹ ਵਾਲੀ ਭਾਵਨਾ ਮਰ ਗਈ ਫਿਰ ਉੱਥੇ ਸਾਰਾ ਕੁਝ ਮਰ ਜਾਣਾ। ਬਿਲਕੁਲ ਡਾਕਟਰ ਸਾਹਿਬ, ਧੰਨਵਾਦ। ਅਨੁਪਾਤ ਦੀ ਗੱਲ ਹੁਣ ਵਿਦਿਆਰਥੀਆਂ ਦੇ ਵਿੱਚੋਂ ਉਹ ਡੈਸਕਾਂ ਦੇ ਵਿੱਚ ਸਾਰੇ ਵਟਨੇਰੀਅਨ ਬਣਨ ਨੂੰ ਉਸ ਯੂਨੀਵਰਸਿਟੀ ਦੇ ਵਿੱਚ ਉਸ ਬੈਚ ਦੇ ਵਿੱਚ ਸਨ। ਡਾਕਟਰ ਜੰਡੀ ਤੇ ਕਿੰਨੇ ਵਟਨੇਰੀਅਨ ਨੇ ਇੱਥੇ ਜਿਹੜੇ ਕਰੋੜਾਂਪਤੀ ਨੇ, ਉਹਦੇ ਵਿੱਚੋਂ ਹੀ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਉਹੀ ਬੈਂਚਾਂ ਤੇ ਬੈਠਾ ਸੀ। ਰਣਜੀਤ ਸਿੰਘ ਗਿੱਲ ਕੁੱਕੀ PhD ਕਰਨ ਆਉਣ ਰਿਹਾ, ਖੇਮ ਸਿੰਘ ਗਿੱਲ ਦੇ ਘਰ ਦਾ, ਤੇ ਇੱਕ ਬਹੁਤ ਵੈਲ ਆਫ ਪਰਿਵਾਰ ਦਾ ਪ੍ਰੋਫੈਸਰ ਬੁਲਾਰਾ, ਇੱਧਰ ਇੰਜੀਨੀਅਰ ਬਣਨ ਘਰੋਂ ਤੁਰੇ ਹੋਏ ਗੁਰਜੀਤ ਸਿੰਘ ਕਾਕਾ, ਗੁਰਮੀਤ ਸਿੰਘ ਮੀਤਾ, ਅਮਰ ਸਿੰਘ ਮਾਨ, ਨਿਰਮਲ ਸਿੰਘ ਨੌਰਾ, ਨਵਨੀਤ ਸਿੰਘ ਕਾਦੀਆਂ। ਇਹ ਯੋਧਿਆਂ ਨੂੰ ਉਹਨਾਂ ਨੂੰ ਵੀ ਲੱਗਦਾ ਤੇ ਵੀ SDO ਬਣਨਾ, ਕਿਤੇ ਨਹਿਰੀ ਵਿਸ਼ਰਾਮ ਘਰ 'ਚ ਸੌਵਾਂਗੇ। ਹਰ ਇੱਕ ਚੀਜ਼ਾਂ ਹਰ ਇੱਕ ਲਈ ਨਹੀਂ ਹੁੰਦੀਆਂ। ਹਰ ਇੱਕ ਦੇ ਵਿੱਚ DNA ਕੀ ਹੈ ਉਹ ਤਾਂ ਉਹੀ ਜਾਣਦਾ, ਜਾਂ ਉਹਨੂੰ ਜਨਮ ਦੇਣ ਵਾਲਾ ਜਾਣਦਾ। ਤਾਂ ਜਿਹੜੀ ਜਾਂ ਰੂਹ ਕਿਹੜੀ ਸਦੀਆਂ ਦੀ ਕਿਹੜੀ ਕੁੱਖ ਦੇ ਵਿੱਚੋਂ ਹਰੀ ਹੋ ਗਈ, ਕਿਹਨੇ ਲਲਕਰਾ ਮਾਰਨਾ, ਬਹੁਤ ਵੱਡੀ ਗੱਲ ਹੈ। ਪੁਲਿਸ ਦੇ ਵਿੱਚ ਤੁਰੇ ਫਿਰਦੇ ਪਟਿਆਲੇ ਦੀਆਂ ਗਰਾਊਂਡਾਂ ਦੇ ਵਿੱਚ ਦਿਲਾਵਰ ਸਿੰਘ ਹੋਣੀ ਬੈਠੇ, ਕਿਤੇ ਉਹਨਾਂ ਨੂੰ ਪਤਾ ਸੀ ਵੀ ਅਸੀਂ ਕਿੱਥੇ ਨੂੰ ਤੁਰਨਾ, ਪਤਾ ਸੀ ਵੀ ਇਹ ਕੀ ਹੈ, ਇਹ ਕਹਾਣੀ ਕੀ ਬਣਨੀ ਹੈ। ਵੇਖ ਲਓ, ਜਾਂ ਕਹਾਣੀਆਂ ਘੁੰਮਦੀਆਂ ਫਿਰ ਇਸ ਤਰ੍ਹਾਂ ਹੀ ਘੁੰਮਦੀਆਂ। ਗੋਬਿੰਦ ਰਾਮ ਜਦ ਕੁੱਟਦਾ ਸੀ ਮਾਝੇ ਦੇ ਵਿੱਚ, ਉਹ ਕਹਿੰਦਾ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਨੰਗੀਆਂ ਕਰਕੇ ਬੀਬੀਆਂ ਪਿੰਡ ਬੰਨ੍ਹ ਕੇ ਮੁਸ਼ਕਾਂ ਨਾਲ ਕੁੱਟਦਾ ਰਿਹਾ, ਤੇ ਮੁੜ ਕੇ ਜਦ ਚਵਾਰੇ ਦੀ ਵਿੱਚ ਦੀ ਲੰਘਿਆ ਉੱਪਰ ਨੂੰ ਆਤਿਸ਼ਬਾਜ਼ੀ ਵਾਂਗੂ, ਪਤਾ ਫੇਰ ਲੱਗੇ। ਹਿੱਕ ਤੇ ਚੜ੍ਹ ਗਏ ਅਗਲੇ PAP ਦੀਆਂ ਕੰਧਾਂ ਟੱਪ ਕੇ, ਸੁੱਕੇ ਸਿਪਾਹੀ ਅਰਗੇ ਕਾਹਨੂੰ ਡਰਦੇ ਰਹੇ, ਕੀ ਕੁਛ ਨਹੀਂ ਹੁੰਦਾ ਰਿਹਾ। ਤੇ 18ਵੀਂ ਸਦੀ ਦੇ ਉਹਨਾਂ ਯੋਧਿਆਂ ਦਾ ਕਿਹੜਾ ਵਰਤਾਂਤ ਆ ਜਿਹੜਾ 1978 ਤੋਂ 95 ਤੱਕ ਉਸ ਧਰਤ ਤੇ ਨਹੀਂ ਹੋਇਆ, ਕਿਤੇ ਝੁਕਾ ਸਕੇ ਉਹ ਖਤਮ ਹੋਈ ਕੌਮ, ਉਹ ਮਰ ਗਈ ਕੌਮ। ਜਿਸ ਦਿਨ ਫਾਂਸੀ ਦੀ ਸਜ਼ਾ ਭਾਈ ਰਾਜੋਆਣਾ ਨੂੰ ਹੋਈ, ਪੰਜਾਬ ਸੜ ਰਿਹਾ ਸੀ। ਪੰਜਾਬ ਦੀ ਸੜਕਾਂ ਦੀ ਹਿੱਕ ਤੇ ਕਿਵੇਂ ਨਿਕਲੇ ਲੋਕ ਆਤਿਸ਼ਬਾਜ਼ੀਆਂ ਵਾਂਗੂ। ਹੁਣ ਆ ਜਿਹੜੀ ਖੁਸ਼ੀ ਆ, ਜਿਹੜੀ ਜਿਵੇਂ ਨਾਨਕਾ ਮੇਲ ਜਾਣਾ ਤਿਆਰੀਆਂ, ਮੈਂ ਹੁਣ ਉਹ ਦੱਸ ਤਾਂ ਗਿਆ, ਨਵਕਿਰਨ ਨਾਲ ਹੱਸ ਵੀ ਰਿਹਾ ਸੀ। ਮੈਂ ਮਹਿਸੂਸ ਕਰ ਰਿਹਾ ਵੀ ਕਿਵੇਂ ਲੱਜਾਂ ਪੈਂਦੀਆਂ ਹੋਣਗੀਆਂ ਟਰਾਲੀਆਂ ਤੇ ਬਾਂਸਾਂ ਦੇ ਉੱਪਰ ਦੀ। ਚੱਕ ਲਈ ਟਰੈਕਟ ਦਾ ਪਾਣੀ ਤੇਲ ਦੇਖ ਲਾ ਸਵਾਰ ਕੇ, ਇੱਥੇ ਕੁ ਨੂੰ ਰੱਖ ਲਾ, ਇੱਥੇ ਕੁ ਬਰਾਬਰ ਨੂੰ ਟਕੂਆ ਰੱਖ ਲਾ, ਇੱਥੇ ਕੁ ਸ੍ਰੀ ਸਾਹਿਬ ਪਾ ਲਾ, ਆ ਪਰਾਲੀ ਥੱਲੇ ਆ ਦੱਬ ਲਾ, ਚਲੋ ਚੱਲਦੇ ਆ ਬਸ। ਹੁਣ ਉਹ ਪਿੰਡ ਦੇ ਵਿੱਚੋਂ ਤਾਂ 20 ਉਹ ਤੁਰਨੇ ਨੇ, ਪਿੰਡ ਦੇ ਵਿੱਚ 4000 ਦੀ ਗਿਣਤੀ ਹੈ। ਅਨੁਪਾਤ ਦੀ ਗੱਲ ਨਹੀਂ ਹੈ, ਗੱਲ ਕੀ ਜਿਹੜਾ ਪਿੱਛੇ 3000 ਰਹਿ ਗਿਆ, ਉਹ 3000 ਆ ਜਿਹੜਾ ਉਹਦੀ ਉਹ ਭਾਵਨਾ ਨਹੀਂ, ਜਿਹੜਾ 100 ਤੁਰਿਆ ਨਹੀਂ, ਉਹਨਾਂ ਦੇ ਨਾਲ ਹੀ ਭਾਵਨਾ ਮਹਿਸੂਸ ਕਰਦੇ ਨੇ। ਉਹ ਪਿੰਡ ਬੈਠੇ, ਉਹ ਕਹਿੰਦੇ ਜਿਹੜਾ ਕੱਖ ਪੱਠਾ, ਉਹ ਕਹਿੰਦੇ ਕੱਖ ਪੱਠਾ ਅਸੀਂ ਲਿਆਵਾਂਗੇ, ਕਣਕ ਅਸੀਂ ਸਿੱਟਾਂਗੇ ਲਿਆ ਕੇ। ਸੋ ਇਹ ਜਿਹੜੀ ਗੱਲ ਹੈ, ਇਹ ਬੜੀ ਵੱਡੀ ਗੱਲ ਹੈ। ਗੁਰਮੁਖ ਸਿੰਘ ਦਿਓਲ ਜੀ, ਤੁਸੀਂ ਏਅਰ ਤੇ ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਦੇਖੋ, ਚਲੋ ਮੈਂ ਗੱਲ ਤਾਂ ਉੱਤੇ ਹੀ ਕਰਨੀ ਵਿਸ਼ੇ ਤੇ। ਅਨੁਪਾਤ ਦਾ ਤਾਂ ਚਲੋ ਇਦਾਂ ਨਹੀਂ ਹੁੰਦਾ, ਜਦੋਂ ਕੌਮ ਅੱਧੀ ਮੁੱਕ ਗਈ ਵੱਡੇ ਘੱਲੂਘਾਰੇ ਦੇ ਵਿੱਚ, ਉਦੋਂ ਨਹੀਂ ਇਹ ਗਿਣਤੀਆਂ ਮਿਣਤੀਆਂ ਵਾਲਾ ਹਿਸਾਬ ਕਿਤਾਬ ਮੰਨ ਲਓ ਮਟੀਰੀਅਲਿਸਟ ਬੰਦੇ ਕਰਦੇ ਹੁੰਦੇ ਆ। ਆਮ ਜਿਹੜੀ ਜਜ਼ਬੇ ਨਾਲ ਲੜਨ ਵਾਲੀਆਂ ਚੀਜ਼ਾਂ ਨਹੀਂ ਤੁਸੀਂ ਗਿਣ ਸਕਦੇ। ਤੇ ਇੱਕ ਦੇਖੋ ਗਿੱਲ ਸਾਹਿਬ, ਮੈਂ ਸੰਘਰਸ਼ ਤੇ ਗੱਲ ਕਰਦਾ ਜਿਹੜਾ ਮੌਜੂਦਾ ਚੱਲਦਾ ਇਹਦੇ ਤੇ, ਮੇਰਾ ਇਹ ਵੀ ਜਿਹੜੇ ਲੋਕ ਆ ਸੰਘਰਸ਼ ਕਰਨ ਲਈ ਤਕਰੀਬਨ ਉਹ ਤਿਆਰ ਰਹਿੰਦੇ ਹਮੇਸ਼ਾ ਹੀ। ਤੇ ਉਹ ਜਿਹੜੇ, ਕਿਉਂਕਿ ਸੰਘਰਸ਼ ਲੜਨ ਲਈ ਤੁਹਾਨੂੰ ਕਿਤੇ ਨਾ ਕਿਤੇ ਸਿਹਤ ਤਾਂ ਲੈਣੀ ਪੈਂਦੀ, ਆਸਰਾ ਤਾਂ ਤੁਹਾਡਾ ਹੁੰਦਾ ਹੀ ਆ। ਬਿਲਕੁਲ, ਬੇਸ਼ੱਕ ਉਹ ਤੁਸੀਂ
ਨਿਸ਼ਾਨ ਸਾਹਿਬ ਦਾ ਲਓ, ਗੁਰੂ ਸਾਹਿਬ ਦੇ ਪਾਤਸ਼ਾਹ ਦਾ ਜਾਂ ਕਾਹਦਾ ਮੰਨ ਲਓ ਬੇਸ਼ੱਕ ਨਹੀਂ ਵੀ ਪਤਾ ਹੈਗਾ ਉਸ ਮਾਨਸਿਕਤਾ ਨੂੰ, ਤਾਂ ਵੀ ਉਹ ਮਿੱਟੀ ਦੇ ਵਿੱਚ ਹੁੰਦਾ ਆ। ਤੁਹਾਨੂੰ ਪਤਾ ਨਹੀਂ, ਤੁਹਾਡੇ ਕਿਤੇ ਅਵਚੇਤਨ ਮਨ ਨੂੰ ਹੁੰਦਾ ਵੀ ਜਦੋਂ ਜਿੱਦਾਂ ਤੁਸੀਂ ਭਾਈ ਬਿੱਟੂ ਹੋਣੀ ਜਾਂ ਕੁੱਕੀ ਹੋਣੀ ਦੀਆਂ ਗੱਲਾਂ ਸੁਣੋਗੇ, ਉਹ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ ਵੀ ਉਹ ਕਿਹੜਾ ਸਿਦਕ ਤੁਹਾਨੂੰ ਲੜਾ ਰਿਹਾ ਹੁੰਦਾ, ਤੁਹਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਜੀ। ਮੇਰਾ ਪਰ ਹੁਣ ਇਹਦੇ ਨਾਲ ਇੱਕ ਹੋਰ ਆ ਮੇਰਾ ਜਿਹੜਾ ਮਸਲਾ, ਮੈਂ ਜਿਹੜੀ ਗੱਲ ਕਰ ਰਿਹਾ ਸੰਘਰਸ਼ ਦੀ ਮੌਜੂਦਾ ਦੌਰ ਦੇ ਵਿੱਚ ਵੀ ਲੋਕ ਪੂਰੇ ਇਮਾਨਦਾਰੀ ਨਾਲ ਲੜ ਰਹੇ ਆ, ਮਗਰ ਲੜ ਰਹੇ ਆ, ਪਰ ਜਿਹੜਾ ਯੂਨੀਅਨਾਂ ਦਾ ਲੜਨ ਦਾ ਢੰਗ ਤਰੀਕਾ ਆ ਇਹ ਕੋਈ ਵੱਡੇ ਨਿਸ਼ਾਨੇ ਨਹੀਂ ਮਿੱਥ ਸਕਿਆ ਇਸ ਇੰਨੇ ਵੱਡੇ ਸੰਘਰਸ਼ ਚੋਂ। ਕਿਉਂਕਿ ਜਦੋਂ ਤੁਹਾਨੂੰ ਐਡਾ ਵੱਡਾ ਮਗਰ ਲੋਕ ਮੰਨ ਲਓ ਸ਼ਕਤੀ ਜੁੜੀ ਹੁੰਦੀ ਆ, ਉਦੋਂ ਤੁਹਾਨੂੰ ਨਿਸ਼ਾਨੇ ਆਪਣੇ ਥੋੜੇ ਵੱਡੇ ਮਿੱਥਣੇ ਚਾਹੀਦੇ ਆ। ਮੇਰਾ ਮਤਲਬ ਇਹ ਆ, ਕਿਉਂਕਿ ਇਹ ਜਿਹੜਾ ਨਿਸ਼ਾਨੇ ਦਾ ਮਿੱਥਿਆ ਇਹ ਸਿਰਫ ਇੱਕ ਬਿੱਲਾਂ ਤੱਕ ਸੀਮਿਤ ਆ। ਬਿੱਲਾਂ ਤੱਕ ਜਦੋਂ ਤੁਸੀਂ ਸੀਮਿਤ ਕਰ ਲੈਂਦੇ ਆ, ਫਿਰ ਤੁਸੀਂ ਮੰਨ ਲਓ ਮਜਬੂਰ ਹੋ ਜਾਂਦੇ ਆ ਦੂਜੇ ਵਿਰੋਧੀ ਨੂੰ ਕਿਤੇ ਨਾ ਕਿਤੇ। ਹੁਣ ਜੇ ਬਿੱਲਾਂ ਤੱਕ ਸੀਮਿਤ ਹੈ, ਇਹਦਾ ਮਤਲਬ ਵੀ ਉਹ ਤੁਹਾਡਾ ਕਿਤੇ ਨਾ ਕਿਤੇ ਜਾ ਕੇ ਮਸਲਾ ਹੱਲ ਹੋ ਜਾਣਾ ਆ। ਉਹਦੇ ਵਿੱਚ ਜੇ ਉਹਨੇ ਬਿੱਲ ਨਹੀਂ ਵੀ ਪਿੱਛੇ ਲਾਇਆ, ਉਹਨੇ ਅਮੈਂਡਮੈਂਟ ਕਰ ਲਈ ਜਾਂ ਕਿਤੇ ਬੈਠ ਕੇ ਕਰ ਲਿਆ, ਇਹ ਹੋ ਜਾਣਾ ਹੱਲ। ਪਰ ਉਸ ਤੋਂ ਬਾਅਦ ਫਿਰ ਤੁਸੀਂ ਲੋਕਾਂ ਨੂੰ ਰੋਜ਼-ਰੋਜ਼ ਨਹੀਂ ਲਾਮਬੰਦ ਕਰ ਸਕਦੇ। ਉਸ ਤੋਂ ਬਾਅਦ ਜਿਹੜੀ ਬੀਜੇਪੀ ਆ ਜਾਂ ਉਹਦਾ ਤੁਸੀਂ ਵਿਰੋਧ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਜਿਹੜੀ ਸਮੱਸਿਆ ਵੱਡੀ ਆਉਣੀ ਆ ਗਾਂ ਦੇ, ਜਿਹੜੀ ਮੇਰਾ ਕਹਿਣ ਦਾ ਮਤਲਬ ਆ। ਕਿਉਂਕਿ ਇਸ ਸੰਘਰਸ਼ ਦੇ ਵਿੱਚੋਂ ਕੋਈ ਸਿਆਸੀ ਤਾਕਤ ਜਾਂ ਸਿਆਸੀ ਧਿਰ ਜਿਹੜੀ ਲੋਕਾਂ ਨੂੰ ਇਹ ਲੋਕ ਤਾਂ ਜੁੜੇ ਹੋ ਵੀ ਇਹ ਪੰਜਾਬ ਤੇ ਦਿੱਲੀ ਦੀ ਲੜਾਈ ਆ। ਜਿਹੜੇ ਆਮ ਲੋਕ ਤੁਸੀਂ ਭਾਸ਼ਣ ਸੁਣਦੇ ਜਾਂ ਕਿੱਦਾਂ, ਉੱਥੇ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਲੀਡਰ ਸਾਡੇ ਕੀ ਕਰਦੇ, ਪਰ ਲੋਕਾਂ ਦੀ ਮਾਨਸਿਕਤਾ 'ਚ ਇਹ ਵੀ ਦਿੱਲੀ ਸਾਡੇ ਨਾਲ ਧੱਕਾ ਕਰਦੀ ਹੈ ਤੇ ਅਸੀਂ ਦਿੱਲੀ ਵਿਰੁੱਧ ਲੜਨਾ, ਇਹ ਲੜਾਈ ਦਿੱਲੀ ਵਿਰੁੱਧ ਲੜਨੀ ਆ ਜਾਂ ਉੱਥੇ ਜਾਣਾ, ਦਿੱਲੀ ਨਾਲ ਲੜਨ ਚੱਲੇ ਆ। ਪਰ ਜਿਹੜੇ ਲੜਾਈ ਕਰਨ ਵਾਲੇ ਆ ਉਹ ਦਿੱਲੀ ਨੂੰ ਇੱਕ ਬਿੱਲਾਂ ਤੱਕ ਲੈ ਕੇ ਚੱਲੇ ਆ, ਮੇਰਾ ਕਹਿਣ ਦਾ ਮਤਲਬ ਆ। ਇਸ ਤੋਂ ਬਾਅਦ ਜਿੱਦਾਂ ਹੁਣ ਤੁਸੀਂ ਰੇਲਾਂ ਰੋਕ ਲਈਆਂ, ਦੇਖੋ ਪਤੀ ਸਾਹਿਬ ਆਪਣੀ ਵਿਆਖਿਆ ਕੀਤੀ ਉਹਦੇ ਨਾਲ ਆ। ਹੁਣ ਰੇਲਾਂ ਰੋਕਣ ਦੇ ਨਾਲ ਇੱਕ ਸਮੱਸਿਆ ਹੋਰ ਵੀ ਆ ਵੀ ਉਹ ਪੰਜਾਬ ਦੀ ਵੀ ਜੇ ਉਹਨੇ ਨਹੀਂ ਇਹ ਤੇ ਹੱਲ ਨਿਕਲਦਾ, ਜਾਂ ਜਿੱਦਾਂ ਹੁਣ ਉਹ ਕੋਵਿਡ ਦਾ ਪਾ ਰਹੇ, ਸ਼ਾਇਦ ਉਦਣ ਤੱਕ ਉਹ ਕੇਜਰੀਵਾਲ ਹੁਣੀ ਕਹਿਣ ਲੱਗ ਪਿਆ ਵੀ ਕਿ ਕੋਵਿਡ ਦੀ ਜੀ ਦਿੱਲੀ 'ਚ ਬਾਹਰ ਜੇ ਕਿਸੇ ਤਰ੍ਹਾਂ ਸਾਮੋ ਕੈਂਸਲ ਹੋ ਜਾਂਦਾ। ਜਿਹੜੀਆਂ ਰੇਲਾਂ ਹੁਣ ਇਹ ਆਪ ਵੀ ਯੂਨੀਅਨਾਂ ਕਹਿ ਰਹੀਆਂ ਆ ਵੀ ਨਹੀਂ ਤੁਸੀਂ ਚਲਾਓ, ਉਹ ਮੋਰੇ ਬਹਾਨੇ ਬਣਾ ਰਹੇ ਆ ਵੀ ਅਸੀਂ ਨਹੀਂ ਚਲਾਉਣੀਆਂ ਜਾਂ ਕਿੱਦਾਂ। ਉਹ ਪੰਜਾਬ ਦਾ ਵੀ ਜਿਹੜਾ ਵਪਾਰੀ ਤਬਕਾ ਜਾਂ ਆਰਥਿਕਤਾ ਜਿਹੜੀ ਦਿੱਲੀ ਵਾਲੀ ਮਾਨਸਿਕਤਾ, ਉਹ ਪੰਜਾਬ 'ਚ ਬਹੁਤ ਵੱਡੀ ਬੈਠੀ ਆ। ਮੇਰਾ ਕਹਿਣ ਤੋਂ ਭਾਵ ਹੈ ਵੀ ਸੰਘਰਸ਼ ਦੇ ਵਿੱਚ ਲੋਕ ਇਮਾਨਦਾਰੀ ਨਾਲ ਲੜ ਰਹੇ, ਪਰ ਇਹ ਯੂਨੀਅਨਾਂ ਨੂੰ ਜ਼ਰੂਰ ਉੱਤੇ ਵਿਚਾਰ ਵਟਾਂਦਰਾ ਜਾਂ ਕਰਨਾ ਚਾਹੀਦਾ ਵੀ ਕਿਤੇ ਸੰਘਰਸ਼ ਤੋਂ ਬਾਅਦ ਇਹ ਇੱਕ ਬਿੱਲਾਂ ਤੱਕ ਸੀਮਿਤ ਕਰਕੇ ਇੱਕ ਫੇਲੀਅਰ ਨਾ ਲੈ ਕੇ ਆ ਜਾਣ ਮੋਰੇ। ਕਿਉਂਕਿ ਸੰਘਰਸ਼ ਤੋਂ ਬਾਅਦ ਤੁਸੀਂ ਅਗਲਾ ਨਿਸ਼ਾਨਾ ਕਿਹੜਾ ਸੀ ਅਕਸਰ ਕਹਿੰਦੇ ਨੇ ਵੋਟਾਂ ਕਿਹਨੂੰ ਪਾਉਣੀਆਂ, ਕਿਉਂਕਿ ਆਫਟਰ ਆਲ ਨਿਸ਼ਾਨਾ ਤਾਂ ਸਿਆਸੀ ਤਾਕਤ ਰਾਹੀਂ ਹੀ ਤੁਹਾਡਾ ਨਿਯਤ ਹੋਣਾ। ਬੇਸ਼ੱਕ ਉਹ ਪੰਜਾਬ ਦੀ ਕੋਈ ਨਵੀਂ ਸਿਆਸਤ ਪੈਦਾ ਹੁੰਦੀ ਉਹਦੇ ਵਿੱਚੋਂ ਜਾਂ ਕੁਝ ਹੋਰ ਹੁੰਦਾ, ਉੱਥੇ ਥੋੜੀ ਜਿਹੀ ਮੈਨੂੰ ਨਿਰਾਸ਼ਾ ਆ ਵੀ ਉਹ ਤੁਸੀਂ ਇਸ ਤੋਂ ਬਾਅਦ ਹੱਲ ਹੋਏ ਤੋਂ ਬਾਅਦ ਪਤਾ ਲੱਗਣਾ। ਉਹ ਅਸਲ 'ਚ ਹੁਣ ਜੇ ਆਪਾਂ ਗੱਲ ਕਰਦੇ ਹਾਂ ਤਾਂ ਅਗਲੇ ਕਹਿਣਾ ਵੀ ਖਰੇ ਯੂਨੀਅਨਾਂ ਦੇ ਵਿਰੁੱਧ ਜਾਂ ਕਿੱਦਾਂ, ਕਿਉਂਕਿ ਤੁਹਾਡੇ ਇੱਕ ਜਿਹੜੇ ਪਿਛਲੇ ਸੰਘਰਸ਼ ਹੋਏ ਹਨਾ, ਉਹ ਉਹਨਾਂ 'ਚ ਨਿਸ਼ਾਨੇ ਮਿੱਥੇ ਜਾਂਦੇ ਸੀਗੇ। ਉਹ ਨਿਸ਼ਾਨੇ ਅੱਜ ਤੱਕ ਵੀ ਜੇ ਪੂਰੇ ਨਹੀਂ ਹੋਏ, ਉਹਨਾਂ ਤੇ ਅੱਜ ਤੱਕ ਵੀ ਕਿਉਂ ਮਾਨਸਿਕਤਾ ਲੜ ਰਹੀ ਆ। ਬੇਸ਼ੱਕ ਉਹ ਅਨੰਦਪੁਰ ਸਾਹਿਬ ਦਾ ਮਤਾ ਹੋਵੇ, ਬੇਸ਼ੱਕ ਉਹ ਅਲੱਗ ਦੇਸ਼ ਦਾ ਹੋਵੇ, ਬੇਸ਼ੱਕ ਖਾਲਿਸਤਾਨ ਦਾ ਹੋਵੇ, ਜਾਂ ਉਹ ਸਾਡੇ ਘੱਲੂ ਘਾਰਿਆਂ 'ਚ ਪਿਛਲਿਆਂ 'ਚ ਕੋਈ ਨਿਸ਼ਾਨੇ ਹੁੰਦੇ ਸੀਗੇ। ਇੱਥੇ ਨਿਸ਼ਾਨਾ ਤੁਹਾਡਾ ਯੂਨੀਅਨ ਨੇ ਬਹੁਤ ਸੀਮਿਤ ਕਰ ਦਿੱਤਾ। ਸਮੱਸਿਆ ਮੈਨੂੰ ਨਿਸ਼ਾਨੇ ਤੇ ਆ ਕਿ ਜੇ ਵੱਡਾ ਨਿਸ਼ਾਨਾ ਹੁੰਦਾ ਤੇ ਅਸੀਂ ਪੰਜਾਬ ਦੀ ਸਿਆਸਤ ਹੀ ਖੜੀ ਕਰ ਲੈਣੀ ਸੀ, ਕਿਸਾਨੀ ਦੇ ਮਸਲੇ ਸਵਾਲ ਹੱਲ ਕਰਨੇ ਆ। ਉਹ ਨਿਸ਼ਾਨੇ ਹੈ ਨਹੀਂ। ਉਹ ਮੰਨ ਲਓ ਉਹ ਮੁੜ ਕੇ ਨਹੀਂ ਤੁਸੀਂ ਉਭਾਰ ਪੈਦਾ ਕਰ ਸਕਦੇ, ਉਹਦੇ ਲਈ ਫਿਰ ਹੋਰ ਉਭਾਰ ਉੱਠੂਗਾ, ਫਿਰ ਉਹ ਇਦਾਂ ਹੋਣੀਆਂ ਚੀਜ਼ਾਂ। ਤੇ ਇਹ ਇਕੱਲਾ ਕਿਸਾਨੀ ਕਰਕੇ ਨਹੀਂ, ਇਹ ਸਾਰੇ ਹੀ ਨਾਲ ਜਿੱਦਾਂ ਗੁਰੂ ਸਾਹਿਬ ਦੀ ਬੇਅਦਬੀ ਆ ਜਾਂ ਹੋਰ ਸੰਘਰਸ਼ ਹੋਇਆ ਜੋ ਸਾਡੇ ਪਹਿਲਾਂ ਸਰਬੱਤ ਖਾਲਸਾ ਹੋਇਆ ਜਾਂ ਕਿੱਦਾਂ, ਉਹ ਲਗਾਤਾਰ ਸਾਰੇ ਮਸਲੇ ਇਕੱਠੇ ਹੋ ਕੇ ਇੱਕ ਉਭਾਰ ਬਣਦਾ ਹੁੰਦਾ। ਤੇ ਉਹਨੂੰ ਮੈਨੂੰ ਲੱਗਦਾ ਇਹ ਯੂਨੀਅਨਾਂ ਸਮਝ ਨਹੀਂ ਸਕੀਆਂ ਉਹਨੂੰ ਜਿੱਦਾਂ ਇਹਨਾਂ ਨੂੰ ਸਮਝਣਾ ਚਾਹੀਦਾ ਹੈਗਾ। ਉੱਥੇ ਥੋੜੀ ਜਿਹੀ ਨਿਰਾਸ਼ਾ ਹੋ ਰਹੀ ਹੈ। ਬਾਕੀ ਤਾਂ ਚਲੋ ਚੜ੍ਹਦੀ ਕਲਾ ਨਾਲ ਆ, ਇਤਕੀ ਨਹੀਂ ਤਾਂ ਹੋਇਆ ਤਾਂ ਫਿਰ ਇਹ ਤਾਂ ਹੋਣਾ ਕਿ ਹੋ ਕੇ ਤਾਂ ਰਹਿਣਾ ਹੀ ਹੁੰਦਾ ਹੈ ਜੀ। ਧੰਨਵਾਦ ਜੀ ਦਿਓਲ ਸਾਹਿਬ, ਧੰਨਵਾਦ। ਯੂਨੀਅਨਾਂ ਨੂੰ ਪਤਾ ਜੀ, ਯੂਨੀਅਨਾਂ ਦਾ ਸਿੱਖ ਸੰਘਰਸ਼ ਦੇ ਨਾਲ ਸੰਬੰਧ ਨਹੀਂ ਹੈ। ਉਹਨਾਂ ਦੀ ਆਈਡੀਓਲੋਜੀ ਅਲੱਗ ਹੈ, ਉਹਨਾਂ ਦੇ ਖੱਬੇ ਵਿਚਾਰਧਾਰਾ, ਉਹਨਾਂ ਨੂੰ ਪਤਾ ਹੈ ਉਹ ਕੀ ਕਰ ਰਹੇ ਨੇ। ਤਾਂ ਹੀ ਤਾਂ ਉਹ ਧਰਮ ਦਾ, ਤਾਂ ਹੀ ਤਾਂ ਉਹ ਬੋਲੇ ਸੋਨੇ ਹਲ ਦਾ ਨਾਅਰਾ ਨਹੀਂ ਲਾਉਣ ਦੇ ਰਹੇ। ਉਹਨਾਂ ਨੂੰ ਪਤਾ ਅਸੀਂ ਕੀ ਕਰ ਰਹੇ ਨੇ। ਮਹਿਦੂਦ ਕਰਕੇ ਉਹ ਕਹਿੰਦੇ ਅਸੀਂ ਤੋਰਿਆ, ਅਸੀਂ ਉਹ ਇਹਨੂੰ ਖਤਮ ਕਰਨਾ, ਅਸੀਂ ਉਹ ਇਹਨੂੰ ਜਿੱਤਣਾ, ਇੰਨਾ ਕੁ ਕਰਕੇ ਆ ਜਾਣਾ। ਕਿਉਂਕਿ ਵੱਡਿਆਂ ਮੋਢਿਆਂ ਤੇ ਜਿਹੜੇ ਨੇ ਪਰਨੇ ਰੱਖ ਕੇ ਤੁਰ ਰਹੇ ਨੇ, ਉਹ ਕਰ ਰਹੇ ਨੇ, ਪਰ ਧਰਮ ਵਾਲੇ ਪਾਸਿਓਂ ਉਹ ਨੇੜੇ ਨਹੀਂ ਲੱਗਣਾ ਚਾਹੁੰਦੇ। ਉਹਨਾਂ ਨੂੰ ਪਤਾ ਜੀ। ਉਹ ਸ੍ਰੀ ਅਮਰੀਕ ਸਿੰਘ ਰੇਹਲ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਰੇਹਲ ਸਾਹਿਬ। ਗਿੱਲ ਸਾਹਿਬ, ਰਾਤੀ ਮੇਰੀ ਬ੍ਰਦਰ ਨਾਲ ਗੱਲ ਹੋਈ ਸੀ, ਉਹ ਫਰਟੀਲਾਈਜ਼ਰ ਕੰਪਨੀ ਲੱਗਿਆ ਹੋਇਆ ਤੇ ਉੱਥੇ ਤੱਕ ਨਾ ਪੰਜਾਬ ਨੂੰ ਮੰਨ ਕੇ ਚਲੋ ਵੀ ਕੰਪਨੀਆਂ ਨੂੰ ਇਹ ਕਹਿਤਾ ਮੋਦੀ ਸਰਕਾਰ ਨੇ ਵੀ ਜੇ ਤੁਸੀਂ 22 ਰੋਡ ਰਾਜਸਥਾਨ ਚ ਫੈਕਟਰੀਆਂ ਨੇ ਹੁੰਦੀਆਂ ਚੰਬਲ ਫਰਟੀਲਾਈਜ਼ਰ ਦੀਆਂ, ਤੇ ਉਹ ਕਹਿੰਦੇ 22 ਰੋਡ ਵੀ ਅਸੀਂ ਪੰਜਾਬ ਚ ਆਪਣੇ ਟਰੱਕਾਂ ਰਾਹੀਂ ਯੂਰੀਆ ਭੇਜ ਦਿੰਦੇ ਆ। ਤੇ ਮੋਦੀ ਸਰਕਾਰ ਕਹਿੰਦਾ ਵੀ ਜੇ ਤੁਸੀਂ 22 ਰੋਡ ਟਰੱਕਾਂ ਰਾਹੀਂ ਪੰਜਾਬ ਨੂੰ ਯੂਰੀਆ ਦਓਗੇ ਤਾਂ ਤੁਹਾਨੂੰ ਸਬਸਿਡੀ ਨਹੀਂ ਦਿੰਦਾ ਮੈਂ। ਵਾਹ। ਇੱਥੇ ਰੱਖੇ ਤਾਂ ਜੀ ਕੰਪਨੀ ਨੂੰ। ਬਿਲਕੁਲ।
ਦੇਖੋ ਤੁਸੀਂ 350 ਤੋਂ 300 ਦਾ ਬੋਰਾ ਪੈਂਦਾ, ਸਬਸਿਡੀ ਨਾਲ 300 ਦਾ ਪੈਂਦਾ, ਸਬਸਿਡੀ ਤੋਂ ਬਗੈਰ 750 ਦਾ ਪੈਂਦਾ ਉਹ। ਬਿਲਕੁਲ ਠੀਕ ਆ ਜੀ, ਉਹ ਇੱਕ ਅਲੱਗ ਜਗ੍ਹਾ ਤੇ ਬੈਠਾ ਜੀ। ਹਾਂ ਬਿਲਕੁਲ ਹਾਂਜੀ, ਜਦ ਏਦਾਂ ਦੀਆਂ ਗੱਲਾਂ ਕਰ ਰਿਹਾ, ਉਹ ਪੰਜਾਬ ਨੂੰ ਮਾਰਨ ਦੀਆਂ ਗੱਲਾਂ ਕਰ ਰਿਹਾ ਜੀ। ਬਿਲਕੁਲ ਰੀਅਲ ਸਾਹਿਬ, ਬਿਲਕੁਲ ਠੀਕ। ਰਾਤੀ 8 ਵਜੇ ਡਰੈਗਨ ਕ੍ਰਿਊ ਕੈਪਸੂਲ ਦੇ ਵਿੱਚ 4 ਜਿਹੜੇ ਨੇ, ਇੱਕ ਫਿਜ਼ੀਸਟ, 2 ਐਸਟਰੋਨੌਟ, ਇੱਕ ਹੋਰ ਵਿਗਿਆਨੀ ਜਿਹੜਾ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਪਹੁੰਚ ਗਏ। ਸਫ਼ਰ ਜਿਹੜਾ ਉਹ 27 ਘੰਟੇ ਦਾ ਸੀ ਟੋਟਲ। ਪਹਿਲਾਂ ਜਦ ਉੱਡਦਾ ਰਾਕਟ ਫਾਲਕਨ ਦੇ ਰਾਹੀਂ 2-2.5 ਮਿੰਟ ਬਾਅਦ ਰਾਕਟ ਛੱਡ ਦਿੰਦਾ, ਰਾਕਟ ਬਾਹਰ ਉਤਰ ਹੁੰਦਾ, ਸੈਕੰਡ ਸਟੇਜ ਸ਼ੁਰੂ ਹੋ ਜਾਂਦੀ ਹੈ, ਸੈਕੰਡ ਸਟੇਜ ਲੈ ਕੇ ਜਾਂਦੀ ਹੈ। ਉਸ ਤੋਂ ਬਾਅਦ ਜ਼ੀਰੋ ਗ੍ਰੈਵਿਟੀ ਤੇ ਜਾ ਕੇ ਸੈਕੰਡ ਸਟੇਜ ਵੀ ਪਰਾਂ ਹੋ ਜਾਂਦੀ ਹੈ। ਫਿਰ ਇਹ 2 ਕੰਪੋਨੈਂਟਸ, ਇੱਕ ਟਰੰਕ ਤੇ ਇੱਕ ਕੈਪਸੂਲ। ਆਉਣ ਵੇਲੇ ਜਿਹੜਾ ਟਰੰਕ ਵੀ ਖਾਲੀ ਹੋ ਜਾਂਦਾ ਜਦ ਇੰਟਰਨੈਸ਼ਨਲ ਜਦ ਦੁਆਰਾ ਅਰਥ ਦੇ ਐਟਮੋਸਫੀਅਰ ਦੇ ਵਿੱਚ ਉਸਨੇ ਬਣਨਾ। 28,000 ਕਿਲੋਮੀਟਰ ਦੀ ਸਪੀਡ ਹੁੰਦੀ ਹੈ ਤੇ ਮਤਲਬ ਸੂਰਜ ਦੀ ਜਿੰਨੀ ਤਪਸ਼ ਉਨੀ ਹੁੰਦੀ ਹੈ ਉਸ ਸਮੇਂ। ਜਿਹੜੀਆਂ ਥਰਮਲ ਸ਼ੀਟਸ ਨੇ ਉਹ ਬਚਾਉਂਦੇ ਨੇ ਐਸਟਰੋਨੌਟ ਨੂੰ। ਬਹੁਤ ਔਖਾ ਸਮਾਂ ਹੁੰਦਾ ਉਹ 2-2.5 ਮਿੰਟ ਦਾ, ਕੋਈ ਉਸ ਵੇਲੇ ਕਮਿਊਨੀਕੇਸ਼ਨ ਨਹੀਂ ਹੁੰਦੀ ਜਦ ਵਾਪਸ ਆਉਂਦਾ। ਤੇ ਇਵੈਂਚੁਅਲੀ ਪੈਰਾਸ਼ੂਟ ਡਿਪਲਾਏ ਹੁੰਦੇ ਨੇ ਤੇ ਆ ਕੇ ਸਮੁੰਦਰ 'ਚ ਗਿਰ ਜਾਂਦਾ। ਕੋਲੰਬੀਆ ਡਿਜ਼ਾਸਟਰ ਜਦੇ ਹੋਇਆ ਸੀ ਜਦ ਧਰਤੀ ਦੇ ਬਾਜੂ ਮੰਡਲ 'ਚੋਂ ਬੜੀ ਤਾਂ ਉਹ ਫਟ ਗਈ। ਸੋ ਜਦ ਜਾਂਦਾ ਹੈ ਉੱਪਰ ਕ੍ਰਿਊ 400 ਕਿਲੋਮੀਟਰ ਉੱਪਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ 90 ਮਿੰਟ ਦੇ ਵਿੱਚ ਸਾਰੀ ਧਰਤੀ ਦਾ ਗੇੜਾ ਲਾਉਂਦਾ ਤੇ ਉਸ ਤਰ੍ਹਾਂ ਥੱਲਿਓਂ ਦਾਗਦੇ ਨੇ, ਉਹ ਇੰਟਰਸੈਪਟ ਕਰਦੇ ਨੇ ਆਪਸ ਵਿੱਚ, ਬਰਨ ਕਹਿੰਦੇ ਨੇ ਫੇਜ਼ਸ ਨੂੰ। ਤੇ ਉਹ ਹੌਲੀ ਹੌਲੀ ਨੇੜੇ ਆਉਂਦਾ ਤਾਂ 200 ਮੀਟਰ ਦਾ ਏਰੀਆ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ, ਉਸ ਦੀ ਜਦ 'ਚ ਜਦ ਆਉਂਦਾ ਫਿਰ ਫੁੱਲੀ ਆਟੋਨਮਸ ਹੋ ਕੇ ਉਹ ਡੌਕ ਹੁੰਦਾ ਤੇ ਉਹਦੇ 'ਚ ਕੁਛ ਵੀ ਪੁਲਾੜ ਜਿਹੜੇ ਵਿਗਿਆਨੀ ਜਾਂ ਗਏ ਨੇ ਜਾਂ ਕਮਾਂਡਰ ਹੈ ਕੁਛ ਨਹੀਂ ਕਰਦੇ, ਅੰਦਰ ਬੈਠੇ ਨੇ। ਪਹਿਲੀ ਵਾਰ ਇਕੱਠੇ 4 ਜਿਹੜੇ ਨੇ ਇਹ ਇਤਿਹਾਸ ਦੇ ਵਿੱਚ ਸਪੇਸ ਸ਼ਟਲ 'ਚ ਤਾਂ ਜਾਂਦੇ ਰਹੇ 6-6, 7-7, ਇਸ ਤਰ੍ਹਾਂ ਕੈਪਸੂਲ ਦੇ ਵਿੱਚ ਰਾਕਟ ਦੇ ਰਾਹੀਂ ਜਿਹੜਾ ਸੋਯੂਜ਼ ਜਾਂਦਾ ਹੈ ਉਹਦੇ ਵਿੱਚ 3 ਜਾਂਦੇ ਆ। ਸੋ ਤਾਂ ਹੀ 3 ਜਾਂ 6 ਸਦਾ ਹੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਵਿਗਿਆਨੀ ਰਹਿੰਦੇ ਨੇ। ਹੁਣ 7 ਨੇ, 3 ਪਹਿਲਾਂ ਸੀ ਜਿਹੜੇ ਸੋਯੂਜ਼ ਦੇ ਰਾਹੀਂ ਗਏ, ਇਹ 4 ਗਏ ਨੇ। 6 ਮਹੀਨੇ ਰਹਿਣਾ ਇਹਨਾਂ ਨੇ। ਡੌਕ ਜਿਹੜਾ ਹੋ ਗਿਆ ਪੂਰੇ 8 ਵਜੇ ਉਹ ਪਹੁੰਚਦਾ ਹੈ 220 ਮੀਟਰ ਤੇ 20 ਮੀਟਰ ਦੇ 2 ਅਲੱਗ-ਅਲੱਗ ਉਹਦੇ ਪੈਰੀਮੀਟਰ ਨੇ। 220 ਮੀਟਰ ਤੋਂ ਤੇ ਫਿਰ 20 ਮੀਟਰ ਤੋਂ ਗੋ ਔਰ ਨੋ ਗੋ, ਆਖਰੀ 20 ਮਿੰਟ ਹੁੰਦਾ 20 ਮੀਟਰ 'ਚ ਬਈ ਲੱਗਣਾ ਜਾਂ ਨਹੀਂ ਲੱਗਣਾ। ਤੇ ਬਹੁਤ ਜੇ ਤੁਸੀਂ ਵੇਖੋ ਵੀ ਕਿੰਨੇ ਬ੍ਰਿਲੀਅੰਟ ਇਹ ਬੰਦੇ ਨੇ ਜਿਨ੍ਹਾਂ ਨੂੰ ਧਰਤੀ ਤੇ ਜ਼ੀਰੋ ਗ੍ਰੈਵਿਟੀ ਤੇ ਪਾਣੀ ਦੇ ਵਿੱਚ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ, ਕੀ ਕੁਛ ਦਿਖਾਇਆ ਜਾਂਦਾ। ਆ ਕੇ 6-6, 7-7 ਮਹੀਨੇ ਲੱਗ ਜਾਂਦੇ ਨੇ ਉਹਨਾਂ ਨੂੰ ਨਾਰਮਲ ਹੋਣ ਲਈ। ਤੇ ਇੱਕ ਪੂਰੀ ਦੀ ਪੂਰੀ ਪੁਲਾੜ ਦੇ ਵਿੱਚ ਜਿਹੜੀ ਹੈ ਉਹ ਜਿਹੜੀ ਪ੍ਰਯੋਗਸ਼ਾਲਾ ਉੱਡੀ ਫਿਰਦੀ ਹੈ 90 ਮਿੰਟ 'ਚ ਤੁਹਾਡੀ ਧਰਤੀ ਦਾ ਗੇੜਾ ਦੇ ਦਿੰਦੀ ਹੈ, ਦੇਖ ਰਹੀ ਹੈ ਕੀ ਹੋ ਰਿਹਾ। ਆਪਣੀਆਂ ਡਿਊਟੀਆਂ ਨੇ, 7 ਬੰਦੇ ਆਪਣਾ ਸੌਂਦੇ ਨੇ, ਵਾਸ਼ਰੂਮ ਹੈ, ਖਾਣ ਪੀਣ ਦਾ। ਤੇ ਆਉਣ ਵਾਲੇ ਸਾਲ 1.5 ਸਾਲ ਦੇ ਵਿੱਚ 18 ਦੇ ਕਰੀਬ ਟ੍ਰਿਪ ਜਿਹੜੇ ਨੇ ਸਪੇਸ ਐਕਸ ਨੇ ਲਾਉਣੇ ਨੇ। ਸਮਾਨ ਵੀ ਛੱਡ ਕੇ ਆਉਣਾ, ਲੈ ਕੇ ਵੀ ਆਉਣਾ। ਸਪਰਿੰਗ ਮੌਸਮ ਬਹਾਰ 2021 'ਚ ਇਹ 4 ਜਿਹੜੇ ਬੰਦੇ ਵਾਪਸ ਆਉਣਗੇ। ਸੋ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ। ਦੂਸਰੀ ਗੱਲ ਜਿਹੜੀ ਚੱਲ ਰਹੀ ਹੈ ਉਹ ਇਹ ਹੈ ਕਿ ਜਦ ਦੇ ਐਰੋਨੋਟੂਲ ਕੰਜ਼ਰਵੇਟਿਵ ਦੇ ਲੀਡਰ ਬਣੇ ਨੇ, ਉਹਨਾਂ ਦੀ ਜਿਹੜੀ ਆਈਡੀਓਲੋਜੀ, ਉਹਨਾਂ ਦੀ ਗੱਲ ਕਰਨ ਦਾ ਢੰਗ ਜਾਂ ਪਹਿਲਾਂ ਵੀ ਉਹ ਬਹੁਤ ਰਿਪਬਲਿਕਨ ਦਾ ਮਿਲ ਰਿਹਾ ਅਮਰੀਕਾ ਵਾਲੇ ਪਾਸੇ। ਦੂਜੇ ਬੰਨੇ ਖਲਾਰਾ ਪਿਆ 20 ਜਨਵਰੀ ਨੂੰ ਜਿਹੜਾ ਬਾਈਡਨ ਵਾਲੀ ਗੱਲ ਤਾਂ ਨੇੜੇ ਲੱਗ ਗਈ, ਹੁਣ ਹਾਂ ਕਰਨ ਲੱਗ ਗਿਆ, ਸਰਪੰਚ ਬੋਲਣੋਂ ਹਟ ਗਿਆ। ਪਰ ਪੰਗਾ ਓਵਲ ਆਫਿਸ ਦੇ ਨਿੱਤ ਸੂਹਣ ਖੜੀ ਕਰਦਾ। ਹੁਣ ਅੱਜ ਸਵੇਰੇ ਬੈਠਾ ਹੀ ਸਾਰਿਆਂ ਨੂੰ ਕਹਿੰਦਾ ਇਰਾਨ ਤੇ ਹਮਲਾ ਨਾ ਕਰ ਦਈਏ। ਇਰਾਨ ਨਿਊਕਲੀਅਰ ਵਾਲਾ ਕੰਮ ਨਹੀਂ ਕਰਦਾ, ਹਟਦਾ ਨਹੀਂ। ਜਿਵੇਂ ਜਾਂਦਾ ਨਾ ਜਾਣ ਵੇਲੇ ਵੀ 20 ਦਿਨ 25 ਦਿਨ ਰਹਿੰਦੇ ਨੇ, ਮਹੀਨਾ ਮੰਗਵੀਂ ਗੱਡੀ ਆਈ ਆ ਭਜਾ ਲਓ ਠੱਬੇ ਠੋਲਿਆਂ ਦੇ ਵਿੱਚ, ਆਹ ਕੰਮ ਤੇ ਲੱਗਿਆ ਹੈ। ਕਹਿੰਦਾ ਇਰਾਨ ਤੇ ਹਮਲਾ ਨਾ ਕਰ ਦਈਏ, ਇਉਂ ਕਰ ਰਿਹਾ ਜਿਵੇਂ ਨਾਨਕੇ ਜਾਣਾ ਹੁੰਦਾ। ਉਧਰ ਮਾਈਕ ਪੋਂਪੀਓ ਹੈ ਜਿਹੜਾ, ਉਹ ਐਡਾ ਫਿਟਣੀਆਂ ਦਾ ਫੇਟ ਬੰਦਾ, ਐਡੀ ਡਿਫਰੈਂਟ ਪਰਸਨੈਲਿਟੀ ਹੈ। ਉਹਨੂੰ ਜਿਵੇਂ ਆਪਣਾ ਉਹਦਾ ਜਿਹੜਾ ਮੋਢਿਆਂ 'ਤੇ ਸਿਰ 'ਤੇ ਜਿਹੜਾ 2 ਕਿਲੋ ਵਜ਼ਨ ਮੋਢਿਆਂ 'ਤੇ ਆ, ਜਿਵੇਂ ਆਪਣਾ ਹੈ ਨਹੀਂ। ਉਹਨੂੰ ਪਤਾ ਹੈ ਕਿ ਟਰੰਪ ਦੇ ਜਦ ਨਾਲ ਰਹਿਣਾ ਤਾਂ ਆਪ ਹੁਦਰੀਆਂ ਕਰਨੀਆਂ ਨੇ। ਉਹ ਉਧਰ ਕਤਰ ਵਾਲੇ ਬਲੌਕੇਡ ਦੇ ਚੱਕਰ ਦੇ ਵਿੱਚ ਪਿਆ। ਕਤਰ ਤੁਹਾਨੂੰ ਪਤਾ ਹੈ ਬਲੌਕ ਕੀਤਾ 2017 'ਚ
ਜਦ ਬਹਿਰੀਨ ਨੇ, ਦੁਬਈ ਨੇ, ਮਿਸਰ ਨੇ ਤੇ ਸਾਊਦੀ ਅਰਬ ਨੇ। ਰੌਲਾ ਕੁਛ ਨਹੀਂ, ਮੁਸਲਿਮ ਬ੍ਰਦਰਹੁੱਡ ਦਾ, ਉਹਦੀ ਈਰਾਨ ਨਾਲ ਬਣਦੀ ਹੈ ਤੇ ਨਾਲ ਅਲ ਜਜ਼ੀਰਾ ਉੱਥੇ ਬੇਸਡ ਹੈ, ਉਹਨੂੰ ਰੋਕੀ ਬੈਠੇ ਨੇ। ਹੁਣ ਉਹਦੇ ਦੀ ਵੀ ਗੱਲ ਚੱਲ ਰਹੀ ਹੈ ਵੀ ਚੱਲ ਜਾਣ ਵੇਲੇ ਛੱਡ ਦਿਓ, ਪਰ ਈਰਾਨ ਤੇ ਨਿਗਾਹ ਜਿਹੜੀ ਜਿਵੇਂ ਬਹੁਤ ਵੱਡੀ ਮਨ ਦੇ ਵਿੱਚ ਗੱਲ ਰਹਿ ਜਾਂਦੀ ਹੈ, ਇਸ ਤਰ੍ਹਾਂ ਡੋਨਲਡ ਟਰੰਪ ਦੇ ਹੈ ਬਈ ਮੈਂ ਆ ਸੈਕੰਡ ਟਰਮ ਦੇ ਵਿੱਚ ਇੱਕ ਵਾਰ ਫੁੰਡਣਾ ਸੀ ਈਰਾਨ ਨੂੰ, ਵੀ ਜਿਵੇਂ ਉਹਦੇ ਦਿਲ ਦੇ ਵਿੱਚ ਰਹਿ ਗਈ ਹੁੰਦੀ ਹੈ। ਸਾਰੇ ਟੱਬਰ ਦਾ, ਕੱਲਾ ਬੰਦਾ ਹੋਵੇ ਬੈਗ ਚੱਕ ਕੇ ਤੁਰ ਜਾਂਦਾ, ਸਾਰੇ ਟੱਬਰ ਦਾ ਓਵਲ ਆਫਿਸ ਦੇ ਵਿੱਚੋਂ ਤੁਰਨਾ ਬਹੁਤ ਔਖਾ ਹੋਣਾ। ਪੁੱਤ, ਧੀ, ਜਵਾਈ, ਤਿੰਨੇ ਜਵਾਕ, ਚੌਥੀ ਘਰ ਵਾਲੀ 25-30 ਸਾਲ ਪੁਰਾਣੀ, ਛੋਟੀ ਸੌਰੀ, ਪਤਾ ਨਹੀਂ ਹੁਣ ਸਮਾਨ ਕਿਵੇਂ ਬੰਨਣਾ, ਬਹੁਤ ਔਖਾ। ਕਮੀ ਤਾਂ ਕੋਈ ਨਹੀਂ, ਅਰਬਾਂ ਹੀ ਡਾਲਰ ਨੇ। ਟਰੰਪ ਟਾਵਰ ਦੇ ਵਿੱਚ ਪੈਂਟ ਹਾਊਸ ਬਣੇ ਹੋਏ ਨੇ, ਸੋਨੇ ਦੇ ਮੁੱਠਿਆਂ ਵਾਲੇ ਦਰਵਾਜ਼ੇ ਨੇ, ਪਰ ਇੱਕ ਦਫ਼ਤਰ, ਓਵਲ ਆਫਿਸ, ਐਡੀ ਸ਼ਕਤੀ ਵਾਲੀ ਜਗ੍ਹਾ 'ਚੋਂ ਬਾਹਰ ਜਾਣਾ ਬਹੁਤ ਡਿਫਰੈਂਟ ਹੈ, ਬਹੁਤ ਅਲੱਗ ਕਿਸਮ ਦੇ ਇੱਕ ਸਿਨੈਰੀਓ ਦੇ ਵਿੱਚੋਂ ਟਰੰਪ ਨੇ ਗੁਜ਼ਰ ਰਿਹਾ। ਐਡਾ ਮਨ ਨੂੰ ਉਹਦੇ ਹੁਣ ਪਤਾ ਨਹੀਂ, ਦਿਲ ਨੂੰ, ਦਿਮਾਗ ਨੂੰ ਕੀ ਚੜ੍ਹ ਰਿਹਾ ਹੋਊ ਵੀ ਮੇਰਾ ਕੀ ਰਹਿ ਗਿਆ। ਸੋ ਐਰਨੋ ਟੂਲ ਕੀ ਕਹਿ ਰਹੇ ਨੇ, ਐਰਨੋ ਟੂਲ ਕੰਮ ਕੀ ਕਰ ਰਹੇ ਨੇ? ਅੱਜ ਉਹਨਾਂ ਨੇ ਕਿਹਾ ਵੀ, ਅੱਜ ਉਹਨਾਂ ਨੇ ਇੱਕ ਮੋਸ਼ਨ ਲਿਆਂਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਚੀਨ ਨੂੰ ਰੋਕੋ, ਚੀਨ ਦਖਲਅੰਦਾਜ਼ੀ ਕਰ ਰਿਹਾ ਤੁਹਾਡੇ ਕੈਨੇਡਾ ਦੇ ਵਿੱਚ। ਬਾਓਵੇ ਦਾ ਜਿਹੜਾ ਨੈਟਵਰਕ ਆ 5G ਦਾ, ਇਹਨੂੰ ਬੰਦ ਕਰ ਲਿਓ। ਇਹਨੇ ਕੈਨੇਡੀਅਨਸ ਲੋਕਾਂ ਤੇ ਸਪਾਈ ਕਰਨਾ, ਐਸਪੀਓਨਾਜ ਕਰਨਗੇ, ਤੇ ਇਹ ਜਿਹੜਾ ਗਲੋਬਲ ਥ੍ਰੈਟ ਆ, ਬਹੁਤ ਗ੍ਰੇਟਰ ਥ੍ਰੈਟ ਆ ਕੈਨੇਡਾ ਨੂੰ, ਜਿਹੜਾ ਚਾਈਨਾ ਰਾਈਜ਼ ਕਰ ਰਿਹਾ। ਉਹ ਟੂਲ ਨੇ ਕਿਹਾ ਵੈਸਟਰਨ ਵਰਲਡ ਜਿਹੜਾ ਹੈ ਉਹ ਇਹ 'ਤੇ ਖਿਆਲ ਰੱਖੇ ਕਿ ਹਿਊਮਨ ਰਾਈਟਸ ਅਬਿਊਜ਼ ਹੋ ਰਹੇ ਨੇ, ਅਤੇ ਉਹਦੇ ਬਾਅਦ ਇੰਟਲੈਕਚੁਅਲ ਪ੍ਰੋਪਰਟੀ ਥੈਫਟ ਹੋ ਰਹੇ ਨੇ, ਟ੍ਰੇਡ ਪ੍ਰੈਕਟਿਸ ਮੈਨੂਪੂਲੇਟ ਕਰ ਰਿਹਾ ਹੈ। ਉਹਦੇ ਬਾਅਦ ਕੰਟਰੀ ਦੀ ਇਕੋਨਮੀ ਦੇ ਵਿੱਚ ਜਿਹੜਾ ਚੀਨ ਦਖਲਅੰਦਾਜ਼ੀ ਕਰ ਰਿਹਾ ਹੈ, ਅਤੇ ਬਹੁਤ ਅਗਰੈਸਿਵ ਪੋਸਚਰ ਹੈ, ਅਗਰੈਸਿਵ ਹੋ ਕੇ ਇੱਕ ਪੋਸਚਰ 'ਚ ਕਰ ਜਾ ਰਿਹਾ। ਅਤੇ ਉਸ ਨੂੰ ਸਪੈਸੀਫਿਕਲੀ ਉਹਨਾਂ ਨੇ ਜਿਹੜੇ ਕੰਸਰਵੇਟਿਵ MP ਮਾਈਕਲ ਚੌਂਗ ਨੇ, ਉਹਨਾਂ ਨੇ ਬਿੱਲ ਕੀਤਾ ਵੀ 5G ਨੈਟਵਰਕ ਕੈਨੇਡਾ ਨੂੰ ਰੋਕਣਾ ਚਾਹੀਦਾ। 604-204-0600 ਚੀਨ ਕੈਨੇਡਾ ਦੇ ਵਿੱਚ ਕਿੰਨੀ ਕੁ ਦਖਲਅੰਦਾਜ਼ੀ ਕਰ ਰਿਹਾ? ਚੀਨ ਦਾ ਹੁਣ ਤੱਕ ਦਾ ਜਿਹੜਾ ਕੰਮ ਹੈ ਉਹ ਤੁਹਾਨੂੰ ਕਿਵੇਂ ਲੱਗ ਰਿਹਾ? ਚਾਹੇ ਮਨੀ ਲਾਂਡਰਿੰਗ ਦੀ ਗੱਲ ਹੋਵੇ, ਬਿਗ ਸਰਕਲ ਬॉयਜ਼ ਦੀ ਗੱਲ ਹੋਵੇ, ਡਰੱਗਸ ਦੀ ਗੱਲ ਹੋਵੇ, ਚੀਨ ਦੀ ਮਿਲਟਰੀ ਦੇ ਜਾਂ ਕੋਈ ਵੱਡੇ ਬੰਦੇ ਜਿਹੜੇ ਚਾਹੇ ਚਿਲਾਵੈਕ ਦੇ ਵਿੱਚ 20-20 ਕਿੱਲਿਆਂ 'ਚ ਰਹਿ ਕੇ ਮਤਲਬ ਹਜ਼ਾਰਾਂ ਹੀ ਹਥਿਆਰ ਅਤੇ ਮਿਲੀਅਨਸ ਡਾਲਰ ਦੀਆਂ ਗੱਡੀਆਂ, ਟੈਕਸ ਦੀ ਚੋਰੀ ਕਰਨੀ, 5-5 ਲੱਖ ਦੀਆਂ ਕਾਰਾਂ 'ਚ ਫਿਰਨਾ, ਸਰਕਾਰ ਨੂੰ ਕੱਖ ਨਾ ਦੇਣਾ, ਅਤੇ ਗੋਸਟ ਹਾਊਸ ਪੈਸਾ ਲਿਆ ਕੇ ਡੰਪ ਕਰਨਾ। ਜੇ ਬੈਗ ਵੀ ਉੱਥੋਂ ਇੱਕ ਲਿਆਂਦਾ ਛੁੱਟੀਆਂ ਕੱਟਣ ਲਈ, ਉਹਦੇ 'ਚ ਵੀ 5000 ਦਾ ਸਮਾਨ ਭਰ ਕੇ ਲਿਆ ਕੇ ਗਰਾਜ 'ਚ ਵੇਚ ਦੇਣਾ। ਇਹ ਜਿਹੜਾ ਚੀਨ ਦੇ ਲੋਕਾਂ ਨੂੰ ਜਾਂ ਚੀਨ ਦੇ ਰਾਸ਼ਟਰਪਤੀ ਨੂੰ ਜਿਵੇਂ ਉਹਨੇ ਧੱਜੀਆਂ ਅੜਾ ਰਿਹਾ ਪਾਵਰ 'ਚ ਰਹਿਣ ਕਰਕੇ, ਕੀ ਚੀਨ ਦਾ ਕੈਨੇਡਾ ਦੇ ਵਿੱਚ ਕਿੰਨਾ ਕੁ ਜਿਹੜੀ ਦਖਲਅੰਦਾਜ਼ੀ ਹੈ? ਚੀਨ ਕੈਨੇਡਾ ਦੇ ਵਿੱਚ ਕੀ ਕਰ ਰਿਹਾ? ਚੀਨ ਖਾਸ ਤੌਰ 'ਤੇ ਵੈਸਟਰਨ ਕੈਨੇਡਾ ਦੇ ਵਿੱਚ ਜਿਹੜੇ ਖਿੱਤੇ 'ਚ ਅਸੀਂ ਬੈਠੇ ਹਾਂ, ਇੱਥੇ ਦਖਲਅੰਦਾਜ਼ੀ ਜਿਹੜੀ ਉਹਦੀ ਸ਼ਰੇਆਮ, ਤੁਹਾਨੂੰ ਪਤਾ ਹੀ ਹੈ ਮਨੀ ਲਾਂਡਰਿੰਗ ਦੇ ਵਿੱਚ ਡਾਕਟਰ ਜਰਮਨ ਨੇ ਕੀ ਕੁਛ ਦੱਸਿਆ, ਅਤੇ ਕਿਸ ਤਰ੍ਹਾਂ ਬਿਗ ਸਰਕਲ ਬॉयਜ਼ ਜਿਹੜੇ ਨੇ ਚੀਨ ਬੇਸਡ ਇੱਕ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਹੈ, ਕਿਵੇਂ ਮਨੀ ਆਉਂਦੀ ਹੈ, ਕਿਵੇਂ ਵਾਪਸ ਜਾਂਦੀ ਹੈ, ਕਿਵੇਂ ਦੁਬਾਰਾ ਇਨਵੈਂਟਰੀ ਉੱਥੇ ਬਣਾਉਂਦੇ ਨੇ, ਫੈਕਟਰੀਆਂ 'ਚ ਸਮਾਨ ਆਉਂਦਾ, ਜਾਂ ਲੋਕਲ ਸਨਅਤ ਨੂੰ ਖਤਮ ਕਰ ਦੇਣਾ। ਹਰ ਇੱਕ ਬੰਦਾ ਆਪਣੇ ਚੱਕਰ 'ਚੋਂ ਕਹਿੰਦਾ ਇੱਥੇ ਕੀ ਲਾਵਾਂਗੇ, ਇੱਥੇ ਫੈਕਟਰੀ ਲਾਵਾਂਗੇ, ਬੰਦੇ ਰੱਖਣੇ ਪੈਣਗੇ, ਦਿਹਾੜੀ 'ਚ $100 'ਚ ਇੱਕ ਦਿਨ ਬੰਦਾ ਮਿਲਦਾ ਅਤੇ ਉੱਥੇ $100 'ਚ ਮਹੀਨੇ ਨੂੰ ਮਿਲਦਾ। ਉੱਥੇ ਕੋਈ ਕਦਰਾਂ ਕੀਮਤਾਂ ਨਹੀਂ, 6-6 ਮਹੀਨੇ ਹਫਤੇ ਦੀ ਸ਼ਿਫਟ ਹੈ, ਇੱਕ 600 ਬੈੱਡ ਆ, 1200 ਬੰਦਾ ਕੰਮ ਕਰਦਾ, ਇੱਕ ਸੌਂ ਜਾਂਦਾ, ਦੂਜਾ ਪਾ ਲੈਂਦਾ। ਮਰਜ਼ੀ ਨਾਲ ਘਰ ਨਹੀਂ ਜਾ ਸਕਦੇ, ਮਰਜ਼ੀ ਨਾਲ ਕਿਤੇ ਤੁਸੀਂ ਜਾ ਨਹੀਂ ਸਕਦੇ, ਕੰਮ ਤੋਂ ਘਰ, ਘਰ ਤੋਂ ਕੰਮ, ਪੈਸੇ ਜਮ੍ਹਾਂ ਹੋ ਜਾਣੇ ਨੇ। ਬਹੁਤ ਕੰਟਰੋਲ ਆ ਜਿਹੜੇ ਉੱਥੇ ਬੰਦੇ ਵਪਾਰੀ ਜਾਂਦੇ ਨੇ, ਉਹਨਾਂ ਨੂੰ ਪਤਾ ਕਿ ਉੱਥੇ ਕੀ ਹੁੰਦਾ ਚੀਨ 'ਚ। ਪਰ ਵਪਾਰੀ ਦਾ ਕੰਮ ਹੈ ਕਿ ਉਹਨੇ ਬਿਜ਼ਨਸ ਕਰਨਾ, ਉਹਦਾ ਮਾਰਜਨ ਕੀ ਹੈ। ਗਾਹਕ ਦਾ ਹੈ ਕਿ $20 ਵਾਲੀ ਚੀਜ਼ ਚੀਨ ਤੋਂ 8 ਦੀ ਮਿਲਦੀ ਹੈ, ਮੈਂ 20 ਕਿਉਂ ਦੇਵਾਂ? ਪਰ ਦੇਸ਼ ਰਾਜਨੀਤੀ ਜਾਂ ਪੈਸੇ ਧੇਲੇ ਤੋਂ ਉੱਪਰ ਉੱਠ ਕੇ ਜਿਹੜਾ ਦੇਸ਼ 'ਚ ਦਖਲਅੰਦਾਜ਼ੀ ਹੈ, ਇਹਦੇ 'ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਵਾਕਿਆ ਚੀਨ ਦੁਨੀਆ ਲਈ ਖਤਰਾ ਹੈ। ਜੇ ਦੁਨੀਆ ਲਈ ਖਤਰਾ ਤਾਂ ਕਿਹੋ ਜਿਹਾ ਖਤਰਾ ਕਿ ਕੀ ਕਰ ਸਕਦਾ ਹੈ? ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 1।
ਹਾਂਜੀ ਗਿੱਲ ਸਾਹਿਬ again ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਚਲੋ ਤੁਹਾਡਾ ਕੁਦਰਤੀ ਸ਼ੋਅ ਆ ਗਿਆ। ਮੈਂ ਰੀਸੈਂਟਲੀ ਖਬਰ ਪੜ੍ਹੀ ਸੀਗੀ 15 ਤਰੀਕ ਦੀ, ਕਿਉਂਕਿ ਜਿਹੜੀ ਦਖਲਅੰਦਾਜ਼ੀ ਤਾਂ ਇੱਕ ਤਾਂ ਮੈਂ ਤਾਂ ਉਹਦੇ ਅਕੋਰਡਿੰਗ ਹੀ ਗੱਲ ਕਰਦਾ ਵੀ ਜਿਹੜਾ ਇੱਕ ਸਮਝੌਤਾ ਹੋਇਆ ਰੀਸੈਂਟਲੀ ਆਪਣੇ ਉਧਰ ਏਸ਼ੀਆ ਦੇ ਵਿੱਚ 15 ਦੇਸ਼ਾਂ ਦਾ, ਉਹਦੇ ਵਿੱਚ ਚੀਨ ਆ, ਜਾਪਾਨ ਆ, ਨਿਊਜ਼ੀਲੈਂਡ ਆ, ਆਸਟ੍ਰੇਲੀਆ ਆ, ਸਾਊਥ ਕੋਰੀਆ ਆ, ਕੰਬੋਡੀਆ, ਜਾਨੀ ਛੋਟੇ ਛੋਟੇ ਦੇਸ਼ ਆ, ਉਹ 'ਚ ਇੰਡੀਆ ਨਹੀਂ ਹੈਗਾ ਤੇ ਪਾਕਿਸਤਾਨ ਵਗੈਰਾ ਇਹ ਨਹੀਂ ਹੈਗੇ। ਉਹ ਸਮਝੌਤਾ ਖੁੱਲੇ ਟ੍ਰੇਡ ਦਾ ਹੋਇਆ ਜੀ, ਓਪਨ ਸਾਰੇ ਦਾ, ਤੇ ਉਹ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਮੇਰੇ ਖਿਆਲ ਨਾਲ ਜਿਹੜਾ ਕੱਲਾ ਡਿਵੈਲਪ ਕੰਟਰੀਆਂ ਨਹੀਂ, ਮੰਨ ਲਓ ਉਹਨਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਵਿਕਸਿਤ ਦੇਸ਼ ਹੈ, ਇੱਕ ਵਿਕਾਸਸ਼ੀਲ ਦੇਸ਼ ਵੀ ਉਹਦੇ ਵਿੱਚ ਸ਼ਾਮਲ, ਛੋਟੇ ਛੋਟੇ ਕੰਬੋਡੀਆ ਵਗੈਰਾ, ਇੰਡੋਨੇਸ਼ੀਆ, ਹਨਾ ਜੀ। ਹੁਣ ਉਹ ਦੁਨੀਆ ਦੀ ਪਾਪੂਲੇਸ਼ਨ ਦਾ 30% ਪਾਪੂਲੇਸ਼ਨ ਉਸ ਸਮਝੌਤੇ ਦੇ ਅੰਦਰ ਆਉਂਦੀ ਆ ਜੀ। ਹੁਣ ਮੇਰਾ ਕਹਿਣ ਤੋਂ ਭਾਵ ਹੈ ਵੀ ਜਿਹੜੀ ਦੇਸ਼ ਦੀ ਦਖਲਅੰਦਾਜ਼ੀ ਹੁੰਦੀ ਆ ਨਾ, ਉਹ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੂਜੇ ਦੇਸ਼ ਦੇ ਉੱਤੇ ਨਿਰਭਰ, ਉਹਦੀਆਂ ਸੇਵਾਵਾਂ ਮੰਨ ਲਓ ਉਹਦੇ ਮਟੀਰੀਅਲ ਤੇ ਨਿਰਭਰ ਹੋ ਜਾਂਦੇ। ਹੁਣ ਚੀਨ ਦੀਆਂ ਮੰਨ ਲਓ ਕਿਸੇ ਵੇਲੇ ਅਮਰੀਕਾ ਦੇ ਉੱਤੇ ਆਪਾਂ ਇੰਡੀਆ ਜਾਂ ਪਾਕਿਸਤਾਨ ਇੰਨੇ ਜ਼ਿਆਦਾ ਨਿਰਭਰ ਹੋ ਗਏ, ਤੁਸੀਂ ਇਹ ਸੋਚ ਹੀ ਨਹੀਂ ਸਕਦੇ ਵੀ ਅਮਰੀਕਾ ਤੋਂ ਬਗੈਰ ਤੁਸੀਂ ਆਪਣਾ ਕੁਝ ਬਣਾ ਲੂਗੇ ਜਾਂ ਇਹਨਾਂ ਦੀ ਸਲਾਹ ਤੋਂ ਬਗੈਰ ਤੁਸੀਂ ਕੁਝ ਸਿਰਜ ਲੂਗੇ। ਹੁਣ ਅੱਜ ਉਹੀ ਹੋ ਚੁੱਕਾ ਹੈ, ਜਿਹੜੀ ਦੁਨੀਆ ਦੀ ਮੰਡੀ ਦੇ ਵਿੱਚ ਜਿੰਨਾ ਚੀਨ ਦਾ ਕਬਜ਼ਾ, ਪੈਸੇ ਦੇ ਪੱਖੋਂ ਵੀ ਸਾਰੇ ਹੀ ਉਹਨਾਂ ਦੇ ਅਦਾਰੇ, ਆਪਣੀ ਇੱਥੇ ਪੋਰਟਾਂ ਵਗੈਰਾ ਆ ਸਾਰੇ, ਉਹ ਤਾਂ ਮੰਨ ਲਓ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੇ ਵਾਹੇ ਕੀਤੀਆਂ ਆ, ਚੀਨੀਆਂ ਕੋਲ ਆ। ਹੁਣ ਜਦੋਂ ਤੁਸੀਂ ਜਿਨ੍ਹਾਂ ਨੇ ਤੁਹਾਡਾ ਸਾਰਾ ਹੀ ਤੁਹਾਡਾ ਕੁਛ ਇੱਥੇ ਬੈਠਿਆਂ ਨੇ ਵਾਹੇ ਕਰ ਲਿਆ ਆ, ਉਹਨਾਂ ਨੇ ਤੁਹਾਡੇ ਦਖਲਅੰਦਾਜ਼ੀ ਕਰਨੀ ਹੀ ਕਰਨੀ ਹੈ। ਤੁਸੀਂ ਉਹਨਾਂ ਨੂੰ ਕਿੱਦਾਂ ਰੋਕ ਲਓਗੇ? ਕਿਸੇ ਤਰੀਕੇ ਵੀ ਨਹੀਂ ਰੋਕ ਸਕਦੇ। ਤੁਸੀਂ ਗੱਲੀ ਬਾਤੀ ਭਾਵੇਂ ਕਰੀ ਜਾਓ। ਹੁਣ ਟਰੰਪ ਵੀ ਇਸੇ ਗੱਲੋਂ ਪਿੱਟਦਾ ਹੁੰਦਾ ਸੀਗਾ ਵੀ ਕਿਸੇ ਤਰ੍ਹਾਂ ਆਪਣਾ ਵਿਦਨ ਦਾ ਕੰਟਰੀ ਏਦਾਂ ਡਿਵੈਲਪ ਹੋਈਏ ਮੁੜ ਕੇ, ਪਰ ਹੁਣ ਦੁਨੀਆ 'ਚ ਢਾਂਚਾ ਇੰਨਾ, ਜਿੰਨਾ ਓਪਨ ਮੰਡੀ 'ਚ ਇੰਨਾ, ਮੰਨ ਲਓ ਸਿਰਫ ਪੈਸੇ ਦੀ ਦੌੜ ਜਾਂ ਰੱਖ ਲਓ ਵੀ ਜਿੰਨਾ ਸਸਤਾ ਜਿੱਧਰੋਂ ਮਿਲਦਾ ਉਹ ਲਿਆ ਕੇ ਵੱਧ ਮੁਨਾਫਾ ਕਮਾਓ। ਇਹਦੇ ਵਿੱਚ ਚਾਈਨਾ, ਇਸ ਵੇਲੇ ਚਾਈਨਾ ਦਾ ਤੋੜ ਹੈ ਨਹੀਂ ਦੁਨੀਆ ਦੇ ਵਿੱਚ ਕੋਲ। ਮੇਰਾ ਕਹਿਣ ਤੋਂ ਭਾਵ ਹੈ ਵੀ ਜੇ ਕੈਨੇਡਾ ਨੂੰ ਵੀ ਦੇਖਾਂਗੇ, ਉਹਦਾ ਜੇ ਤਾਂ ਉਹਦਾ ਤੋੜ ਹੀ ਹੈ ਨਹੀਂ ਕੈਨੇਡਾ ਦੇ ਕੋਲ। ਆਪਣਾ ਤੁਸੀਂ ਡੋਮੈਸਟਿਕ ਜਿਹੜਾ ਤੁਹਾਡਾ ਇਕਨੋਮੀ ਆ, ਉਹਨੂੰ ਤਾਂ ਤੁਸੀਂ ਉਹਦੇ ਵੱਲੋਂ ਤਾਂ ਧਿਆਨ ਨਹੀਂ ਦੇ ਰਹੇ। ਸਾਰਾ ਕੁਝ ਤੁਸੀਂ ਰਾ ਮਟੀਰੀਅਲ ਚੱਕ ਲੋਕਾਂ ਨੂੰ ਦੇਈ ਜਾਂਦੇ ਆ, ਆਪ ਤੁਸੀਂ ਇਹਦੇ ਡਿਵੈਲਪ ਕੁਝ ਨਹੀਂ ਕਰ ਰਹੇ। ਕਿਉਂਕਿ ਇਸੇ ਤਰ੍ਹਾਂ ਉਹ ਮੈਂ ਤਾਂ ਸਮਝੌਤੇ ਦੀ ਗੱਲ ਕੀਤੀ ਵੀ ਉਹ ਜਿਹੜਾ ਓਪਨ ਆ ਉਹਦੇ ਵਿੱਚ ਇੰਡੀਆ ਨੂੰ ਵੀ ਬਾਹਰ ਰੱਖਿਆ ਗਿਆ। ਤੁਸੀਂ ਉਹ ਯੂਰਪੀਅਨ ਤੇ ਪੱਛਮੀ ਆਪਣੇ ਮੈਕਸੀਕੋ ਜਿਹੜਾ ਇੱਥੇ ਆਪਣਾ ਟ੍ਰੇਡ ਚੱਲਦਾ ਕੈਨੇਡਾ, ਇਹ ਨਾ ਦੁਨੀਆ ਦੇ ਹੁਣ ਤੱਕ ਦੇ ਟ੍ਰੇਡਾਂ ਨਾਲ ਸਭ ਤੋਂ ਵੱਡਾ ਆ ਜੇ ਦੇਖਿਆ ਜਾਵੇ, ਜਿਹੜਾ 15 ਤਰੀਕ ਨੂੰ ਹੁਣ ਹੋਇਆ ਰੀਸੈਂਟਲੀ। ਉਹਨੇ ਦੁਨੀਆ ਦਾ ਸਾਰਾ ਢਾਂਚਾ, ਜੇ ਉਹਦੇ ਵਿੱਚ ਜਾਪਾਨ, ਸਾਊਥ ਕੋਰੀਆ, ਨਿਊਜ਼ੀਲੈਂਡ, ਆਸਟ੍ਰੇਲੀਆ ਆ ਤਾਂ ਫਿਰ ਉਹ ਸ਼ਾਮਲ ਆ, ਤਾਂ ਫਿਰ ਇਹ ਪੱਛਮੀ ਲੋਕਾਂ ਦੀ, ਇਹਨਾਂ ਦੀ ਤਾਂ ਅਮਰੀਕਾ, ਕੈਨੇਡਾ ਵਗੈਰਾ ਦੇ ਮੇਰੇ ਖਿਆਲ ਨਾਲ ਕੋਈ ਬੁੱਕਤ ਨਹੀਂ ਰਹਿਣੀ, ਕਿਉਂਕਿ ਇਹ ਦੁਨੀਆ ਲੈਵਲ ਤੇ ਬਹੁਤ ਕੁਝ ਚੇਂਜ ਹੋ ਰਿਹਾ। ਸਾਨੂੰ ਉਸ ਤਰੀਕੇ ਦਾ ਦੇਖਣਾ ਚਾਹੀਦਾ ਵੀ ਜੇ ਤੁਸੀਂ ਉਹ ਆਪਾਂ ਕਈ ਵਾਰੀ ਕਹਿ ਦਿੰਦੇ ਇੱਥੇ ਹਿੱਤ ਹੁੰਦੇ ਆ ਵੀ ਉਹ ਇਹਨਾਂ ਦੇ ਕੰਟਰੀਆਂ ਨਾਲ ਹਿੱਤ, ਤਾਂ ਹੀ ਨਹੀਂ ਉਹ ਕਈ ਵਾਰੀ ਹਿਊਮਨ ਰਾਈਟ ਦੇ ਇਸ਼ੂ ਹੁੰਦੇ, ਤਾਂ ਹੀ ਨਹੀਂ ਬੋਲਦੀਆਂ। ਕੋਈ ਇੰਡੀਆ ਵਿਰੁੱਧ ਨਹੀਂ ਬੋਲਦਾ। ਹੁਣ ਚਾਈਨਾ ਵਿਰੁੱਧ ਬੋਲੀ ਜਾਂਦੇ ਆ, ਕਸ਼ਮੀਰ ਵਿਰੁੱਧ ਬੋਲ ਕੇ ਨਹੀਂ ਰਾਜੀ ਹੈਗੇ। ਇੱਥੇ ਇਹੀ ਬੈਠੇ ਆ, ਔਰਨ ਟੂਲ ਹੋਣੀ ਬੈਠੇ ਆ ਜਾਂ ਹੋ ਰਿਹਾ, ਇਹ ਉੱਥੇ ਤੱਕ ਬੋਲਦੇ ਨਹੀਂ ਵੀ ਕਿੰਨਾ ਚਿਰ ਹੋਊਗਾ ਕਸ਼ਮੀਰ ਦੇ ਵਿੱਚ ਹਿਊਮਨ ਰਾਈਟ ਦੇ ਇਸ਼ੂ ਚੱਲਦੇ ਆ ਜੀ। ਤੇ ਇਹ ਚੀਜ਼ਾਂ ਬੜੀਆਂ ਆ, ਪਰ ਉਹਨਾਂ ਨੇ ਮੈਨੂੰ ਹੈਰਾਨੀ ਇਹ ਹੋਈ ਵੀ ਇੰਡੀਆ ਦਾ ਜਿਹੜਾ ਸਬ ਕੰਟੀਨੈਂਟ ਆ ਉਹਨੂੰ ਇਹਦੇ ਵਿੱਚੋਂ ਬਾਹਰ ਰੱਖਿਆ ਉਸ ਸਮਝੌਤੇ ਚੋਂ। ਜੀ ਜੀ ਵਿੱਚ ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ ਸਾਰੇ ਬਾਹਰ ਰੱਖੇ। ਉਹਦੇ ਨਾਲੋਂ ਮਾੜੀਆਂ ਕੰਟਰੀਆਂ ਵੀ ਵਿੱਚ ਸਮਝੌਤੇ ਸ਼ਾਮਲ ਕੀਤੀਆਂ, 15 ਕੰਟਰੀਆਂ ਆ। ਤੇ ਮੇਰੇ ਖਿਆਲ ਨਾਲ ਉਹਨੂੰ ਆਉਣ ਵਾਲੇ ਦਿਨਾਂ 'ਚ ਉੱਤੇ ਸ਼ਾਇਦ ਕਾਫੀ ਗੱਲ ਚੱਲੂਗੀ। ਉਹ ਤੁਸੀਂ ਸਟੱਡੀ ਤੁਸੀਂ ਬੜਾ ਕਾਫੀ ਇਸ਼ੂ ਕਰ ਲਿਆਉਂਦੇ ਸੀ ਇਹਨਾਂ ਦੇ ਵਿਸ਼ੇ ਤੇ, ਕਰਿਓ ਜ਼ਰੂਰ ਉੱਤੇ। ਥੈਂਕ ਯੂ ਦਿਲ ਸਾਹਿਬ, ਥੈਂਕ ਯੂ। ਸੈਮ ਜੀ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਮੈਂ ਆ ਗਿਆ ਲਾਈਨ ਤੇ? ਹਾਂਜੀ। ਅੱਛਾ ਦੇਖੋ, ਤੁਸੀਂ ਵੀ ਪਿਛਲੇ ਟਾਈਮ ਪ੍ਰੋਗਰਾਮ ਲੈ ਕੇ ਆਏ ਆ, ਜਿਸ ਹਿਸਾਬ ਨਾਲ ਵੱਡੀਆਂ ਸੜਕਾਂ ਕੱਢੀ ਜਾਂਦਾ ਪਾਕਿਸਤਾਨ, ਤਾਂ ਉਹਨੇ ਇਸ ਹਿਸਾਬ ਨਾਲ ਆਪਣੇ ਹੱਥ ਲਿਆ, ਉਹਨੂੰ ਪਤਾ ਨਹੀਂ ਹੈਗਾ ਗਾਹ ਕੀ ਬਣਨਾ ਉਹਦਾ। ਨੇਪਾਲ, ਉਹ ਥੱਲੇ ਸ਼੍ਰੀਲੰਕਾ, ਕਿਹੜੀ ਜਗ੍ਹਾ ਉਹਨੇ ਛੱਡੀ ਜਿਹੜੇ ਉਹਨੇ ਆਪਣੇ ਅੰਡਰ ਕਰਨ ਨੂੰ ਨਹੀਂ ਉਹਨੇ ਟਰਾਈ ਕੀਤੀ ਜੀ। ਹੁਣ ਚੱਕਰ ਕੀ ਚੱਲਦਾ ਵੀ ਫੈਕਟਰੀ ਸਫਿਸਟੀਕੇਟਡ ਤੋਂ ਸਫਿਸਟੀਕੇਟਡ ਫੈਕਟਰੀ ਲਾਉਂਦਾ ਉੱਥੇ ਉਹ ਆਪ, ਫਿਰ ਉਹ ਜਿਸ ਹਿਸਾਬ ਨਾਲ ਲੀਜ਼ ਚੱਲਦੀਆਂ, ਇਸ ਹਿਸਾਬ ਨਾਲ ਵੀ ਗਵਰਨਮੈਂਟ ਦੀ ਪ੍ਰਾਪਰਟੀ ਆ ਉਹ, ਤੁਸੀਂ ਉੱਥੇ ਕੰਮ ਕਰਦੇ ਆ। ਉਹਨੂੰ ਕਿਵੇਂ ਅਸੀਂ ਆਲੇ ਦੁਆਲਾ ਜਿਹੜਾ ਵਰਲਡ ਹੈ ਕੰਪੀਟ ਕਰ ਸਕਦਾ? ਬਿਲਕੁਲ। ਹਾਂ, ਸੋ ਇਸ ਲਈ ਉਹ ਤਾਂ ਇੱਕ ਬੜਾ ਡੇਂਜਰਸ ਹੈ। ਸਾਰਾ ਕੁਛ ਇੱਕ ਦੇ ਕੋਲ ਚਲੇ ਜਾਵੇ, ਨਿਊਕਲੀਅਰ ਵੈਪਨ ਅਮਰੀਕਾ ਦੇ ਕੋਲ ਚਲੇ ਗਿਆ ਨੇ, ਉਹ ਡਰਾਏ ਲੋਕ। ਜਿੰਨਾ ਚਿਰ ਰਸ਼ੀਆ, ਚਾਈਨਾ ਜਾਂ ਫਰਾਂਸ ਨੇ ਨਹੀਂ ਪੈਦਾ ਕੀਤੇ, ਉਸ ਤੋਂ ਬਾਅਦ ਥੋੜੇ ਚੈਨ ਆਈ। ਜਦੋਂ ਸਾਰੀ ਪਾਵਰ ਇੱਕ ਦੇ ਕੋਲ ਚਲੇ ਗਈ, ਉਹ ਤਾਂ ਜੋ ਮਰਜ਼ੀ ਮਾਨਾਈਆਂ ਕਰ ਜੂ। ਸੋ ਇਸ ਲਈ ਉਹਨੂੰ ਰੋਕਣਾ ਬਹੁਤ ਜ਼ਰੂਰੀ ਆ। ਉਹ ਹਰ ਇੱਕ ਜਗ੍ਹਾ ਆਪਣੇ ਪੈਰ ਖਸਾ ਰਿਹਾ। ਮੈਨੂੰ ਲੱਗਦਾ ਅਗਰ ਇਹ ਬਾਹਰਲੀਆਂ ਯੂਰਪੀਅਨ ਕੰਟਰੀਆਂ, ਸਪੈਸ਼ਲੀ ਅਮਰੀਕਾ, ਜਿੰਨਾ ਚਿਰ ਉਹਦੇ ਨਾਲ ਪੂਰਾ ਅੱਡਾ ਕਰਨੀ ਨਹੀਂ ਲਈ, ਉਹਨਾਂ ਚਿਰ ਉਹਨੇ ਸੈੱਟ ਨਹੀਂ ਹੋਣਾ।
ਕਿਉਂਕਿ ਉਹਦਾ ਜਿਹੜਾ ਕੰਮ ਕਰਨ ਦਾ ਸਟਰਕਚਰ ਹੀ ਬਹੁਤ ਡਿਫਰੈਂਟ ਆ। ਬਾਹਰਲੀਆਂ ਕੰਟਰੀਆਂ ਉਹਨਾਂ ਕੰਪੀਟ ਕਰ ਹੀ ਨਹੀਂ ਸਕਦੀ। ਜਿਹੜੀ ਚੀਜ਼ ਇੱਥੇ 200 ਚ ਬਣਦੀ ਆ ਉੱਥੇ ਉਹ ਸੈਂਟਾਂ 'ਚ ਬਣਾਈ ਜਾਂਦਾ, ਕਿਉਂਕਿ ਹਾਂ ਤੇ ਉਹ ਗਵਰਨਮੈਂਟ ਤੋਂ ਅੱਧੀ ਮਨੀ ਗਵਰਨਮੈਂਟ ਨੂੰ ਜਾਈ ਜਾਂਦੀ ਆ, ਅੱਧੀ ਵਰਕਰਾਂ ਨੂੰ ਜਾਈ ਜਾਂਦੀ। ਤੁਸੀਂ ਵੀ ਦੱਸ ਕੇ ਹਟੇ ਹੋ ਵੀ ਉਹਦਾ ਸਟਾਈਲ ਕੀ ਹੈ ਕੰਮ ਕਰਨ ਦਾ। ਸੋ ਆਈ ਡੋਂਟ ਨੋ, ਬੜਾ ਹਾਰਡ ਆ ਉਸ ਕੰਟਰੀ ਨੂੰ ਕਾਬੂ ਕਰਨਾ ਪੈਣਾ। ਏਦਾਂ ਨਹੀਂ ਹੈਗਾ ਵੀ ਚਲੋ ਅਸੀਂ ਕਈ ਵਾਰ ਕਿਸੇ ਚੀਜ਼ ਨੂੰ ਕਹਿ ਦਿੰਦੇ ਵੀ ਚਲੋ ਚੱਲਦਾ ਰਵੇ ਸਾਨੂੰ ਕੀ ਆ, ਪਰ ਇਹ ਵਰਲਡ ਵਾਚ ਕਰੇ ਉਹਨੂੰ। ਇੱਕ ਕੰਟਰੀ ਅਜਿਹਾ ਨਾ ਹੋਵੇ ਵੀ ਸਾਰੇ ਦਾ ਸਾਰਾ ਮੈਨੂਫੈਕਚਰ ਉੱਥੇ ਲੈ ਜਾਵੇ, ਬਾਕੀ ਲੋਕਾਂ ਨੇ ਕਿੱਥੇ ਕੰਮ ਕਰਨਾ। ਬਿਲਕੁਲ। ਸੋ ਇਹੀ ਕਹਿਣਾ ਸੀ। ਥੈਂਕ ਯੂ ਜੀ। ਪਿਛਲੇ 15 ਸਾਲਾਂ 'ਚ 100 ਦੇ ਕਰੀਬ ਡੈਮ ਚਾਈਨਾ ਨੇ ਬਣਾਏ ਨੇ, ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ। ਇਲੈਕਟ੍ਰਿਸਿਟੀ ਤਾਂ ਗੱਲ ਠੀਕ ਹੈ, ਇਲੈਕਟ੍ਰਿਸਿਟੀ ਤਾਂ ਹੁਣ ਜਿਹੜਾ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਦਾ ਜਿਹੜਾ ਕਨਸੈਪਟ ਆ ਉਹ ਫੇਲ ਹੋ ਰਿਹਾ। ਹੁਣ ਤਾਂ ਹਾਈਡਰੋਜਨ ਬੇਸਡ ਮੈਂ ਗੱਲ ਦੱਸ ਕੇ ਹਟਿਆ ਕਿ ਐਡਮਿੰਟਨ ਦੇ ਨੇੜੇ 100 ਬਿਲੀਅਨ ਸਾਲਾਨਾ ਦੀ ਇੱਕ ਇੰਡਸਟਰੀ ਫਾਈਨੈਂਸ਼ੀਅਲ ਪੋਸਟ ਨੇ ਅੱਜ ਖਬਰ ਦਿੱਤੀ ਹੈ ਹਾਈਡਰੋਜਨ ਬੇਸਡ ਕਲੀਨ એનર્ਜੀ ਦੀ। ਹਾਈਡਰੋਜਨ ਸੈੱਲ ਤੋਂ ਜਿਹੜੇ ਕਾਰਾਂ ਇਲੈਕਟ੍ਰਿਕ ਤੇ ਹਾਈਬ੍ਰਿਡ ਤੋਂ ਅੱਗੇ ਹਾਈਡਰੋਜਨ ਬੇਸਡ ਹੁਣ ਜਿਹੜੀਆਂ ਉਹ ਸਮਾਂ ਆਉਣਾ 10 ਸਾਲਾਂ 'ਚ। ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਤਾਂ ਫੇਲ ਨੇ, ਨਿਊਕਲੀਅਰ ਪਾਵਰ ਸਟੇਸ਼ਨ ਤੇ ਹਾਈਡਰੋ ਆਹ ਚੀਜ਼ ਚੱਲ ਰਹੀ ਹੈ। ਪਰ ਉਹਨੇ ਕੀ ਕੀਤਾ, ਉਹ ਦਰਿਆਵਾਂ ਨੂੰ ਬੰਨ੍ਹ ਕੇ ਉਹਨੇ ਡਾਊਨ ਸਟਰੀਮ ਦੇ ਜਿੰਨੇ ਦੇਸ਼ ਨੇ, ਮਤਲਬ ਥੱਲੇ ਵੀਅਤਨਾਮ, ਕੰਬੋਡੀਆ, ਜੇ ਉਹ ਤੇ ਬ੍ਰਹਮਪੁੱਤਰ ਜਿਹੜਾ ਇੱਧਰੋਂ ਆਪਣੇ ਭਾਰਤ ਵਾਲੇ ਪਾਸੋਂ ਸ਼੍ਰੀਲੰਕਾ ਤੱਕ, ਉਹ ਕਦੇ ਵੀ ਉਜਾੜ ਸਕਦਾ ਡਾਊਨ ਸਟਰੀਮ ਦੇ ਦੇਸ਼ਾਂ ਨੂੰ, ਕਦੇ ਵੀ ਉੱਥੇ ਸੋਕਾ ਪਾ ਸਕਦਾ ਜਦ ਮਰਜ਼ੀ ਬੰਨ੍ਹ ਦੇਵੇ। ਇੱਕ ਲੰਮੇ ਦਰਿਆ ਤੇ ਉਹਨੇ 12 ਜਿਹੜੇ ਡੈਮ ਬਣਾ ਦਿੱਤੇ। ਪਿਛਲੇ 15 ਸਾਲਾਂ 'ਚ 100 ਡੈਮ ਬਣਾਇਆ ਉਹਨੇ, ਜਿਹਦੇ ਵਿੱਚ ਜਿੱਦਣ ਉਹਨੇ ਮਨ ਤੇ ਆ ਗਏ ਉਹਨੇ ਤੁਬਕਾ ਨਹੀਂ ਜਾਣ ਦੇਣਾ ਪਾਣੀ ਦਾ। ਥਾਈਲੈਂਡ ਦੇ ਏਰੀਏ ਦੇ ਵਿੱਚ ਇਸ ਵਾਰ ਉਸਨੇ ਅੱਧੇ ਤੋਂ ਮਤਲਬ ਸ਼ੂਗਰ ਤੇ ਜਿਹੜਾ ਗੰਨਾ ਤੇ ਚੌਲ ਅੱਧੇ ਤੋਂ ਘੱਟ ਹੋਣ ਦਿੱਤੇ ਤੇ ਇੰਨਾ ਸੋਕਾ ਪਾਤਾ, ਪਾਣੀ ਉਹ ਨਹੀਂ ਛੱਡਿਆ। ਤੇ ਉਹਦੇ ਬਾਅਦ ਉਹਨਾਂ ਨੂੰ ਜਿਹੜੀਆਂ ਹੁਣ ਤਾਂ ਜਿਹੜੀਆਂ ਮਿਜ਼ਾਈਲਾਂ, ਜਿਹੜੀਆਂ ਮਿਸਲਸ ਜਾਂ ਨਿਊਕਲੀਅਰ ਵਾਰ ਹੈਡ, ਇਹ ਤਾਂ ਉਹਨੂੰ ਲੋੜ ਹੀ ਹੈ ਨਹੀਂ ਜਿਹੜਾ ਕੁਛ ਉਹਨੇ ਆਹ ਕੀਤਾ ਪਿਛਲੇ 10 ਸਾਲਾਂ 'ਚ। 100 ਡੈਮ, ਜਿਹੜਾ ਉਹਦਾ ਇਨਫਰਾਸਟ੍ਰਕਚਰ ਹੈ, ਜਿਹੜਾ ਉਹਦਾ ਵੇਗ ਆ ਦੇਸ਼ ਦਾ, ਜਿਹੜੇ ਹਿਸਾਬ ਨਾਲ ਉਹ ਕੰਮ ਕਰਦਾ ਹੈ। ਹਿਟਲਰ ਤਾਂ ਸਾਹਮਣੇ ਕੱਖ ਵੀ ਨਹੀਂ ਹੋਣੇ, ਵਰਲਡ ਵਾਰ ਪਹਿਲੀ ਦੂਜੀ ਤਾਂ ਇਹ ਕੱਖ ਵੀ ਨਹੀਂ ਹੋਣੇ। 5-6 ਮਿਲੀਅਨ ਲੋਕ ਕਹਿੰਦੇ ਨੇ ਯਹੂਦੀ ਮਾਰਤੇ ਤੇ ਜੇ ਮਾਰਤੇ। ਜਦਣ ਉਹਨਾਂ ਦੇ ਦੰਦਾ ਚੜ੍ਹ ਗਿਆ ਨਾ ਤੇ ਦੁਨੀਆ ਦਾ, ਉਹ ਦੱਸੂਗਾ ਕੀ ਕਰਨ ਵਾਲਾ। ਠੀਕ ਹੈ ਕਿ ਵੈਸਟਰਨ ਵਰਲਡ ਕੋਲ ਹਲੇ ਜਿਹੜੀ ਮਿਲਟਰੀ ਦੀ ਪਾਵਰ ਬਹੁਤ ਹੈ, ਅਮਰੀਕਾ ਕੋਲ ਪਾਵਰ ਬਹੁਤ ਹੈ, ਪਰ ਜਿਹੜੀ ਤੀਬਰਤਾ ਚੀਨ ਦੀ ਆਉਣ ਵਾਲੇ 10 ਸਾਲਾਂ 'ਚ ਉਹਨੇ ਕਿੱਥੇ ਬਹਿਣਾ ਜਾ ਕੇ। ਭਾਰਤ ਗੱਲ ਕਰਦਾ, ਪਾਕਿਸਤਾਨ ਗੱਲ ਕਰਦਾ, ਅਸੀਂ ਆਹ ਕਰ ਦਾਂਗੇ, ਅਸੀਂ ਲਦਾਖ ਤੋਂ ਉੱਪਰ ਫੌਜਾਂ ਹਮਾਰੀਆਂ ਚਲੇ ਗਈਆਂ, ਸੀਨੇ ਮੈਂ ਫਲਾਦ ਹੈ। ਫਲਾਦ ਉਹਦਾ ਲੈਵਲ ਵੇਖੋ ਉਹਨੇ ਕੀ ਕੁਛ ਕੀਤਾ ਹੈ। ਕਦੇ ਉਹਨੂੰ ਡੀਪਲੀ ਕਿਤੇ ਸਟੱਡੀ ਕਰਿਓ ਵੀ ਚੀਨ ਦੇ ਵਿੱਚ ਪਿਛਲੇ 20 ਸਾਲਾਂ 'ਚ ਕੀ ਹੋਇਆ, ਬੰਦਾ ਸੋਚਦਾ ਰਹਿ ਜਾਂਦਾ। ਵਪਾਰਕ ਸੰਦੇਸ਼ ਮੁੜ ਕੇ ਆਉਣਾ ਜੇ ਇਸ ਵਿਸ਼ੇ ਤੇ ਹੋਰ ਗੱਲਬਾਤ ਕਰਨੀ ਹੋਵੇ, ਨਹੀਂ ਇੱਕ ਛੋਟਾ ਜਿਹਾ ਵਿਸ਼ਾ ਹੋਰ ਤੁਹਾਡੇ ਨਾਲ। ਇੱਕ ਜਿਹੜੀ ਖਾਸ ਗੱਲਬਾਤ ਹੋਰ ਹੈ ਜਿਹੜਾ ਕਰ ਰਿਹਾ ਆਪਣੇ ਚੀਨ, ਉਹ ਇਹ ਹੈ ਜਿਹੜੇ ਉਹਨਾਂ ਦੇ ਜਵਾਕ ਦੁਨੀਆ 'ਚ ਪੜ੍ਹਨ ਆਉਂਦੇ ਨੇ। ਮੰਨ ਲਓ ਵੀ ਕੈਨੇਡਾ ਦੇ ਵਿੱਚ UBC 'ਚ SFU ਦੇ ਵਿੱਚ ਉਹਨਾਂ ਦਾ 1000 ਜਵਾਕ ਇਸ ਵਾਰ ਆਇਆ। ਉਹ ਸਾਰੇ ਜਵਾਕ ਪੜ੍ਹ ਕੇ, ਉਹਨਾਂ ਨਾਲ ਪੜ੍ਹਨ ਵਾਲੇ ਜਵਾਕ ਦੱਸਦੇ ਨੇ, ਉਹਨਾਂ ਨਾਲ ਜੇ ਗੱਲ ਕਰਦੇ ਨੇ ਉਹ ਕਹਿੰਦੇ ਤੁਸੀਂ, ਉਹ ਕਹਿੰਦੇ ਨੋ ਅਸੀਂ ਤਾਂ ਬਸ ਆਪਣੀ ਪੜ੍ਹਾਈ ਕਰਨੀ ਆ, ਡਿਗਰੀ ਕਰਨੀ ਆ, ਵਾਪਸ ਆਪਣੇ ਦੇਸ਼, ਅਸੀਂ ਨਹੀਂ ਇੱਥੇ ਰਹਿਣਾ। ਆ ਜਿਹੜੀ ਇਨਵੈਸਟਮੈਂਟ ਸਾਡੀਆਂ ਮਾਪਿਆਂ ਨੇ ਕਰ ਦਿੱਤੀ, ਘਰ 1.5 ਮਿਲੀਅਨ ਦਾ ਲੈ ਲਿਆ, 6 ਸਾਲ ਰਹਿਣਾ, 1.5 ਮਿਲੀਅਨ ਦਾ ਜਾਨੂੰ 2 ਮਿਲੀਅਨ ਦਾ ਹੋ ਜਾਣਾ, ਨਾਲੇ ਪੜ੍ਹਾਈ ਦਾ ਖਰਚਾ, ਨਾਲੇ ਕਮਾਈ, ਨਾਲੇ ਵਾਪਸ ਕਰਕੇ ਡਿਗਰੀ ਆਪਣੇ ਦੇਸ਼। ਅਸੀਂ ਨਹੀਂ ਰਹਿਣਾ, ਅਸੀਂ ਪਰਦੇਸੀ ਕਿਉਂ ਹੋਈਏ, ਅਸੀਂ ਆਪਣੇ ਦੇਸ਼ 'ਚ ਜਾਣਾ। ਇਹ ਵੀ ਗੱਲ ਨਾਲ ਚੱਲ ਰਹੀ ਹੈ। ਇਹ ਇੱਕ ਆਪਣਾ ਉੱਥੋਂ ਜਿਹੜੇ ਜਵਾਕ ਆਉਂਦੇ ਨੇ ਉਹ ਸੋਚ ਕੇ ਆਉਂਦੇ ਨੇ ਵੀ ਅਸੀਂ ਪੜ੍ਹਨ ਤਾਂ ਚੱਲੇ ਹੀ ਹਾਂ, ਅਸੀਂ ਇਮੀਗ੍ਰੇਸ਼ਨ ਲੈਣੀ ਆ। ਚਾਈਨੀਜ਼ ਜਵਾਕ ਦੁਨੀਆ 'ਚ ਕਿਤੇ ਪੜ੍ਹਨ ਆਊ, ਉਹ ਕਹਿੰਦਾ ਮੈਂ ਵਾਪਸ ਜਾਣਾ। ਬਾਕੀ ਜਿਹੜਾ ਦੁਨੀਆ ਦਾ ਇਨਫਰਾਸਟ੍ਰਕਚਰ, ਦੁਨੀਆ ਦੇ ਦੇਸ਼ ਜਿਹੜੇ ਗਹਿਣੇ ਧਰਲੇ ਲੀਜ਼ ਤੇ ਲੈ ਲਏ ਅਫਰੀਕਾ ਦੇ ਵਿੱਚ, ਜਾਂ ਸਿਲਕ ਰੋਡ ਦਾ ਕਨਸੈਪਟ ਆ, ਜਿਹੜੀਆਂ ਪੋਰਟਸ ਨੇ ਸ਼੍ਰੀਲੰਕਾ ਦੇ ਵਿੱਚ ਬਹੁਤ ਵੱਡਾ ਇੱਕ ਸ਼ਹਿਰ ਦਾ ਸ਼ਹਿਰ ਜਿਹੜੀ ਸੁਪਰ ਪੋਰਟ ਬਣਾਈ ਆ ਉਹ, ਤੇ ਜਿਹੜਾ ਪਾਕਿਸਤਾਨ ਵਾਲਾ ਹਾਈਵੇ ਆ ਉਹ ਤਾਂ ਤੁਸੀਂ ਵੇਖਿਆ ਹੀ ਆ, ਸਭ ਪਤਾ ਹੀ ਆ। ਦੁਨੀਆ ਦੇ ਵਿੱਚ ਯੂਰਪ ਤੱਕ ਉਹ ਟੱਚ ਕਰ ਗਿਆ। ਉਹ ਜਿਹੜੀਆਂ
ਹੁਣ ਦੁਨੀਆ ਦੇਖ ਰਹੀ ਹੈ, ਦੁਨੀਆ ਦੇਖ ਤਾਂ ਰਹੀ ਹੈ, ਦੁਨੀਆ ਕੋਲ ਕਰਨ ਨੂੰ ਕੁਛ ਨਹੀਂ ਹੈ, ਨਹੀਂ ਕੁਛ ਕੰਟਰੋਲ ਕਰਨ ਦਾ ਕੋਲ ਉਹਨਾਂ ਕੋਲ ਜੁਗਾੜ ਹੈ ਨਹੀਂ, ਐਕਸਪੈਂਡ ਇੰਨਾ ਹੋ ਗਿਆ ਤੇ ਉਹਦੀ ਜਿਹੜੀ ਵਿਚਾਰਧਾਰਾ ਹੈ ਉਹ ਉਸਨੇ ਸੈਟਅਪ ਇਸ ਤਰ੍ਹਾਂ ਰੱਖ ਲਿਆ। ਹੁਣ ਆਪਾਂ ਤਾਂ ਇੱਥੇ ਜਿਹੜੇ ਗਏ ਨਹੀਂ, ਉਹਨਾਂ ਦੇ ਮਨ 'ਚ ਤਾਂ ਇਹ ਆ ਵੀ ਉੱਥੇ ਫੈਕਟਰੀਆਂ ਨੇ ਜੀ ਬੰਦੇ ਕੰਮ ਕਰਦੇ, ਬੰਦੇ ਮਿਲਟਰੀ ਵਾਂਗੂ ਕੰਮ ਕਰਦੇ ਆ ਉੱਥੇ, ਸਰਕਾਰ ਦੇ ਥੱਲੇ ਲੀਜ਼ ਦੇ ਉੱਪਰ ਆ ਕੰਮ, ਜਿਹਨੂੰ ਮਰਜ਼ੀ ਸਵੇਰ ਨੂੰ ਚੱਕ ਕੇ ਦਰਵਾਜ਼ੇ ਬੰਦ ਤੇ ਬਿਜ਼ਨਸ ਖਤਮ। ਕੋਈ ਘਰ-ਬਾਰ ਰਾਹ ਦੇ ਵਿੱਚ ਕੋਈ ਸੜਕ ਬਣਾਉਣੀ, ਕੋਈ ਕਿਸੇ ਦਾ ਬਿਜ਼ਨਸ ਆ ਗਿਆ ਤੇ ਟੈਂਕਾਂ ਤੇ ਜਿਹੜੇ ਡੋਜ਼ਰ ਲੋਡਰ ਆਉਂਦਿਆਂ ਦਾ ਹੀ ਪਤਾ ਲੱਗਣਾ। ਉੱਥੇ ਸਿਸਟਮ ਇਹ ਹੋਰ ਹੈ ਉਹਨਾਂ ਦਾ। ਤੇ ਜਦੋਂ ਆਪਣੇ ਲੋਕਾਂ 'ਚ ਇਸ ਤਰ੍ਹਾਂ ਵਿਚਰਦੇ ਆ ਤੇ ਫਿਰ ਦੁਨੀਆ ਦੇ ਨਾਲ ਉਹਨਾਂ ਦਾ ਕੀ ਮਤਲਬ ਹੈ? ਦੁਨੀਆ ਨਾਲ ਕੋਈ ਸੰਬੰਧ ਨਹੀਂ, ਸਿਰਫ ਤੇ ਸਿਰਫ ਉਹਨਾਂ ਨੇ ਤਾਂ ਸੌਦਾ ਬਚਣਾ। ਇੱਕੋ ਹੀ ਚੀਜ਼ ਹਲੇ ਉਹ ਇਹ ਹੈ ਕਿ ਅਮਰੀਕਨ ਪਾਵਰਸ ਦੇ ਸਾਹਮਣੇ ਹਲੇ ਮਿਲਟਰੀ ਉਹਨਾਂ ਦੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਪਿੱਛੇ ਆ, ਕੁਛ ਸਾਲ ਹੈ ਬਸ। ਉਹ ਵੀ ਜਿਹੜੀ ਇੰਟਰਨੈਸ਼ਨਲ ਜਿਹੜਾ ਯੂਨੀਵਰਸ ਦੇ ਵਿੱਚ ਪੁਲਾੜ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ, ਉਹ ਪਤਾ ਹੀ ਨਹੀਂ ਕੀ ਕੁਛ ਕਰ ਰਿਹਾ। ਸੋ ਇੱਕ ਇਹ ਸੋਚਣ ਦੀ ਕਹਾਣੀ ਹੈ, ਦੁਨੀਆ ਕਿਵੇਂ ਸੋਚਦੀ ਹੈ। ਵੇਖ, ਜਦ ਤੱਕ ਲਾਸਟ ਮਿੰਟ ਤੱਕ ਬੈਂਗ ਦਾ ਸ਼ਬਦ ਨਹੀਂ ਆਉਂਦਾ, ਜਦ ਤੱਕ ਲੋਕ ਤੁਰਦੇ ਨਹੀਂ। ਹਿਟਲਰ ਵੱਲ ਵੀ ਵੇਖੀ ਗਏ, ਉਹ ਇਹ ਕਰਦਾ ਜੀ, ਉਹ ਨਸਲ ਸੰਭਾਲ ਰਿਹਾ, ਉਹਨੇ ਡੱਚ ਬੰਦੇ ਇਕੱਠੇ ਕਰ ਲਏ, ਉਹਨਾਂ ਨੇ ਡੱਚ ਲੇਡੀਜ਼ ਇਕੱਠੀਆਂ ਕਰ ਲਈਆਂ, ਉਹ ਨਸਲ ਉਹਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ। ਲੋਕਾਂ ਦਾ ਅਸਲ ਇਹ ਹੁੰਦਾ, ਉਹਦੇ ਮਾੜੇ ਪੱਖ ਨੂੰ ਵੀ ਚੰਗਾ ਪੱਖ ਬਣਾ ਕੇ, ਕਿਉਂਕਿ 27-20 ਵਾਲੀ ਗੱਲ। ਸੋ ਚੀਨ ਦਾ ਇਹ ਇੱਕ ਜਿਹੜਾ ਵੱਡੀ ਜਿਹੜੀ ਜਿਹਦੇ 'ਤੇ ਅੱਜ ਐਰਨ ਟੂਲ ਤੇ ਕੰਜ਼ਰਵੇਟਿਵ ਨੇ ਗੱਲ ਕੀਤੀ, ਗੱਲ ਇਹ ਆ ਵੀ ਇਹਨਾਂ ਦੇ ਆਪਣੇ ਮਫਾਦ ਨੇ ਬਈ ਅਸੀਂ ਕੈਨੇਡਾ ਕਿਵੇਂ ਜਿੱਤਣਾ। ਜੇ ਉਹਨਾਂ ਨੂੰ ਕਹੋ ਵੀ ਕਸ਼ਮੀਰ ਸਾਲ ਹੋ ਗਿਆ, ਕਸ਼ਮੀਰ ਦੀ ਗੱਲ ਨਹੀਂ ਤੁਹਾਡੇ ਮੂੰਹ 'ਚੋਂ ਨਿਕਲਦੀ, ਕੰਜ਼ਰਵੇਟਿਵ ਕੀ ਕੋਈ ਵੀ ਨਹੀਂ ਕਰਦਾ। ਲੈ ਜੇ ਤੁਸੀਂ ਕਹੋ ਬਈ ਲਿਬਰਲ ਕਰਦੇ ਆ, ਨੋ ਕੋਈ ਨਹੀਂ ਕਰਦਾ। ਵੱਡੀ ਪਾਵਰ ਜਿੱਥੋਂ ਪੈਸਾ ਲੈਣਾ ਤੇ ਜਿੱਥੇ ਯਾਰੀਆਂ ਗੰਢਣੀਆਂ ਨੇ, ਜਿਨ੍ਹਾਂ ਨੇ ਸੈੱਟ ਕਰਕੇ ਰੱਖਿਆ, ਉਹ ਕਹਿੰਦਾ ਨਹੀਂ ਸਾਡੇ ਦਖਲਅੰਦਾਜ਼ੀ ਨਹੀਂ ਕਰ ਸਕਦੇ ਤੁਸੀਂ। ਬਾਕੀ ਜਿਹੜੀ ਹੁਣੇ ਹੀ ਖਬਰ ਜਿਹੜੀ ਇਹ ਗੱਲ ਕਰ ਰਿਹਾ ਸੀ ਕਿ ਕੈਨੇਡੀਅਨ ਮੈਨੂਫੈਕਚਰਿੰਗ ਜਿਹੜੀ ਉਹ ਜ਼ਰੂਰ ਸ਼ੁਰੂ ਹੋਣੀ ਚਾਹੀਦੀ ਹੈ। ਤੇ ਸੋ ਇਸ ਤਰ੍ਹਾਂ ਕੈਨੇਡੀਅਨ ਕੁਛ ਕੰਪਨੀਜ਼ ਨੇ ਜਿਹੜੀਆਂ ਦੁਬਾਰਾ ਸ਼ੁਰੂ ਕਰਨਾ ਚਾਹੁੰਦੀਆਂ ਨੇ ਵੀ ਕੈਨੇਡਾ ਦੇ ਵਿੱਚ ਅਸੀਂ ਆਪਣਾ ਕੰਮ ਕਾਰ ਸ਼ੁਰੂ ਕਰੀਏ। ਸਭ ਤੋਂ ਵੱਡੀ ਇੱਕ ਜਿਹੜੀ ਗੱਲ ਅੱਜ ਮੈਂ ਕਰਨੀ ਚਾਹੁੰਦਾ, ਉਹ ਅਲਬਰਟਾ ਦੇ ਵਿੱਚ ਹਾਈਡਰੋਜਨ ਸੈੱਲ ਬੇਸਡ ਜਿਹੜੀ ਹੈ ਕਲੀਨ ਐਨਰਜੀ ਦੀ ਗੱਲ ਹੈ। ਉਹ ਐਡਮਿੰਟਨ ਦੇ ਨੇੜੇ ਇੱਕ ਅੱਜ ਫਾਈਨੈਂਸ਼ੀਅਲ ਪੋਸਟ ਨੇ ਕੀਤੀ ਕਿ 100 ਬਿਲੀਅਨ ਦੀ ਸਾਲਾਨਾ ਇੱਕ ਵੱਡੀ ਇੰਡਸਟਰੀ ਹੈ ਜਿਹੜੀ ਉਹ ਅਲਬਰਟਾ ਦੇ ਵਿੱਚ ਸਾਰੇ ਲੋਕ ਉਸ ਵੱਲ ਨੂੰ ਵੇਖ ਰਹੇ ਨੇ। ਇਹੀ ਅਲਬਰਟਾ ਸੀ ਜਿਹਦੇ ਫੋਸਲ ਫਿਊਲ ਦੀ ਗੱਲ ਸੀ, ਹੁਣ ਹਾਈਡਰੋਜਨ ਸੈੱਲਾਂ ਦੀ ਗੱਲ। ਬਹੁਤ ਵੱਡਾ ਇਨਫਰਾਸਟਰਕਚਰ ਹੈ, ਜਿਵੇਂ ਇਲੈਕਟ੍ਰਿਕ ਹਲੇ ਇਨਫਰਾਸਟਰਕਚਰ ਬਣਾਉਣ ਦੇ ਲਈ ਕਾਰਾਂ ਤਾਂ ਆ ਗਈਆਂ, ਪਰ ਉਹਦੇ ਚਾਰਜਿੰਗ ਪੁਆਇੰਟ, ਸਟੇਸ਼ਨ ਤੇ ਟਰੱਕ ਆਉਣੇ ਨੇ 15 ਸਾਲਾਂ ਤੱਕ, 10 ਸਾਲ ਤੱਕ ਕਿਵੇਂ ਚਾਰਜ ਹੋਣਗੇ। ਇਸ ਤਰ੍ਹਾਂ ਹਾਈਡਰੋਜਨ ਬੇਸਡ ਕਲੀਨ ਐਨਰਜੀ ਜਿਹੜੀ ਹੈ ਉਹਦਾ ਇਨਫਰਾਸਟਰਕਚਰ, ਉਹਦੇ ਚਾਰਜਿੰਗ ਪੁਆਇੰਟ, ਇਹ ਜਿਹੜੀ ਤਿਆਰੀ ਹੈ, ਇੱਧਰ ਨੂੰ ਗੱਲ ਤੁਰ ਰਹੀ ਹੈ। ਬਹੁਤ ਵੱਡੀ ਇੱਕ ਫੈਕਟਰੀ ਇੱਕ ਫੈਸਿਲਿਟੀ ਹੈ ਜਿਹੜੀ ਉਹ ਜਿਹੜੀ ਹੈ ਉਹਦੀ ਗੱਲਬਾਤ ਚੱਲ ਰਹੀ ਹੈ। ਔਰ ਅਲਬਰਟਾ ਲਈ ਬਹੁਤ ਜ਼ਿਆਦਾ ਵਧੀਆ ਗੱਲ ਹੋਏਗੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹੋ। ਸਰ ਪਰਮਜੀਤ ਸਿੰਘ ਸਿੱਧੂ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਹਾਂਜੀ, ਮੈਂ ਨਾ ਆਪਾਂ ਥੋੜੀ ਪਿਛਲੇ ਵਿਸ਼ਿਆਂ ਤੇ ਗੱਲ ਕਰ ਸਕਦਾ? ਜੀ ਸਿੱਧੂ ਸਾਹਿਬ। ਹਾਂਜੀ, ਪਹਿਲੀ ਗੱਲ ਤਾਂ ਇੱਕ ਤੁਸੀਂ ਜਿਹੜਾ ਪੰਜਾਬ ਬਾਰੇ ਵਿਸ਼ਾ ਸੀਗਾ, ਬਿਲਕੁਲ ਕਾਫੀ ਮੁੰਡਿਆਂ ਦੇ ਨਾਂ ਲਏ ਆ ਜਿਹੜੇ ਉਸ ਪਾਸੇ ਤੁਰੇ ਹੋਏ ਸੀ, ਜਿਨ੍ਹਾਂ ਨੂੰ ਮਤਲਬ ਇੱਕ ਬੰਦੇ ਨੇ ਕਿਹਾ ਸੀ ਵੀ ਨਹੀਂ ਜੀ ਇਹ ਨਹੀਂ, ਉਹ ਪੰਜਾਬੀ ਉਹ ਨਹੀਂ ਰਹੇ। ਬਿਲਕੁਲ ਉਹਨਾਂ 'ਚ ਇੱਕ ਤਾਂ ਵੈਟਨੇਰੀਅਨ ਦੇ 2 ਨਾਮ ਹੋਰ ਹੈ, ਡਾਕਟਰ ਸੇਖੋਂ, ਡਾਕਟਰ ਪ੍ਰੀਤਮ ਸਿੰਘ ਸੇਖੋਂ ਤੇ ਡਾਕਟਰ ਦਰਸ਼ਪ੍ਰੀਤ ਸਿੰਘ ਰੂਮੀ। ਉਹ ਮੁੰਡੇ ਸ਼ਹੀਦ ਹੋਏ ਹਨਾ, ਦਿਓਲ ਸਾਹਿਬ। ਤੇ ਇੱਕ ਆਪਣੇ ਤੇ ਭੁੱਲਰ ਸਾਹਿਬ, ਦਵਿੰਦਰਪਾਲ ਭੁੱਲਰ, ਉਹ ਵੀ ਇੰਜੀਨੀਅਰ ਬਣ ਆਏ ਸੀ, ਦੋਨੋਂ ਭਰਾ। ਹਾਂਜੀ, ਉਹ ਦੇਖੋ ਵੀ ਜ਼ਿੰਦਗੀਆਂ ਲੋਕਾਂ ਨੇ ਮਤਲਬ ਬਹੁਤ, ਜਿਨ੍ਹਾਂ ਨੇ ਕਰਨਾ ਉਹ ਕਰ ਹੀ ਜਾਂਦੇ ਹੁੰਦੇ ਆ। ਤੇ ਦੂਜੀ ਚੀਨ ਦੀ ਗੱਲ ਕਰਦੇ ਆ, ਬਿਲਕੁਲ ਸਹੀ ਗੱਲ ਆ। ਅਸੀਂ ਨਾ, ਮੈਂ ਵੈਟਨੇਰੀਅਨ ਆ ਤੇ ਬਰਨਵੀਜ ਤੇ ਉੱਥੇ ਚੀਨ ਹੀ ਜ਼ਿਆਦਾ ਸਾਡੇ ਹੈ ਗਾਹਕ, ਮੇਰੇ ਸਟੂਡੈਂਟ ਵੀ ਬਹੁਤ ਗਾਹਕ ਹੈ। ਤੇ ਉਹ ਨਾ ਬਿਲਕੁਲ ਅਸੀਂ ਉਹਨਾਂ ਨੂੰ ਪੁੱਛਦੇ ਹਾਂ 2-3 ਸਾਲ ਬਾਅਦ ਜਦੋਂ ਉਹਨਾਂ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੇ ਉਹ ਵਾਪਸ ਚਲੇ ਜਾਂਦੇ, ਸਾਤੋਂ ਸਰਟੀਫਿਕੇਟ ਲੈਣ ਆਉਂਦੇ ਆ, ਉਹਦਾ ਸਰਟੀਫਿਕੇਟ ਹੈ ਨਾ।
ਤੇ ਮੈਂ ਇਹਨੂੰ ਪੁੱਛਦਾ ਵੀ ਮੁੜ ਕੇ ਨਹੀਂ ਆਉਣਾ, ਨਾ ਜੀ ਕਹਿੰਦੇ ਮੁੜ ਕੇ ਨਹੀਂ ਆਉਣਾ, ਸਾਡੀ ਪੜ੍ਹਾਈ ਪੂਰੀ ਹੋ ਗਈ। ਬਿਲਕੁਲ ਉਹ ਠੀਕ ਹੈ। ਤੇ ਉਹ ਬਾਕੀ ਚੀਨ ਵਾਲੇ ਇਹੋ ਜਿਹੇ ਪੁਰਜੇ, ਇੱਕ ਅਸੀਂ ਪੁਰਜਾ ਮੰਗਾਇਆ ਉੱਥੋਂ, ਸਾਡੇ ਮਤਲਬ ਕੁੜੀ ਨੇ ਕੰਮ ਕਰਨ ਵਾਲੀ ਨੇ, ਉਹਨੇ ਆਨਲਾਈਨ ਆਰਡਰ ਕਰਤਾ ਵੀ ਆਪਣੇ ਦੰਦ ਕੱਢਣ ਵਾਲੇ ਚ ਸੀਗਾ ਕੋਈ ਔਜ਼ਾਰ, ਤੇ ਉਹ ਸਿਰਫ $2 ਦਾ ਸਾਨੂੰ ਜਿਹੜੀ ਮੇਲ ਵੀ ਵਿੱਚ ਆਈ ਉਹਦੀ, ਵਾਹ, ਉਹ $2 ਦਾ ਸਾਨੂੰ $15-20 ਦਾ ਇੱਥੇ ਆਉਣਾ ਸੀ ਉਹ ਜਿਹਾ, ਤੇ ਵਿੱਚੇ ਮੇਲ ਚਾਰਜ ਦੇਖੋ ਆਪਾਂ $1 ਘੱਟ ਤੋਂ ਘੱਟ ਸਟੈਂਪ ਦਾ ਇੱਥੇ ਲੱਗਦਾ ਆਪਾਂ ਨੂੰ, ਹੈ ਨਾ। $2 ਚਿੱਠੀ ਪਾਉਣੀ ਹੋਵੇ $2 ਸਾਰਾ ਉਹ ਆ ਗਿਆ ਜੀ। ਤੇ ਇਹ ਬਿਲਕੁਲ ਆਪਾਂ ਨੂੰ ਨਾ ਇੱਥੇ ਮਤਲਬ ਸੈਂਟਰ ਦੀ ਫੈਡਰਲ ਸਰਕਾਰ ਨੂੰ ਆਪਾਂ ਨੂੰ ਜ਼ੋਰ ਪਾਉਣਾ ਚਾਹੀਦਾ ਵੀ ਇੱਥੇ ਆਪਾਂ ਚੀਜ਼ਾਂ ਬਣਾਓ, ਇੱਥੇ ਫੈਕਟਰੀਆਂ ਖੋਲੋ, ਇਕੱਲਾ ਦੂਜਿਆਂ ਕੰਮਾਂ ਨਾਲ ਨਹੀਂ ਚੱਲਣਾ, ਇਹ ਵੀ ਲੋਕਾਂ ਨੂੰ ਜੋਬਾਂ ਮਿਲਣ, ਇਹੋ ਜਿਹੇ ਕੰਮ ਨਾਲ ਚਲਾਉਣ। ਇਕੱਲੀਆਂ ਆਹ ਨਹੀਂ ਵੀ ਇਕੱਲੀ ਜਿਵੇਂ ਹੋਊਗੀ ਹੁਣ, ਜਿਵੇਂ ਆਪਣਾ ਕਰੋਨਾ ਆ ਗਿਆ ਤੇ ਆਪਣੀ ਜਿਹੜੀ ਸਾਰੀ ਇੰਡਸਟਰੀ ਆ, ਜਿਹੜੀ ਆਪਣੀ ਟੂਰਿਜ਼ਮ ਇੰਡਸਟਰੀ, ਉਹ ਸਾਰੀ ਤਬਾਹ ਹੋ ਗਈ। ਵੀ ਉਹੋ ਜਿਹਾ ਪੱਕਾ ਕੰਮ ਹੋਵੇ, ਆਪਣਾ ਇੱਥੇ ਚੀਜ਼ਾਂ ਬਣਨ ਤੇ ਆਪਾਂ ਦੁਨੀਆ ਨੂੰ ਵੇਚੀਏ ਜੀ। ਧੰਨਵਾਦ ਜੀ ਸਿੱਧੂ ਸਾਹਿਬ, ਥੈਂਕ ਯੂ। ਬਿਲਕੁਲ ਜੀ, ਬਹੁਤ ਵੱਡੀਆਂ ਨਾਂ ਤੁਸੀਂ ਹੋਰ ਲਏ ਨੇ। ਬਰਾੜ ਸਾਹਿਬ। ਹਾਂਜੀ, ਆਪਣਾ ਗੱਲ ਸਾਹਿਬ ਜੀ, ਆਪਣਾ ਜਿਵੇਂ ਬਾਈ ਨੇ ਦੱਸਿਆ ਨਾ $2 ਦੀ ਚੀਜ਼ ਉੱਥੋਂ ਆ ਗਈ ਆ। ਇੱਕ ਮੈਂ ਇੰਨਾ ਦੱਸਣਾ ਚਾਹਣਾ, ਇੱਕ ਚੀਨ ਵਾਲਿਆਂ ਦੀ ਐਪ ਆਈ ਵੈਸ਼, ਉਹ ਜੇ ਕਿਤੇ ਡਾਊਨਲੋਡ ਕਰਕੇ ਦੇਖੋ ਫੋਨ ਤੇ, ਕਈਆਂ ਦੇ ਫੋਨਾਂ ਤੇ ਹੈਗੀ ਆ, ਉੱਤੇ ਹੀ ਗੱਲ ਸਾਹਿਬ ਸਾਰਾ ਸਮਾਨ ਆਈ A to Z, ਜਿਹੜਾ ਮਰਜ਼ੀ ਸਮਾਨ ਤੁਸੀਂ ਆਰਡਰ ਕਰੋ ਤੇ ਤੁਸੀਂ ਕਾਸਟ ਵੇਖ ਕੇ ਹੈਰਾਨ ਰਹਿ ਜਾਓਗੇ ਜੀ। ਕਾਸਟ ਵੇਖ ਕੇ, ਇੱਕ ਜਿਹੜੀ ਆਪਣੀਆਂ ਵਾਸ਼ਰੂਮਾਂ ਚ ਆਪਣੇ ਘਰਾਂ ਟੂਟੀਆਂ ਲੱਗਦੀਆਂ ਨੇ ਜੀ, ਉਹ ਟੂਟੀ ਲਾਈ ਮੈਂ ਮੰਗਾਈ ਆ, ਉਹ ਟੂਟੀ ਉਹ ਤੋਂ ਹੀ ਵੈਸ਼ ਤੋਂ ਮੈਨੂੰ ਮਿਲੀ ਆ, ਉਹ $13 ਦੀ ਟੂਟੀ, ਤੇ ਆਪਣੇ ਇੱਥੇ 70-80 ਤੋਂ ਘੱਟ ਟੂਟੀ ਨਹੀਂ ਆਉਂਦੀ। $13 ਦੀ ਟੂਟੀ ਆ, ਲੱਗੀ ਨੂੰ 6 ਮਹੀਨੇ ਹੋ ਗਿਆ, ਤੇ ਕੋਈ ਵਧੀਆ ਜਿਵੇਂ ਦੂਜੀਆਂ ਪਾਣੀ ਦੇ ਜਾਂਦੀਆਂ ਟੂਟੀਆਂ ਹੋਵੇ, ਉਹ ਪਾਣੀ ਦੇ ਜਾਂਦੀ ਹੈ ਟੂਟੀ। $13 ਦੀ ਟੂਟੀ ਹੈ ਸਾਰੀ। ਬਿਲਕੁਲ ਜੀ, ਵੇਸ਼ ਹੈ ਉਹਦਾ ਨਾਮ, ਬਿਲਕੁਲ ਠੀਕ ਹੈ ਗੱਲ। ਇਹ ਚੀਜ਼ਾਂ ਧਿਆਨ ਦਾ ਕੇਂਦਰਿਤ ਨੇ, ਇਹ ਗੱਲ ਹੋਣੀ ਚਾਹੀਦੀ ਹੈ। ਇਹ ਸੀ ਜੀ ਅੱਜ ਦਾ ਹਰਜੀਤ ਸਿੰਘ ਗਿੱਲ ਸ਼ੋਅ ਤੁਹਾਡੇ ਲਈ। ਕੱਲ੍ਹ ਨੂੰ ਫੇਰ 9 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਵਪਾਰਕ ਵਾਧਿਆਂ ਦੇ ਲਈ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਹੋਵੇ 604 729 1224, ਕੋਈ ਸੁਝਾਅ ਹੋਣ ਤਾਂ ਵੀ ਇਹੀ ਨੰਬਰ ਹੈ। ਰੱਬ ਰਾਖਾ।